ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਪ੍ਰੋਗਰਾਮ ਉਹੀ ਹੈ ਜੀ ਪ੍ਰਾਈਮ ਫੋਕਸ। ਹਰ ਰੋਜ਼ ਅਸੀਂ ਆਪਣੇ ਸਮੇਂ ਮੁਤਾਬਕ ਆਪ ਜੀ ਦੇ ਕੋਲ ਪਹੁੰਚ ਜਾਈਦਾ। ਗੱਲ ਇਹ ਆ ਕਿ ਵੀ ਜਦੋਂ ਹੁਣ ਆਪਾਂ ਇਸ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਤੇ ਉਹ ਕੋਈ ਬੰਦਾ ਕਿਤੇ ਹੁੰਦਾ, ਕੋਈ ਕਿਤੇ ਹੁੰਦਾ, ਵੇਖਣ ਵਾਲਾ ਕਿਤੇ ਹੁੰਦਾ। ਅੱਜ ਵੀ ਜਿਹੜੀ ਇਸ ਵਕਤ ਸਾਡੀ ਗੱਲਬਾਤ ਹੋ ਰਹੀ ਹੈ, ਮੈਂ ਇਸ ਵਕਤ ਕਿਸੇ ਹੋਰ ਸਟੂਡੀਓ 'ਚ ਬੈਠਾ, ਬਾਟ ਸਾਹਿਬ ਕੈਨੇਡਾ ਦੇ ਕਿਸੇ ਹੋਰ ਸਟੂਡੀਓ 'ਚ ਨੇ, ਤੇ ਇਹਨਾਂ ਸਾਰੀਆਂ ਗੱਲਾਂ ਬਾਤਾਂ ਨੂੰ ਅਸੀਂ ਇੱਕ ਤਾਰਾਂ ਤੂਰਾਂ ਪਾ ਕੇ ਜੋੜ ਕੇ ਤੇ ਆਪ ਜੀ ਦੇ ਲਈ ਲੈ ਕੇ ਆਏ ਹਾਂ ਪ੍ਰੋਗਰਾਮ। ਬਾਟ ਸਾਹਿਬ ਕੀ ਹਾਲ ਚਾਲ ਨੇ ਮਹਾਰਾਜ? ਚੜ੍ਹਦੀ ਕਲਾ ਜੀ। ਸਤਿ ਸ਼੍ਰੀ ਅਕਾਲ ਸੰਧਾਲੀਆ ਸਾਹਿਬ, ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ ਮਹਾਰਾਜ। ਦੇਖੋ ਆਹ ਜਿਹੜੀ ਗੱਲ ਹੈ ਨਾ ਵੀ ਬੰਦਾ ਜਿਹੜਾ ਨਾਲ ਦਾ ਜੇ ਸੁੱਤਾ ਹੀ ਹੋਵੇ ਤੇ ਬਾਅਦ 'ਚ ਉੱਠ ਕੇ ਫੋਨ ਤੋਂ ਕੋਈ ਦੱਸੇ ਵੀ ਯਾਰ ਉਹ ਤਾਂ ਸਵੇਰੇ ਸਵੇਰ ਬੰਦਾ ਜਹਾਜ਼ੇ ਚੜ੍ਹ ਗਿਆ, ਇਹ ਕੋਈ ਗੱਲ ਚੰਗੀ ਤਾਂ ਨਹੀਂ। ਵੈਸੇ ਦੇਖੋ ਗੱਲ ਬਿਲਕੁਲ ਨਹੀਂ ਚੰਗੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਇੱਕ ਗੱਲ ਸਾਰਿਆਂ ਨੂੰ ਪਤਾ ਹੈ ਕਿ ਲੀਡਰ ਲੀਡਰ ਹੀ ਹੁੰਦਾ, ਵਰਕਰ ਵਰਕਰ ਹੀ ਹੁੰਦਾ। ਤੁਸੀਂ ਦੇਖੋ ਜਦੋਂ ਮੈਂ ਹੁਣ ਸੁਣਾਉਣ ਲੱਗਿਆ, ਤੁਸੀਂ ਸੁਣ ਲਿਓ ਐਨ ਜਰਾ ਸੁਣ ਕੇ। ਲੀਡਰ ਦਾ ਕੰਮ ਹੁੰਦਾ ਕਿ ਜਦੋਂ ਐਨ ਰੈਲੀ ਭਰ ਜਾਵੇ, ਲੋਕ ਆ ਜਾਣ, ਪਹਿਲਾਂ ਮੇਰੇ ਵਰਗੇ 5-7 ਬੁਲਾਰੇ ਜਿਹੜੇ ਬੋਲ ਕੇ ਲੋਕਾਂ ਨੂੰ ਇਕੱਠੇ ਕਰ ਹਟਣ, ਇੱਕ ਅੱਧਾ ਕਲਾਕਾਰ ਵੀ ਉੱਥੇ ਲਾ, ਐਨ ਜਦੋਂ ਰੈਲੀ ਭਰ ਗਈ ਤਾਂ ਉਦੋਂ ਲੀਡਰ ਸਾਹਿਬ ਨੇ ਆਉਣਾ। ਉਦੋਂ ਆਉਣਾ ਤਾਂ ਠੀਕ ਹੈ। ਮੇਰਾ ਤਾਂ ਕੰਮ ਤੁਸੀਂ ਇਹ ਰੱਖਿਆ ਨਾ ਕਿ ਪਹਿਲਾਂ ਤੁਸੀਂ ਵੈਨਕੂਵਰ ਵਾਲੇ ਸਟੂਡੀਓ ਮੈਨੂੰ ਕੈਲਗਰੀ ਭੇਜਿਆ ਕਿ ਜਾ ਕੇ ਇਕੱਠ ਮੱਠ ਕਰ ਬਈ, ਉੱਥੇ ਦੇਖ ਸਾਰਾ ਕੁਝ ਠੀਕ ਹੈ, ਐਨ ਝਾੜੂ ਬਹਾਰੂ ਸਾਰਾ ਕੁਝ ਕਰ। ਫਿਰ ਸਰਦਾਰ ਸਾਹਿਬ ਲੀਡਰ ਸਾਹਿਬ ਕੈਲਗਰੀ ਆ ਗਏ। ਹੁਣ ਤੁਸੀਂ ਕੈਲਗਰੀ ਤੇ ਦੇਖਿਆ ਕਿ ਅੱਗੇ ਵਿਨੀਪੈਗ ਜਾਣਾ, ਵੀ ਜਾ ਉੱਥੇ ਜਾ ਕੇ ਸੈਟਿੰਗ ਸ਼ੂਟਿੰਗ ਕਰ, ਐਨ ਜਰਾ ਸਾਫ਼ ਸਫਾਈ ਹੋਵੇ, ਲੋਕਾਂ ਨੂੰ ਪਤਾ ਲੱਗੇ ਸਾਰਿਆਂ ਨੂੰ ਕਿ ਲੀਡਰ ਨੇ ਆਉਣਾ ਹੀ। ਮੈਂ ਮਹਾਰਾਜ ਡਿਊਟੀ ਕਰਨੀ, ਮੈਂ ਆ ਗਿਆ ਪਹਿਲਾਂ, ਹੁਣ ਤੁਸੀਂ ਜਦੋਂ ਸਾਰਾ ਕੁਝ ਸੈੱਟ ਹੋ ਗਿਆ ਆ ਜਾਓ ਮਗਰੋਂ। ਨਹੀਂ ਇਹ ਨਹੀਂ ਗੱਲ। ਦੇਖੋ ਕਾਰਨ ਆ ਵੀ ਇਹਦੇ ਕਿਸੇ ਨਾ ਕਿਸੇ ਨੇ ਤੇ ਅੱਗੇ ਜਾਣਾ ਹੁੰਦਾ ਨਾ ਬਾਟ ਸਾਹਿਬ। ਦੇਖੋ ਫੌਜਾਂ ਵੀ ਚੱਲਦੀਆਂ, ਸਮੁੱਚੀ ਫੌਜ ਥੋੜਾ ਅਗਲੇ ਪਾਸੇ ਚਲੇ ਜਾਂਦੀ ਹੈ। ਉਹ ਕਹਿੰਦੇ ਪਹਿਲਾਂ ਇੱਕ ਕਾਨਵਾਈ ਤੁਰੇਗੀ, ਫਿਰ ਉਸ ਤੋਂ ਬਾਅਦ ਦੂਸਰੀ ਕਾਨਵਾਈ ਤੁਰੇਗੀ, ਜਿਹੜੀ ਮਤਲਬ ਪਹਿਲੀ ਕਾਨਵਾਈ ਮੋਰਚਾ ਛੱਡ ਕੇ ਜਾਏਗੀ, ਦੂਸਰੀ ਕਾਨਵਾਈ ਉਸ ਮੋਰਚੇ 'ਚ ਰੁਕੇਗੀ। ਸੋ ਉੱਦਾਂ ਜੇ ਆਪਾਂ ਲਾ ਲਈਏ। ਬਾਕੀ ਚਲੋ ਇਹ ਦੱਸੋ ਵੀ ਜੇ ਵਿਨੀਪੈਗ ਬਾਰੇ ਪੁੱਛਾਂ ਤੇ ਮੌਸਮ ਕਿੱਦਾਂ ਦਾ ਜੀ? ਮੌਸਮ ਸੋਹਣਾ ਜੀ, ਗਰਮੀ ਘਟ ਰਹੀ ਹੈ। ਪਰ ਮੈਂ ਜਦੋਂ ਪਹਿਲਾਂ ਵਿਨੀਪੈਗ ਆਇਆ ਸੀ 2.5 ਸਾਲ ਪਹਿਲਾਂ, ਉਦੋਂ ਮਹੀਨਾ ਜਨਵਰੀ ਦਾ ਸੀ ਤੇ ਉਦੋਂ ਐਨ ਬਰਫ਼ ਦੇ ਨਾਲ ਪੂਰਾ ਲੱਦਿਆ ਪਿਆ ਸੀ ਇਹ ਸ਼ਹਿਰ। ਹੁਣ ਫੁੱਲ ਖਿੜਿਓ ਆ, ਹਰਿਆਲੀ ਪੂਰੀ ਆ, ਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬੀਆਂ ਦਾ ਪਿਆਰ ਸੁੱਖ ਨਾ ਬਥੇਰਾ ਇੱਥੇ ਵੀ ਨਾ, ਐਨ ਸੋਹਣਾ ਘੁੱਗ ਵਸਦਾ ਸ਼ਹਿਰ ਹੈ। ਤੇ ਪੰਜਾਬੀਆਂ ਦੀ ਵਸੋਂ ਜਿੱਦਾਂ ਵੱਧ ਗਈ ਹੈ, ਕਿਉਂਕਿ ਅੰਤਰਰਾਸ਼ਟਰੀ ਵਿਦਿਆਰਥੀ ਵੀ ਨੇ, ਵਰਕ ਪਰਮਿਟ ਵਾਲੇ ਵੀ ਨੇ, PR ਵੀ ਨੇ, ਸਿਟੀਜ਼ਨ ਵੀ ਨੇ, ਉਹ ਵੀ ਨੇ ਜਿਹੜੇ 25-30 ਸਾਲ 35 ਸਾਲ ਪਹਿਲਾਂ ਦੇ ਆਏ ਆ, ਤੇ ਜਿਨ੍ਹਾਂ ਨੂੰ ਇਹ 35 ਦਿਨ ਹੋਏ ਆ ਉਹ ਵੀ ਹੈ। ਜਾਣੀ ਸੋਹਣਾ ਜਿਹਾ ਪੁਰਾਣੇ ਪੰਜਾਬ ਵਰਗਾ। ਨਹੀਂ ਪਰ ਇਹਦਾ ਨਾਂ ਜਿਹੜਾ ਹੁਣ ਮਿੰਨੀ ਪੈਗ ਤੋਂ ਬਦਲ ਕੇ ਵੱਡਾ ਪੈਗ ਕਦੋਂ ਕਰਨਾ ਜੀ? ਨਹੀਂ ਜੀ ਨਹੀਂ, ਇਹ ਤਾਂ ਮਹਾਰਾਜ ਨਾ ਆਪਾਂ ਉਸ ਰਾਹ ਜਾਣਾ, ਨਾ ਆਪਾਂ ਉਧਰਲੇ ਪਾਸੇ ਨੂੰ ਤੁਰਨਾ। ਨਹੀਂ ਮੈਂ ਤਾਂ ਪੁੱਛਿਆ। ਇਹ ਵੈਸੇ ਕਿਸੇ ਨੇ ਮੇਰੇ ਨਾਲ ਗੱਲ ਕੀਤੀ, ਕਹਿੰਦਾ ਯਾਰ ਵਿਨੀਪੈਗ ਦਾ ਨਾਂ ਕਿੱਦਾਂ ਪੈ ਗਿਆ ਹੋਊਗਾ? ਫਿਰ ਐਵੇਂ ਜਿੱਦਾਂ ਅੰਦਾਜ਼ੇ ਨਹੀਂ ਬੰਦਾ ਲਾਉਂਦਾ। ਹੁਣ ਇਹਦੇ ਬਾਰੇ ਚਲੋ ਜਾਣਕਾਰੀ ਤੁਸੀਂ ਦੱਸ ਸਕਦੇ ਹੋ। ਉਹ ਕਹਿੰਦੇ ਦੇਖੋ ਗੱਲ ਇਹ ਹੈ ਵੀ ਜਿਹੜਾ ਵਿਨੀਪੈਗ ਹੈ ਇਹਦਾ ਨਾਂ ਪਹਿਲਾਂ ਮਿੰਨੀ ਪੈਗ ਸੀਗਾ ਜੀ। ਉਹ ਜਿਹੜਾ ਐਮ ਸੀਗਾ ਨਾ, ਉਹ ਕਿਤੇ ਇੱਧਰ ਉੱਧਰ ਪੀਤੀ ਖਾਧੀ ਥੋੜਾ ਜਿਹਾ ਟੇਢਾ ਹੋ ਗਿਆ ਤੇ ਉਹ M ਤੋਂ W ਬਣ ਗਿਆ, ਉਹ ਮਿੰਨੀ ਦਾ ਵਿਨੀ ਬਣ ਗਿਆ, ਉਹ ਵਿਨੀ ਪੈਗ ਚੱਲੀ ਜਾਂਦਾ। ਤੇ ਹੁਣ ਪਤਾ ਨਹੀਂ ਕਹਿੰਦੇ ਵੀ ਜਿਸ ਹਿਸਾਬ ਨਾਲ ਆਬਾਦੀ ਵਧੀ ਜਾਂਦੀ, ਹੌਲੀ ਹੌਲੀ ਪਟਿਆਲਾ ਪੈਗ ਮਿਕਸ ਕਰਕੇ ਮਿੰਨੀ ਪੈਗ ਤੋਂ ਫਿਰ ਵੱਡਾ ਪੈਗ ਨਾ ਬਣ ਜਾਵੇ। ਹੁਣ ਪਤਾ ਨਹੀਂ ਕੀ ਬਣਦਾ ਕੀ ਨਹੀਂ ਬਣਦਾ, ਪਰ ਚਲੋ ਜੋ ਵੀ ਆ ਵਧੀਆ ਤੁਸੀਂ ਦੱਸਿਆ। ਇਹ ਤਾਂ ਐਵੇਂ ਹਾਸੇ ਮਜ਼ਾਕ ਦੀਆਂ ਗੱਲਾਂ। ਹੁਣ ਗੱਲ ਆ ਵੀ ਇੱਥੋਂ ਦੀਆਂ ਤਾਰਾਂ ਜੋੜ ਕੇ ਆਪਾਂ ਆਪਣੀਆਂ ਗੱਲਾਂ ਬਾਤਾਂ ਵਾਲੇ ਪਾਸੇ ਮੁੜਨਾ। ਮੈਂ ਇੱਕ ਸੰਧਾਲੀਆ ਸਾਹਿਬ ਜ਼ਰੂਰ ਗੱਲ ਬੇਨਤੀ ਕਰ ਦੇਣੀ ਸੀ ਸਾਰਿਆਂ ਨੂੰ ਕਿ ਭਾਈ ਐਤਵਾਰ ਨੂੰ ਨਗਰ ਕੀਰਤਨ ਸਜਾਇਆ ਜਾਣਾ ਇੱਥੇ ਵਿਨੀਪੈਗ ਦੇ ਵਿੱਚ, ਤੇ ਮੈਂ ਇੱਥੇ ਪਹੁੰਚ ਗਿਆ। ਅਮਨ ਖਟਕੜ ਸਾਹਿਬ CEO ਸਾਹਿਬ ਆਏ ਹੋਏ ਨੇ, ਤੇ ਨਾਲ ਇੱਥੋਂ ਦੇ ਜਿਹੜੇ ਸਾਡੇ ਸਥਾਨਕ ਜਿਹੜੇ ਮੈਂਬਰ ਨੇ, ਪ੍ਰਤੀਨਿਧ ਨੇ, ਅੰਮ੍ਰਿਤ ਜੀ, ਉਹ ਵੀ ਨਾਲ ਹੋਣਗੇ। ਤੇ ਫਿਰ ਉਦਣ ਸੰਗਤਾਂ ਦੇ ਦਰਸ਼ਨ ਦਿਦਾਰੇ ਹੋਣਗੇ ਜੀ। ਸ਼ਨੀਵਾਰ ਐਤਵਾਰ ਤੱਕ ਇੱਥੇ ਹੀ ਆ, ਇਹਦੇ ਆਲੇ ਦੁਆਲੇ ਰਹਿਣਾ। ਤੇ ਮੈਂ ਕਿਹਾ ਵੀ ਕਿਸੇ ਨੂੰ ਵੀ ਇਹ ਨਹੀਂ ਹੋਣਾ ਚਾਹੀਦਾ ਕਿ ਭਾਈ ਅੱਜ ਹੀ ਆ ਕੇ ਮੁੜ ਜਾਣਾ। ਹੁਣ 3-4 ਦਿਨ ਤੁਹਾਡੇ ਕੋਲ ਹੀ ਆ ਜੀ ਇੱਥੇ ਵਿਨੀਪੈਗ ਦੇ ਵਿੱਚ ਹੀ। ਚਲੋ ਵਧੀਆ। ਅੱਛਾ ਗੱਲ ਇਹ ਆ ਬਾਟ ਸਾਹਿਬ ਕਿ ਆਪਾਂ ਹੁਣ ਥੋੜ੍ਹਾ ਖਬਰਾਂ ਵਾਲੇ ਪਾਸੇ ਮੋੜਾ ਕੱਟੀਏ। ਅਜੇ ਆਪਾਂ ਕੱਲ੍ਹ ਹੀ ਗੱਲ ਕਰਦੇ ਸੀ ਕਿ ਵੀ ਵਿੱਚ ਜੇ ਆਵਾਜ਼ ਜੀ ਉੱਠਦੀ ਆ ਵੀ ਮਹਾਰਾਣੀ ਪ੍ਰਨੀਤ ਕੌਰ ਹੁਣੀ ਜਿਹੜੇ ਨੇ ਜੀ, ਉਹ ਜਦੋਂ ਹੁਣ ਨਹੀਂ ਹੈਗੇ ਕਾਂਗਰਸ ਦੇ ਨਾਲ, ਤੇ ਫਿਰ ਕਾਂਗਰਸ ਦੇ ਵਿੱਚੋਂ ਉਹ ਪਾਸੇ ਕਿਉਂ ਨਹੀਂ ਹੋ ਜਾਂਦੇ? ਬਾਜਵਾ ਸਾਹਿਬ ਨੇ ਉਜਰਤ ਰਾਜ ਕੀਤਾ ਸੀ, ਫਿਰ ਹੌਲੀ ਹੌਲੀ ਇੱਧਰੋਂ ਉੱਧਰੋਂ ਗੱਲ ਚੱਲੀ, ਤੇ ਹੁਣ ਜਿਹੜੀ ਮੀਟਿੰਗ ਹੋਈ, ਹਾਲਾਂਕਿ ਮੀਟਿੰਗ ਤੇ ਕਹਿੰਦੇ ਉਹ ਦਿੱਲੀ ਵਾਲੀ ਰੈਲੀ ਦਾ ਕਰਕੇ ਸੀਗਾ, ਇਕੱਠ ਮੱਠ ਜਿਹਾ ਕੀਤਾ, ਪਰ ਰਾਜਾ ਵੜਿੰਗ ਸਾਹਿਬ, ਬਾਜਵਾ ਸਾਹਿਬ, ਬਾਕੀ ਜਿੰਨੀ ਲੀਡਰਸ਼ਿਪ ਆ ਕਾਂਗਰਸ ਪਾਰਟੀ ਦੇ ਜਿੱਤੇ ਹਾਰੇ ਬੰਦੇ ਸਾਰੇ ਉੱਥੇ ਇਕੱਠੇ ਹੋਏ। ਤੇ ਬਹੁਤੀ ਚਰਚਾ ਕਹਿੰਦੇ ਇਸ ਚੀਜ਼ ਦੇ ਉੱਪਰ ਘੁੰਮਾ ਕੇ ਆ ਗਈ ਵੀ ਕੈਪਟਨ ਸਾਹਿਬ ਜਿੱਦਾਂ ਹੁਣ BJP ਦੇ ਨਾਲ ਹੀ ਚੱਲ ਗਏ ਨੇ ਇੱਕ ਤਰ੍ਹਾਂ ਨਾਲ, ਉਸੇ ਤਰ੍ਹਾਂ ਹੀ ਕਹਿੰਦੇ ਹੁਣ ਮਹਾਰਾਣੀ ਪ੍ਰਨੀਤ ਕੌਰ ਹੋਰੀ ਵੀ ਲਗਭਗ BJP ਦੇ ਹੀ ਹੋ ਗਏ ਆ।
ਤੇ ਜੇ ਉਹ ਆਪ ਕਾਂਗਰਸ ਪਾਰਟੀ ਦੀ ਇਹ ਵਾਲੀ ਮਤਲਬ ਸੀਟ ਨਹੀਂ ਖਾਲੀ ਕਰਦੇ, ਕਿਉਂਕਿ ਲੋਕ ਸਭਾ ਮੈਂਬਰ ਤਾਂ ਉਹ ਕਾਂਗਰਸ ਪਾਰਟੀ ਦੀ ਟਿਕਟ ਤੇ ਨਹੀਂ ਨਾ ਜੀ, ਉਹ ਕਹਿੰਦੇ ਵੀ ਫਿਰ ਉਹਨਾਂ ਨੂੰ ਹੁਣ ਪਾਰਟੀ ਤੋਂ ਵੱਖ ਕਰਨ ਦੇ ਲਈ ਦਬਾਅ ਪਾਉਣਾ ਚਾਹੀਦਾ। ਤੇ ਇਦਾਂ ਤਾਂ ਮਤਾ ਜਿਹਾ ਪੱਕਦਾ ਫਿਰਦਾ ਸੀ। ਮੈਂ ਇਹ ਸੋਚਦਾ ਵੀ ਇਹਦੇ ਨਾਲ ਕਾਂਗਰਸ ਪਾਰਟੀ ਨੂੰ ਕੀ ਫਾਇਦਾ ਹੋਊਗਾ। ਹਾਂ, ਜੇ ਇਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਜਾਂਦਾ, ਪ੍ਰਨੀਤ ਕੌਰ ਹੁਣ ਨੂੰ ਤਾਂ ਫਾਇਦਾ ਹੈਗਾ ਹੀ ਹੈ, ਕਿਉਂਕਿ ਉਹਨਾਂ ਦੀ ਸੀਟ ਵੱਜ ਜਾਣੀ, MP ਉਹਨਾਂ ਨੇ ਰਹਿ ਜਾਣਾ, 2024 'ਚ BJP ਵਾਲੇ ਮੌਕਾ ਦੇ ਦੇਣਗੇ, ਉਹਨਾਂ ਦਾ ਮਸਲਾ ਤੇ ਹੱਲ ਹੋ ਗਿਆ। ਕਾਂਗਰਸ ਨੂੰ ਤੇ ਅੱਗੇ ਬੰਦਿਆਂ ਦੀ ਲੋੜ ਹੈ, ਤੇ ਹੁਣ ਵੀ ਇਹ ਤੋੜ ਸੁੱਟੀ ਜਾਂਦੇ ਬੰਦੇ। ਦੇਖੋ ਸੰਧਾਵਾਲੀਆ ਸਾਹਿਬ, ਜੇ ਤੱਕ ਕਾਂਗਰਸ ਪਾਰਟੀ ਦੀ ਪੰਜਾਬ ਇਕਾਈ ਦੀਆਂ ਲੱਤਾਂ ਭਾਰ ਝੱਲਦੀਆਂ, ਮੈਂ ਦੁਬਾਰਾ ਕਹਿਣ ਲੱਗਿਆ ਕਿ ਜੇ ਤਾਂ ਪੰਜਾਬ ਕਾਂਗਰਸ ਦੀ ਪੰਜਾਬ ਇਕਾਈ ਦੀਆਂ ਲੱਤਾਂ ਭਾਰ ਝੱਲਦੀਆਂ ਤਾਂ ਜਾ ਕੇ ਬਹਿ ਜਾਣ ਦਿੱਲੀ, ਜਾ ਕੇ ਕਹਿਣ ਉੱਥੇ ਕਿ ਭਾਈ ਆ ਦੇਖੋ ਸਾਰੇ ਜ਼ਿਲ੍ਹਾ ਪ੍ਰਧਾਨ, ਸਾਰੇ ਲੋਕਾਂ ਦੇ ਚੁਣੇ ਹੋਏ MLA, ਇੰਨੇ MP, ਇੰਨੇ ਹਲਕਾ ਇੰਚਾਰਜ, ਆ ਸੂਬਾ ਪ੍ਰਧਾਨ, ਆ ਵਿਰੋਧੀ ਧਿਰ ਦੇ ਪੰਜਾਬ ਦੇ ਨੇਤਾ, ਅਸੀਂ ਕਹਿੰਦੇ ਆ ਕਿ ਬੀਬੀ ਪ੍ਰਨੀਤ ਕੌਰ ਨੂੰ ਕੱਢੋ ਕਾਂਗਰਸ ਪਾਰਟੀ ਦੇ ਵਿੱਚੋਂ, ਪਾਰਟੀ ਵਿਰੋਧੀ ਕਾਰਵਾਈਆਂ ਕਰਦੇ ਆ ਬੀਬੀ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਨਾ ਬੀਬੀ ਪ੍ਰਨੀਤ ਕੌਰ ਮੀਟਿੰਗਾਂ 'ਚ ਆਉਂਦੇ ਆ, ਨਾ ਕਾਂਗਰਸ ਪਾਰਟੀ ਲਈ ਪ੍ਰਚਾਰ ਕਰਦੇ ਆ, ਨਾ ਕਾਂਗਰਸ ਪਾਰਟੀ ਦੇ ਹੱਕ 'ਚ ਕੋਈ ਗੱਲ ਕਰਦੇ ਆ, ਕਰਦੇ ਵਿਰੋਧ 'ਚ ਹੀ ਆ। ਪਰ ਰੌਲਾ ਸਿਰਫ ਇੱਥੇ ਹੀ ਹੈ, ਮੈਂ ਫਿਰ ਸ਼ਬਦ ਬੋਲ ਰਿਹਾ ਕਿ ਜੇ ਤਾਂ ਲੱਤਾਂ ਭਾਰ ਝੱਲਦੀਆਂ, ਹੁਣ ਮੂਹਰਿਓਂ ਹਾਈ ਕਮਾਂਡ ਨੇ ਵੀ ਕਹਿ ਦੇਣਾ, ਇਹ ਤਾਂ ਵਰਕਰਾਂ ਦੀ ਗੱਲ ਆ ਨਾ ਕਿ ਵਰਕਰ ਪ੍ਰੈਸ਼ਰ ਪਾਉਂਦੇ ਆ ਲੀਡਰਾਂ ਦੇ ਉੱਤੇ, ਤਾਂ ਉੱਠ ਕੇ ਮੀਟਿੰਗ ਆਪਾਂ ਕਰ ਲਈ ਕਿ ਭਾਈ ਉਹਨਾਂ ਨੂੰ ਕੱਢਣਾ ਚਾਹੀਦਾ, ਅੱਜ ਕੱਢ ਦਿੰਦੇ ਆ, ਅਗਲੇ MP ਰਹਿਣਗੇ। ਮੈਂ ਕਹਿੰਦਾ ਕਿ ਜੇ ਨਹੀਂ ਵੀ ਕੱਢਦੇ, ਮੰਨ ਲਓ ਬੀਬੀ ਅਸਤੀਫਾ ਦੇ ਜਾਵੇ, ਜਿੱਦਾਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਕਿਹਾ ਜਾਂ ਬਾਕੀ ਕਈਆਂ ਨੇ ਕਿਹਾ ਕਿ ਬੀਬੀ ਪ੍ਰਨੀਤ ਕੌਰ ਅਸਤੀਫਾ ਦੇਣ, ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਕਾਂਗਰਸ ਤੋਂ ਬਿਨਾਂ ਵਜੂਦ ਕੋਈ ਨਹੀਂ, ਸਾਰੀਆਂ ਗੱਲਾਂ ਸੱਚ ਨੇ। ਪਰ ਜੇ ਬੀਬੀ ਪ੍ਰਨੀਤ ਕੌਰ ਅਸਤੀਫਾ ਦੇ ਗਏ, ਸੀਟ ਖਾਲੀ ਹੋ ਗਈ, ਅਜੇ 1.5 ਪੌਣੇ 2 ਸਾਲ ਪਹਿਲਾਂ ਲੋਕ ਸਭਾ ਦੀਆਂ ਇਲੈਕਸ਼ਨਾਂ 'ਚ ਜ਼ਿਮਨੀ ਚੋਣ ਹੋਣੀ ਆ, ਹੈਗਾ ਕੋਈ ਕਾਂਗਰਸ ਦਾ ਲੀਡਰ ਜਿਹੜਾ ਇਸ ਵੇਲੇ ਪੱਟ ਤੇ ਮਾਰ ਕੇ ਥਾਪੀ ਤੇ ਉੱਠ ਕੇ ਖੜਾ ਹੋ ਕੇ ਕਹੇ ਕਿ ਭਾਈ ਮੈਂ ਪਟਿਆਲਿਓਂ ਚੋਣ ਲੜਦਾ, ਬੀਬੀ ਜੀ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜਨ ਨਾ ਲੜਨ, ਇਲੈਕਸ਼ਨ 'ਚ ਖੜੇ ਹੋਣ ਨਾ ਹੋਣ, ਕਿ ਭਾਈ ਆਪਾਂ ਜਿੱਤ ਜਾਣਾ, ਮੈਂ ਕਾਂਗਰਸ ਨੂੰ ਪਟਿਆਲੇ ਵਾਲੀ ਸੀਟ ਕੱਢ ਕੇ ਦਿਉਂ। ਘੱਟੋ ਘੱਟ ਸੰਧਾਲੀਆ ਸਾਹਿਬ ਰਜਿਸਟਰ ਦੇ ਵਿੱਚ ਤਾਂ, ਕਾਗਜ਼ੀ ਪੱਤਰੀ ਕਾਨੂੰਨੀ ਤਾਂ ਅਜੇ ਤੱਕ ਵੀ ਕਾਂਗਰਸ ਦੇ ਖਾਤੇ 'ਚ ਇੱਕ MP ਬੀਬੀ ਪ੍ਰਨੀਤ ਕੌਰ ਦੇ ਰੂਪ ਦੇ ਵਿੱਚ ਹੈਗਾ ਹੀ ਆ ਨਾ। ਤੇ ਜੇ ਭਲਕ ਨੂੰ ਜ਼ਿਮਨੀ ਚੋਣ ਹੋ ਗਈ ਨਾ, ਉਹਨਾਂ ਦੇ ਪੱਲੇ ਕੁਛ ਰਹਿਣਾ ਨਾ ਇਹਨਾਂ ਦੇ ਰਹਿਣਾ। ਮੈਨੂੰ ਲੱਗਦਾ ਇਹ ਸਿਰਫ ਤੇ ਸਿਰਫ ਹੇਠਾਂ ਜਦੋਂ ਕਾਂਗਰਸ ਪਾਰਟੀ ਦੇ ਲੀਡਰ ਜਾਂਦੇ ਆ, ਬਾਜਵਾ ਸਾਹਿਬ ਜਾਂਦੇ ਆ, ਵੜਿੰਗ ਸਾਹਿਬ ਜਾਂਦੇ ਆ, ਤੇ ਅਗਲੇ ਪੁੱਛਦੇ ਹੋਣਗੇ ਵਰਕਰ ਕਿ ਭਾਈ ਉਹਨਾਂ ਨੂੰ ਕੱਢ ਦਿਓ ਬਾਹਰ, ਆਪਾਂ ਕਾਹਤੋਂ ਰੱਖੇ ਆ। ਉਹ ਮੈਨੂੰ ਲੱਗਦਾ ਕਿ ਲਾਗ ਲਪੇਟ ਜੀ ਕੀਤੀ ਹੈ। ਬਾਕੀ ਕੋਈ ਵੀ ਨਹੀਂ ਚਾਹੁੰਦਾ, ਨਾ BJP ਚਾਹੁੰਦੀ ਹੈ, ਨਾ ਬੀਬੀ ਪ੍ਰਨੀਤ ਕੌਰ ਚਾਹੁੰਦੇ ਆ, ਨਾ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਟਿਆਲੇ ਵਾਲੀ ਸੀਟ ਤੇ ਬਾਈ ਇਲੈਕਸ਼ਨ ਹੋਵੇ, ਕਿਉਂਕਿ ਅਜੇ ਤਾਂ ਬਹੁਤ ਕੁਝ ਕਰਨ ਵਾਲਾ। ਹਾਂ, ਇੱਕ ਗੱਲ ਹੈਗੀ ਹੈ, ਪਿਛਲੇ ਸਾਲ 1.5 ਸਾਲ ਦੇ ਵਿੱਚ ਦਿਖਾ ਦੇਣ ਤਾਂ ਕਾਂਗਰਸ ਪਾਰਟੀ ਵਾਲੇ ਕੋਈ ਲੀਡਰ ਇੱਧਰ ਆਇਆ, ਪਾਰਟੀ 'ਚੋਂ ਛੱਡ ਕੇ ਬਹੁਤ ਸਾਰੇ ਬੰਦੇ ਚਲੇ ਗਏ ਜਿਨ੍ਹਾਂ ਨੂੰ ਇਹ ਟਿਕਟਾਂ ਦਿੰਦੇ ਸੀ, ਮੰਤਰੀ ਬਣਾਉਂਦੇ ਸੀ, ਤੇ ਹੁਣ ਕਹਿੰਦੇ ਸ਼ੁੱਧ ਬੰਦੇ ਰਹਿ ਗਏ ਆ। ਉਹ ਭਾਈ ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰਨਾ ਜ਼ਰੂਰੀ ਹੈ। ਇਹ ਮੀਟਿੰਗਾਂ ਜਿਹੜੀਆਂ ਨੇ ਇਹ ਤੁਸੀਂ ਅੰਦਰੂਨੀ ਤੌਰ ਤੇ ਕਰਨੀਆਂ ਕਰ ਲਓ, ਜਾ ਕੇ ਬੀਬੀ ਸੋਨੀਆ ਗਾਂਧੀ ਨੂੰ ਕਹੋ, ਬਾਜਵਾ ਸਾਹਿਬ ਦੀ ਤਾਂ ਵੈਸੇ ਵੀ ਦਿੱਲੀ ਗੱਲ ਹੋ ਜਾਂਦੀ ਹੈ, ਉਹ ਕਹਿੰਦੇ ਨੇ ਮੇਰੀ ਦਿੱਲੀ ਗੱਲ ਹੋ ਗਈ ਹੈ, ਇਹ ਵੀ ਕਰ ਲੈਣ। ਨਹੀਂ ਕਰਨਗੇ ਇੱਥੇ। ਚਲੋ ਆਪਾਂ ਰਾਜਾ ਵੜਿੰਗ ਸਾਹਿਬ ਕਿਉਂਕਿ ਪ੍ਰਧਾਨ ਨੇ, ਤੇ ਚੰਦ ਮਹੀਨੇ ਪਹਿਲਾਂ ਉਹ ਪੰਜਾਬ ਦੇ ਟਰਾਂਸਪੋਰਟ ਮੰਤਰੀ ਵੀ ਸੀਗੇ, ਮੈਨੂੰ ਲੱਗਦਾ ਹੁੰਦਾ ਉਹਨਾਂ ਦੇ ਹਿਸਾਬ ਨਾਲ ਆਪਾਂ ਉਦਾਹਰਨ ਦੇ ਕੇ ਵੇਖ ਲੈਂਦੇ ਹਾਂ ਵੀ ਕਿਸੇ ਵੇਲੇ ਹੁੰਦਾ ਨਾ ਵੀ ਜੇ ਬੱਸ ਦੇ ਵਿੱਚ ਅੱਗੇ ਹੀ ਸਵਾਰੀਆਂ ਘੱਟ ਨੇ ਤੇ ਇੱਧਰ ਉੱਧਰ ਖੜਕਦੀ ਜੀ ਬੱਸ ਵੇਖ ਕੇ ਕਿਸੇ ਵੇਲੇ ਹੁੰਦਾ ਨਾ ਵੀ ਬਦੋ ਬਦੀ ਦੋ ਜਿਹੜੀਆਂ ਸਵਾਰੀਆਂ ਚੜੀਆਂ ਵੀ ਹੁੰਦੀਆਂ, ਉਹ ਵੀ ਅੰਦਾਜ਼ਾ ਜਿਹਾ ਲਾਉਂਦੇ, ਉਹ ਉੱਤੇ ਚਲੇ ਜਾਵਾਂਗੇ, ਕੋਈ ਗੱਲ ਨਹੀਂ, ਛੱਡ ਖੇੜਾ ਤੂੰ ਆ ਜਾ ਥੱਲੇ। ਉਹ ਆਲਰੇਡੀ ਤੇ ਸਵਾਰੀਆਂ ਉਤਰਦੀਆਂ ਪਈਆਂ, ਤੇ ਜਦੋਂ ਜਿਹੜੀਆਂ 2-4 ਲਾਗੇ ਚੜ੍ਹਨ ਨੂੰ ਖਲੋਤੀਆਂ ਵੀ ਅੱਡੇ ਤੇ, ਉਹਨਾਂ ਨੇ ਵੇਖ ਲਿਆ ਵੀ ਯਾਰ ਜਿਹੜੀ ਮਾਈ ਵਿੱਚ ਚੜੀ ਸੀ ਉਹਦਾ ਵੀ ਝੋਲਾ ਚੁੱਕ ਕੇ ਬਾਹਰ ਨੂੰ ਸੁੱਟੀ ਜਾਂਦੇ ਵੀ ਨਹੀਂ ਉਤਰ ਜਾ, ਤੇ ਫਿਰ ਉਹਦੇ ਚੜੂ ਕੌਣ। ਸੋ ਮੈਂ ਤਾਂ ਬੇਨਤੀ ਕਰਦਾ। ਹਾਂ ਮੈਂ ਸੰਧਾਲੀਆ ਸਾਹਿਬ ਤੁਹਾਡੀ ਗੱਲ ਦੇ ਨਾਲ ਪੂਰਾ ਸਹਿਮਤ ਹਾਂ। ਮੈਨੂੰ ਇੱਕ ਹੋਰ, ਮੈਂ ਇੱਥੇ ਕਾਂਗਰਸ, ਦੇਖੋ ਕਾਂਗਰਸ ਪਾਰਟੀ ਵਾਲੇ ਕੀ ਕਰਦੇ ਕੀ ਨਹੀਂ ਕਰਦੇ ਉਹਨਾਂ ਦਾ ਅੰਦਰੂਨੀ ਮਸਲਾ, ਪਰ ਇਹ ਗੱਲ ਸਾਨੂੰ ਚੰਗੇ ਤਰੀਕੇ ਸਮਝਣੀ ਪਊ। ਜਾਣੀ ਜੇ ਉਹ ਕਹਿੰਦੇ ਨਾ ਕਿ ਭਾਈ ਪਾਰਟੀ ਚੋਂ ਕੱਢ ਦਿਓ, ਅਸਤੀਫਾ ਦੇ ਜਾਓ, ਜਦੋਂ ਇੱਧਰ ਮੀਟਿੰਗ ਹੋ ਰਹੀ ਸੀ ਉਧਰਲੇ ਪਾਸੇ ਇੱਕ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਨੇ, ਗਜਿੰਦਰ ਸਿੰਘ ਸ਼ੇਖਾਵਤ ਹੈ ਨਾ ਉਹਨਾਂ ਦਾ, ਜਦੋਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦਾ ਅਮਲ ਚੱਲਦਾ ਸੀ ਤਾਂ ਭਾਰਤੀ ਜਨਤਾ ਪਾਰਟੀ ਨੇ ਪੰਜਾਬ 'ਚ ਉਹਨਾਂ ਨੂੰ ਵੱਡੀ ਡਿਊਟੀ ਦਿੱਤੀ ਸੀ, ਡਿਊਟੀ। ਉਹ ਗਜਿੰਦਰ ਸਿੰਘ ਸ਼ੇਖਾਵਤ ਸਾਹਿਬ ਦਾ ਉਸ ਵੇਲੇ ਇੱਕ ਬਿਆਨ ਆਇਆ। ਸ਼ੇਖਾਵਤ ਸਾਹਿਬ ਕਹਿੰਦੇ ਜੀ ਗੱਲ ਇੱਦਾਂ ਹੈ, ਜਿਹੜੇ ਲੀਡਰ ਵੱਖ-ਵੱਖ ਪਾਰਟੀਆਂ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਰਹੇ ਆ, ਤੁਸੀਂ ਬਿਆਨ ਦੀ ਡੂੰਘਾਈ ਦੇਖਿਓ। ਕਹਿੰਦੇ ਜੀ 2024 ਦੇ ਵਿੱਚ ਅਸੀਂ ਉਹਨਾਂ ਨੂੰ ਮੌਕਾ ਦੇਵਾਂਗੇ। ਹੁਣ
ਇੱਕ ਪਾਸੇ ਤਾਂ ਉਹ ਧਿਰ ਆ ਜਿਹੜੀ ਕਹਿੰਦੀ ਜੀ ਕੱਢ ਦਿਓ ਜਾਂ ਆਹ ਹੋ ਗਿਆ ਜਾਂ ਆਪਸ ਦੇ ਵਿੱਚ ਲੜੀ ਜਾਂਦੀ ਹੈ। ਦੂਸਰੇ ਪਾਸੇ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਤੇ ਪੰਜਾਬ ਦੇ ਵਿੱਚ ਇੰਚਾਰਜ ਦੀ ਭੂਮਿਕਾ ਨਿਭਾਉਣ ਵਾਲੇ ਗਜੇਂਦਰ ਸਿੰਘ ਸ਼ੇਖਾਵਤ ਜੀ ਇਹ ਕਹਿੰਦੇ ਆ ਕਿ ਭਾਈ ਦੂਜੀਆਂ ਪਾਰਟੀਆਂ 'ਚ ਆਉਣ ਵਾਲਿਆਂ ਨੂੰ ਅਸੀਂ 2024 'ਚ ਐਡਜਸਟ ਕਰਾਂਗੇ। 13 ਸੀਟਾਂ ਨੇ, 3 ਲੜਦੀ ਸੀ ਬੀਜੇਪੀ, 10 ਸੀਟਾਂ ਖਾਲੀ ਨੇ, 7-8 ਵੱਡੇ ਲੀਡਰ ਪਹਿਲਾਂ ਚਲੇ ਗਏ ਆ, ਕੁਝ ਹੋਰ ਕਹਿੰਦੇ ਆ ਤਿਆਰ ਬੈਠੇ ਆ। ਠੀਕ ਆ ਭਾਈ, ਕੱਢ ਦਿਓ, ਕੁਝ ਹੋਰ ਕਰ ਲਓ। ਅਗਲੇ ਐਂ ਕਰੀ ਬੈਠੇ ਆ, ਤੁਸੀਂ ਐਂ ਕਰੀ ਬੈਠੇ ਹੋ। ਇਹ ਉਸੇ ਉਦਾਹਰਨ ਨੂੰ ਮੈਂ ਅੱਗੇ ਜੋੜ ਦਿੰਦਾ ਫਿਰ ਵੀ ਜੇ ਇੱਧਰੋਂ ਸਵਾਰੀ ਮੰਨ ਲਓ ਵੀ ਉਹ ਲਾਉਣ ਉਤਰ ਜਾ ਕਰੀ ਜਾਂਦੇ ਆ ਤੇ ਲਾਗਲੀ ਬੱਸ ਵਾਲਾ ਕੰਡਕਟਰ ਆਵਾਜ਼ ਮਾਰਾ ਆਖੀ ਜਾਂਦਾ ਵੀ ਆ ਜਾ ਮਾਤਾ ਤੈਨੂੰ ਸੀਟ ਵੀ ਦਿੰਨੇ ਆ ਇੱਥੇ ਤੇ ਤੂੰ ਐਵੇਂ ਖੜ ਕੇ ਜਾਣਾ ਸੀਗਾ। ਸੋ ਇੱਥੋਂ ਜ਼ਰੂਰ ਅੰਦਾਜ਼ਾ ਲਾਇਆ ਜਾਵੇ ਵੀ ਭਾਈ ਸਾਹਿਬ ਜਿਨ੍ਹਾਂ ਨੇ ਨਵੀਂ ਨਕੋਰ ਬੱਸ ਪਾਈ ਆ, ਸੀਟਾਂ ਉਹਨਾਂ ਕੋਲੇ ਬਥੇਰੀਆਂ ਨੇ, ਹੈ ਵੀ ਖਾਲੀ ਨੇ, ਉਹਨਾਂ ਨੂੰ ਤੇ ਬੰਦੇ ਚਾਹੀਦੇ ਅਗਲੇ ਤੇ ਉੱਥੇ ਬਿਠਾਉਣਗੇ ਹੀ। ਦੂਜੀ ਗੱਲ ਇਹ ਵੀ ਗਜੇਂਦਰ ਸ਼ੇਖਾਵਤ ਹੋਰਾਂ ਦੀ ਤੁਸੀਂ ਗੱਲ ਤੋਰੀ ਤੇ ਕੱਲ ਆਪਾਂ ਅੰਦਾਜ਼ਾ ਜਿਹਾ ਲਾਉਂਦੇ ਸੀ ਵੀ ਸ਼ਾਇਦ ਹੁਣ ਮੋਦੀ ਸਾਹਿਬ ਨੇ ਇੱਕ ਵਾਰ ਫਿਰ ਆਉਣਾ ਤੇ ਕੋਈ ਪੰਜਾਬ ਵਾਲੀ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਆ ਉਹਦੇ ਵਿੱਚ ਕੋਈ ਫੇਰ ਬਦਲ ਕਰ ਲੈਣ। ਹੁਣ ਤੱਕ ਤੇ ਸ਼ੇਖਾਵਤ ਸਾਹਿਬ ਨੇ ਇਹਦੇ ਤੇ ਰੋਕ ਲਾਤੀ। ਉਹ ਕਹਿੰਦੇ ਵੀ ਨਹੀਂ ਜੀ ਲੀਡਰਸ਼ਿਪ ਤੇ ਤਬਦੀਲੀ ਕੋਈ ਨਹੀਂ ਕਰਨੀ, ਬੰਦੇ ਜਿੱਥੇ ਹੈਗੇ ਆ ਜਿਵੇਂ ਹੈਗੇ ਸਾਰੇ ਹੀ ਸਾਡੇ ਆਪਣੇ ਆ। ਫਿਲਹਾਲ 2024 ਦੀ ਤਿਆਰੀ ਅਸੀਂ ਕਰ ਰਹੇ ਹਾਂ। ਹਾਂ, ਆਹ ਜਿਹੜੀ ਗੱਲ ਉਹਨਾਂ ਨੇ ਵਿੱਚ ਜੋੜ ਕੇ ਆਖ ਦਿੱਤੀ ਵੀ ਹਾਂ ਜੀ ਨਵੇਂ ਬੰਦਿਆਂ ਦਾ ਸਵਾਗਤ ਹੈ, ਉਹਨਾਂ ਨੂੰ ਅਸੀਂ ਮੌਕਾ ਵੀ ਦੇਣਾ, ਨਾਲ ਕਹਿੰਦੇ ਵੀ ਅਨੁਸ਼ਾਸਨ ਜਿਹੜਾ ਉਹ ਵੀ ਪੂਰਾ ਫਿੱਟ ਕਰਨਾ। ਤੇ ਇੱਕ ਗੱਲ ਕਹਿੰਦੇ ਵੀ ਹੁਣ ਪੱਥਰ ਤੇ ਲੀਕ ਆ ਵੀ 2024 ਦੇ ਵਿੱਚ ਹੁਣ ਜਾਂ ਫਿਰ ਜਿੱਤ ਜੇ ਕਿਸੇ ਪਾਰਟੀ ਦੀ ਹੋਣੀ ਆ ਤੇ ਉਹ ਪੰਜਾਬ ਦੇ ਵਿੱਚੋਂ ਬੀਜੇਪੀ ਦੀ ਹੋਊਗੀ। ਇਹ ਸ਼ੇਖਾਵਤ ਸਾਹਿਬ ਦਾ ਦਾਵਾ। ਇਹ ਗੱਲ ਸੰਧਾਵਲੀਆ ਸਾਹਿਬ ਬੜੀ ਧਿਆਨ ਦੇਣ ਵਾਲੀ। ਉਹ ਕਹਿੰਦੇ ਜੀ ਲੀਡਰਸ਼ਿਪ 'ਚ ਤਬਦੀਲੀ ਨਹੀਂ ਹੋਣੀ। ਬਿਲਕੁਲ ਠੀਕ ਹੈ। ਫਰਵਰੀ ਮਾਰਚ ਤੱਕ ਕਾਰਜਕਾਲ ਹੈ ਅਸ਼ਵਨੀ ਸ਼ਰਮਾ ਸਾਹਿਬ ਦਾ। ਸਾਡੇ ਵੱਲੋਂ ਦੂਜੀ ਵਾਰੀ ਬਣਾ ਦੇਣ, ਸਾਡੇ ਵੱਲੋਂ 10 ਸਾਲ ਉਹਨਾਂ ਨੂੰ ਬਣਾ ਕੇ ਰੱਖਣ, ਕੋਈ ਗੱਲ ਨਹੀਂ। ਜਾਣੀ ਮਹੀਨੇ 6 ਹੀ ਰਹਿੰਦੇ ਆ। ਜੇ ਵਿਚਾਲਿਓਂ ਲੀਡਰਸ਼ਿਪ ਦੇ ਵਿੱਚ ਤਬਦੀਲੀ ਕੋਈ ਨਹੀਂ ਕਰਨੀ ਤਾਂ ਮਾਰਚ ਅਪ੍ਰੈਲ ਦੇ ਵਿੱਚ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ 'ਚ 3 ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਰੱਦੋ ਬਦਲ ਹੋਣੀ ਹੋਈ ਆ। 6 ਮਹੀਨੇ ਰੋਕ ਲੈਣਗੇ, ਸਿਆਲ ਸਰਗਰਮੀਆਂ ਕਰ ਲੈਣਗੇ, ਵਿਆਹ ਸ਼ਾਦੀ ਤੇ ਜਾ ਕੇ ਗੁਲਾਬ ਜਾਮਣ ਜਿਹੜੀਆਂ 2-2 ਖਾਣੀਆਂ ਉਹ ਖਾ ਲੈਣਗੇ। ਪਰ ਇੱਥੇ ਇੱਕ ਚੀਜ਼ ਦਾ ਆਪਾਂ ਖਿਆਲ ਰੱਖੀਏ, ਕਾਂਗਰਸ ਪਾਰਟੀ ਵਾਲੇ ਪਾਸੇ ਦੁਬਾਰਾ ਆਉਣੇ। ਰਾਜਾ ਵੜਿੰਗ ਸਾਹਿਬ ਯੰਗ ਨੇ, ਨੌਜਵਾਨ ਨੇ, એનર્ਜੀ ਤਾਕਤ ਬੜੀ ਆ ਉਹਨਾਂ ਦੇ ਵਿੱਚ, ਕਿਉਂਕਿ ਇੱਕ ਦਿਨ ਦੇ ਵਿੱਚ ਕਿੰਨੀ ਸਰਗਰਮੀ ਕਰ ਜਾਂਦੇ ਆ, ਵਰਕਰਾਂ ਨੂੰ ਵੀ ਮਿਲਦੇ ਆ, ਸੋਸ਼ਲ ਮੀਡੀਆ ਤੇ ਵੀ ਸਰਗਰਮ ਹੈ, ਵਧੀਆ। ਵਿਰੋਧੀ ਧਿਰ ਸਰਗਰਮ ਹੋਣੀ ਚਾਹੀਦੀ ਹੈ। ਪਰ ਇੱਥੇ ਇੱਕ ਗੱਲ ਧਿਆਨ ਰੱਖੀ, ਉਹਨਾਂ ਨੇ ਕਿਹਾ ਜੀ ਪੰਜਾਬ 'ਚੋਂ 10,000 ਵਰਕਰ ਦਿੱਲੀ ਜਾਊਗਾ ਮਹਿੰਗਾਈ ਦੇ ਖਿਲਾਫ। 4 ਸਤੰਬਰ ਨੂੰ ਹੱਲਾ ਬੋਲ ਹੈ, ਵਧੀਆ ਗੱਲ ਹੈ, ਜਾਣਾ ਚਾਹੀਦਾ। ਸਿਆਸੀ ਤੌਰ ਤੇ ਪ੍ਰੈਸ਼ਰ ਬਣਾਉਣਾ ਚਾਹੀਦਾ। ਭਾਈ ਮਹਿੰਗਾਈ ਨੇ ਤਾਂ ਆਮ ਲੋਕਾਂ ਦਾ ਲੱਕ ਤੋੜਿਆ ਪਿਆ। ਯੂਥ ਨੂੰ ਲੈ ਕੇ ਜਾਵਾਂਗੇ, ਲੈ ਜਾਓ। ਹੋ ਸਕਦਾ ਕਿ ਇਹਦੇ ਨਾਲ ਕਾਂਗਰਸ ਪਾਰਟੀ ਦੀ ਜਿਹੜੀ ਭੱਲ ਥੋੜੀ ਹਾਈ ਕਮਾਂਡ ਥੱਲੇ ਆ ਰਹੀ ਹੈ। ਕਦੇ ਕੋਈ ਛੱਡ ਕੇ ਚਲੇ ਗਿਆ, ਕਦੇ ਕੋਈ ਛੱਡ ਕੇ ਚਲੇ ਗਿਆ। ਜਾਂ 2024 'ਚ ਦੇਸ਼ ਦੀ ਸਥਿਤੀ ਕੀ ਹੋਊਗੀ, ਤੁਸੀਂ ਇੱਕ ਠੁੰਮਣਾ ਜਿਹਾ ਦੇਣ 'ਚ ਤਾਂ ਵੜਿੰਗ ਸਾਹਿਬ ਕਾਮਯਾਬ ਹੋ ਜਾਓਗੇ। ਪਰ ਜੇ ਇਹੀ 10,000 ਬੰਦਾ ਜਿਹੜਾ ਤੁਸੀਂ ਇੱਕ ਦਿਨ ਦਿੱਲੀ ਲੈ ਕੇ ਜਾਓਗੇ, ਦੂਜੇ ਦਿਨ ਉੱਥੇ ਧਰਨਾ ਪ੍ਰਦਰਸ਼ਨ ਹੋਊਗਾ, ਤੀਜੇ ਦਿਨ ਵਾਪਸ ਲੈ ਕੇ ਆਓਗੇ, ਇਹ 10,000 ਬੰਦੇ ਠੋਕ ਵਜਾ ਕੇ ਜੇ ਤੁਸੀਂ ਤਿਆਰ ਕਰਕੇ ਪੰਜਾਬ ਦੇ ਮੁੱਦਿਆਂ ਤੇ ਸਰਗਰਮੀ ਕਰੋ ਨਾ, ਮੈਨੂੰ ਨਹੀਂ ਪਤਾ ਕਿ ਹਾਈ ਕਮਾਂਡ ਦੇ ਕਹਿਣ ਦੇ ਉੱਤੇ ਉੱਥੇ ਜਾਣ ਦੇ ਨਾਲ ਤੁਹਾਡੀ ਪ੍ਰਧਾਨਗੀ ਕਿੰਨੀ ਦੇਰ ਰਹੂਗੀ। ਹਾਂ, ਪਰ ਜੇ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਕੰਮ ਕਰ ਗਏ, ਜੇ ਤੁਸੀਂ ਸਰਕਾਰ ਦੇ ਉੱਤੇ ਚੰਗੇ ਤਰੀਕੇ ਚੈੱਕ ਰੱਖ ਗਏ, ਜੇ ਤੁਸੀਂ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਗੱਲ ਦਾ ਜਿਹੜਾ ਥੋੜਾ ਜਿਹਾ ਵੀ ਸਬੂਤ ਦੇ ਗਏ ਨਾ ਕਿ ਨਹੀਂ ਭਾਈ ਬੰਦੇ ਲੋਕਾਂ ਦੇ ਮੁੱਦਿਆਂ ਦੇ ਉੱਤੇ ਖੜਦੇ ਆ, ਆਹ ਗੱਲ ਠੀਕ ਹੈ, ਤੁਹਾਨੂੰ ਹਾਈ ਕਮਾਂਡ ਵੀ ਨਹੀਂ ਲਾਹੂ, ਤੁਹਾਡੀ ਪ੍ਰਧਾਨਗੀ ਪੱਕੀ ਹੋ ਜੂ। ਤੇ ਸਭ ਤੋਂ ਵੱਡੀ ਗੱਲ, ਤੁਹਾਡੀਆਂ ਵੋਟਾਂ ਪੱਕੀਆਂ ਹੋ ਜਾਣਗੀਆਂ। ਆ ਲੰਪੀ ਸਕਿਨ ਵਾਲਾ ਮਸਲਾ ਚੱਲਿਆ ਸੀ, ਲੱਖਾਂ ਪਸ਼ੂ ਪ੍ਰਭਾਵਿਤ ਹੋਏ ਨੇ, ਦੁੱਧ ਉਤਪਾਦਕਾਂ ਦੀ ਸਮੱਸਿਆ, ਖੇਤੀਬਾੜੀ ਵਾਲਿਆਂ ਦੀ ਸਮੱਸਿਆ, ਬੇਰੁਜ਼ਗਾਰਾਂ ਦੀ ਸਮੱਸਿਆ, ਕਿਹੜੀ ਸਮੱਸਿਆ ਹੈ ਨਹੀਂ ਗੀ। ਜੇ ਕਿਤੇ ਆਹੀ ਜਿਹੜਾ ਹੱਲਾ ਬੋਲ ਮੁਹਿੰਮ ਤੁਸੀਂ ਕਿਤੇ ਪੰਜਾਬ ਦੇ ਵਿੱਚ ਚਲਾ ਦਿਓ, ਆਪਣੇ ਬੰਦਿਆਂ ਲਈ ਨਹੀਂ, ਆਪਣੇ ਲੀਡਰਾਂ ਲਈ ਵੀ ਨਹੀਂ, ਕਾਂਗਰਸ ਦੇ ਵਰਕਰਾਂ ਲਈ ਵੀ ਨਹੀਂ, ਪੰਜਾਬ ਦੇ ਮੁੱਦਿਆਂ ਤੇ, ਤਾਂ ਫਿਰ ਹੋ ਸਕਦਾ ਫਾਇਦਾ ਹੋ ਜਾਏ। ਹਾਂ, ਦਿੱਲੀ ਨੂੰ ਜਾਣਾ, ਜਾਓ, ਤੁਹਾਡੇ ਪੋਸਟਰ ਲੱਗਣਗੇ, ਉਹ ਕਹਿਣਗੇ ਜੀ ਅਸੀਂ ਰਾਜਾ ਵੜਿੰਗ ਸਾਹਿਬ ਨਾਲ ਆਏ ਹਾਂ, ਅਸੀਂ ਪ੍ਰਤਾਪ ਸਿੰਘ ਬਾਜਵਾ ਨਾਲ ਆਏ ਹਾਂ। ਠੀਕ ਹੈ, ਬੜੀ ਵਾਰੀ ਅਸੀਂ ਕੰਧਾਂ ਤੇ ਲਿਖਿਆ ਪੜ੍ਹਿਆ ਕਿ ਭਾਈ ਚਲੋ ਦਿੱਲੀ ਚਲੇ। ਵੇਖੋ ਗੱਲ ਆ WhatsApp ਵੀ ਦਿੱਲੀ ਜਾਣ ਦਾ ਫਾਇਦਾ ਤੇ ਆ ਹੁੰਦਾ, ਜੇ ਤੁਹਾਨੂੰ ਵਹਿਮ ਆ ਤੇ ਅੱਜ ਦੀਆਂ ਅਖਬਾਰਾਂ 'ਚ, ਮੀਡੀਆ 'ਚ ਹਰ ਥਾਂ ਦੇ ਉੱਪਰ ਫੋਟੋ ਛਪੀ ਆ, ਵਿਚਾਲੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆ, ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਆ, ਨਾਲ ਉਹਨਾਂ ਦੇ ਸਪੁੱਤਰ ਰਣਿੰਦਰ ਸਿੰਘ ਆ, ਤੇ ਉਹਨਾਂ ਨੇ ਮੁਲਾਕਾਤ ਕੀਤੀ ਮੋਦੀ ਸਾਹਿਬ ਨਾਲ। ਹੁਣ ਜੇ ਦਿੱਲੀ ਜਾਣ ਦਾ ਫਾਇਦਾ ਨਾ ਹੁੰਦਾ ਹੋਵੇ ਤੇ ਅਗਲੇ ਉੱਥੇ ਗਏ ਕਿਉਂ? ਮੇਰਾ ਖਿਆਲ ਹੈ ਜੇ ਆਪਾਂ ਕੱਲ੍ਹ ਕਿ ਪਰਸੋਂ ਗੱਲ ਕਰਦੇ ਸੀ ਵੀ ਮੋਦੀ ਸਾਹਿਬ ਪੰਜਾਬ ਆਏ, ਜਦੋਂ ਉੱਥੇ ਉਹਨਾਂ ਨੇ ਹਸਪੀਟਲ ਦਾ ਉਦਘਾਟਨ ਕਰਨਾ ਸੀ, ਤੇ ਨਾ ਕੈਪਟਨ ਸਾਹਿਬ ਉੱਥੇ, ਨਾ ਢੀਂਡਸਾ ਸਾਹਿਬ ਉੱਥੇ, ਤੇ ਨਾ ਹੀ ਉਹਨਾਂ ਦੇ ਜਿਹੜੇ ਸਾਥੀ ਕਾਂਗਰਸ ਤੋਂ ਛੱਡ ਕੇ ਬੀਜੇਪੀ 'ਚ ਗਏ ਸੀ ਤੱਤੇ ਅਜੇ, ਉਹਨਾਂ ਨੇ ਕੋਈ ਜ਼ਿਕਰ ਕੀਤਾ ਵੀ ਯਾਰ ਇਦਾਂ ਕਿਉਂ, ਵੀ ਕੈਪਟਨ ਸਾਹਿਬ ਨੂੰ ਪਿੱਛੇ ਜੇ ਕਿਉਂ ਸੁੱਟਤਾ।
ਉਦੋਂ ਤੁਸੀਂ ਆਨੇ ਹਾਂ ਵੀ ਯਾਰ ਤੁਹਾਡੀ ਆ ਗੱਲ ਕਿਤੇ ਨਾ ਕਿਤੇ ਪਹੁੰਚ ਜਾਣੀ, ਮੈਨੂੰ ਲੱਗਦਾ ਖਨੀ ਉਹੀ ਕਿਸੇ ਨਾ ਕਿਸੇ ਨੇ ਕੰਨਵਾਜ ਪਾਤੀ ਹੋਣੀ ਵੀ ਯਾਰ ਉਹ ਚਰਚਾ ਚੱਲ ਪਈ, ਇੱਦਾਂ ਗੱਡੀ ਬਣਨੀ ਨਹੀਂ ਆਪਣੀ ਤੇ ਆਪਾਂ ਜਾ ਕੇ ਮਿਲ ਕੇ ਆਈਏ। ਹੁਣ ਕੈਪਟਨ ਸਾਹਿਬ ਉੱਥੇ ਗਏ ਆ ਤੇ ਕਹਿੰਦੇ ਪੰਜਾਬ ਦੇ ਮੁੱਦਿਆਂ ਤੇ ਚਰਚਾ ਕੀਤੀ ਉਹਨਾਂ ਨੇ। ਹੁਣ ਲੋਕ ਥੱਲੇ ਉਹ ਫੋਟੋ ਦੇ ਥੱਲੇ ਕਮੈਂਟ ਇਹ ਕਰੀ ਜਾਂਦੇ, ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ, ਉਹ ਕਹਿੰਦੇ ਮਹਾਰਾਜ ਜਿੱਦਣ ਤੁਸੀਂ ਮੁੱਖ ਮੰਤਰੀ ਸੀ, ਜੇ ਕਿਤੇ ਪੰਜਾਬ ਦੇ ਮੁੱਦਿਆਂ ਤੇ 2-3 ਨਾਲ ਜਾ ਕੇ ਉਦੋਂ ਮੁਲਾਕਾਤ ਕੀਤੀ ਹੁੰਦੀ ਤੇ ਸ਼ਾਇਦ ਕੋਈ ਭਲਾ ਹੋ ਜਾਂਦਾ। ਹੁਣ ਤੇ ਪੰਜਾਬ ਦੇ ਮੁੱਦਿਆਂ ਤੇ ਭਲਾ ਹੋਣਾ ਕਿ ਨਹੀਂ ਹੋਣਾ ਇਹ ਪਤਾ ਨਹੀਂ, ਤੁਹਾਡਾ ਕੋਈ ਨਾ ਕੋਈ ਕੰਮ ਸੈੱਟ ਹੋ ਜਾਊਗਾ। ਦੇਖੋ ਇਸ ਗੱਲ ਨਾਲ ਮੈਂ ਬਹੁਤਾ ਸਹਿਮਤ ਨਹੀਂ ਹੈਗਾ ਸੰਧਾਵਾਲੀਆ ਸਾਹਿਬ ਕਿ ਕਿਸੇ ਨੇ ਕੰਨ ਆਵਾਜ਼ ਪਾਤੀ ਹੋਣੀ ਹੈ। ਮੈਨੂੰ ਨਹੀਂ ਲੱਗਦਾ ਉਹਨਾਂ ਨੇ ਆਪਣਾ ਪ੍ਰੋਗਰਾਮ ਸੁਣਿਆ। ਹਾਂ ਮੈਨੂੰ ਇੰਨਾ ਲੱਗਦਾ ਤੁਸੀਂ ਜ਼ਰੂਰ ਟੈਲੀਫੋਨ ਕਰਤਾ ਹੋਣਾ ਕਿ ਭਾਈ ਸਾਨੂੰ ਐਂ ਲੱਗਦਾ ਹੀ। ਨਹੀਂ ਮੈਂ ਤਾਂ ਦੋਵੇਂ ਬੰਨੇ ਕੀਤਾ ਨਾ, ਇੱਧਰ ਵੀ ਕਰ ਲਿਆ ਪਰ ਮੋਦੀ ਸਾਹਿਬ ਨੂੰ ਕਰ ਲਿਆ ਵੀ ਦਿਓ ਟਾਈਮ ਮਾਰੇ ਜਿੱਦਾਂ ਨਾ ਕਰੋ। ਆਹ ਫਿਰ ਜੇ ਕਰਨੀ ਹੁਣ ਸੁੱਟਣੀ ਆ ਤੇ ਵੱਡੀ ਸੁੱਟੀ ਹੈ, ਵੱਡੀ ਸੁੱਟੋ। ਠੀਕ ਹੈ ਜੀ। ਹੁਣ ਦੇਖੋ ਇੱਕ ਗੱਲ ਤਾਂ ਹੈਗੀ ਆ, ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਥੋੜ੍ਹੇ ਜਿਹਾ ਕਸੂਤੀ ਸਥਿਤੀ 'ਚ ਨੇ। ਪੁਰਾਣੀ ਪਾਰਟੀ 'ਚੋਂ ਚਲੇ ਗਏ, ਨਵੀਂ ਪਾਰਟੀ ਬਣਾਈ, ਸੀਟ ਕੋਈ ਨਾ ਜਿੱਤ ਹੋਈ, 20% ਬੰਦੇ ਬੀਜੇਪੀ ਦੀਆਂ ਟਿਕਟਾਂ ਤੇ ਚੋਣ ਲੜੇ, ਉਹਦੇ ਤੋਂ ਬਾਅਦ ਬਹੁਤਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ, ਆਪਣੀ ਸੀਟ ਵੀ ਹਾਰ ਗਏ। ਫਿਰ ਉਹਦੇ ਤੋਂ ਬਾਅਦ ਲੋਕ ਸਭਾ ਦੀ ਜਿਹੜੀ ਜ਼ਿਮਨੀ ਚੋਣ ਸੰਗਰੂਰ ਵਾਲੀ ਹੋਈ ਹੈ ਉਹਦੇ ਵਿੱਚ ਗੈਰ ਸਰਗਰਮ ਰਹੇ। ਪ੍ਰਧਾਨ ਮੰਤਰੀ ਸਾਹਿਬ ਆਏ, ਉੱਥੇ ਗਏ ਨਾ ਜਾਂ ਅਗਲਿਆਂ ਸੱਦੇ ਨਾ। ਤੇ ਜਿਹੜੀ ਇੱਕ ਸਭ ਤੋਂ ਅਹਿਮ ਗੱਲ ਇਹਦੇ ਵਿੱਚ ਦੇਖਣ ਵਾਲੀ ਆ ਉਹ ਹੈਗੀ ਯੁਵਰਾਜ ਰਾਣਿੰਦਰ ਸਿੰਘ ਹੋਰਾਂ ਦਾ ਪ੍ਰਧਾਨ ਮੰਤਰੀ ਸਾਹਿਬ ਨਾਲ ਮੁਲਾਕਾਤ ਕਰਨ ਲਈ ਕੈਪਟਨ ਸਾਹਿਬ ਦੇ ਨਾਲ ਜਾਣਾ। 2 ਚੋਣਾਂ ਲੜੀਆਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬੇਟੇ ਰਾਣਿੰਦਰ ਸਿੰਘ ਨੇ, ਉਹ ਦੋਨੋਂ ਇਲੈਕਸ਼ਨ ਹਾਰ ਗਏ। ਹੁਣ ਜਦੋਂ 2 ਚੋਣਾਂ ਲੜੀਆਂ, ਪਿਤਾ ਜੀ 2 ਵਾਰ ਦੇ ਮੁੱਖ ਮੰਤਰੀ ਹੋਣ, MP ਰਹੇ ਹੋਣ, ਵੱਡੇ ਅਹੁਦਿਆਂ ਤੇ ਰਹੇ ਹੋਣ, ਤੇ ਮੁੰਡਾ 2 ਇਲੈਕਸ਼ਨ ਹਾਰ ਜਾਏ, ਤੀਜੀ ਇਲੈਕਸ਼ਨ ਅਜੇ ਲੜੀ ਕੋਈ ਨਹੀਂ। ਇੱਕ ਤਾਂ ਉਸ ਗੱਲ ਦਾ ਵੀ ਕਿਤੇ ਨਾ ਕਿਤੇ ਪ੍ਰੈਸ਼ਰ ਹੋਊਗਾ ਨਾ ਕਿ ਭਾਈ ਅਗਲੀ ਪੀੜ੍ਹੀ ਰਾਜਨੀਤੀ ਦੇ ਵਿੱਚ ਸਰਗਰਮ ਤੇ ਜੇਤੂ ਰੂਪ ਦੇ ਵਿੱਚ ਸਰਗਰਮ ਕਿੱਦਾਂ ਕਰਨੀ ਹੈ। ਦੂਸਰਾ, ਪਾਰਟੀ ਦੀ ਕੋਈ ਸਰਗਰਮੀ ਨਹੀਂ। ਮੈਂ ਕਦੇ ਪਾਰਟੀ ਦੀ ਮੀਟਿੰਗ ਨਹੀਂ ਸੁਣੀ, ਪਾਰਟੀ ਦਾ ਕੋਈ ਇਕੱਠ ਨਹੀਂ ਸੁਣਿਆ, ਪਾਰਟੀ ਦਾ ਕਦੇ ਕੋਈ ਪ੍ਰੋਗਰਾਮ ਨਹੀਂ ਸੁਣਿਆ, ਤੇ ਪਾਰਟੀ ਦੇ ਕੋਲ ਨਾ ਲੋਕ ਸਭਾ 'ਚ ਕੋਈ ਹੈ, ਨਾ ਰਾਜ ਸਭਾ 'ਚ ਕੋਈ ਹੈ, ਨਾ ਵਿਧਾਨ ਸਭਾ ਦੇ ਵਿੱਚ ਕੋਈ ਹੈ। ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਕਿਉਂਕਿ ਬੀਜੇਪੀ ਨੇ ਕਹਿ ਦਿੱਤਾ ਕਿ ਅਸੀਂ 13 ਦੀਆਂ 13 ਲੋਕ ਸਭਾ ਸੀਟਾਂ ਕਮਲ ਦੇ ਫੁੱਲ ਚੋਣ ਨਿਸ਼ਾਨ ਤੇ ਲੜਨੀਆਂ ਜਿਹੜੀਆਂ 2024 'ਚ ਹੈ, ਤੇ ਬੰਦੇ ਅਸੀਂ ਸਾਲ ਪਹਿਲਾਂ ਅਪਾਇੰਟ ਕਰ ਦੇਣੇ ਕਿ ਭਾਈ ਇਸ ਲੋਕ ਸਭਾ ਹਲਕੇ ਤੋਂ ਆਹ ਬੰਦਾ ਸਾਡਾ ਚੋਣ ਲੜੂਗਾ। ਤੇ ਮੰਨਿਆ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਭਾਵੇਂ ਆਖਿਆ ਇਕੱਲਾ ਇਹ ਹੈ ਕਿ ਅਸੀਂ ਪੰਜਾਬ ਦੇ ਮਸਲਿਆਂ ਤੇ ਚਰਚਾ ਕੀਤੀ, ਸੂਬਾ ਤੇ ਦੇਸ਼ ਦੋਨਾਂ ਦੀ ਸੁਰੱਖਿਆ ਦੀ ਗੱਲ ਕੀਤੀ, ਪਰ ਇਹ ਵੀ ਮੰਨਿਆ ਜਾ ਰਿਹਾ ਕਿ ਕਿਤੇ ਨਾ ਕਿਤੇ ਪੰਜਾਬ ਲੋਕ ਕਾਂਗਰਸ ਜਿਹੜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਨਵੀਂ ਬਣਾਈ ਪਾਰਟੀ ਹੈ, ਉਹਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਮਰਜ ਕਰਨ ਬਾਰੇ, ਉਹਦੀਆਂ ਸ਼ਰਤਾਂ ਦੇ ਬਾਰੇ ਕਿ ਇਹਨੂੰ ਕਿੱਥੇ ਐਡਜਸਟ ਕਰਨਾ ਹੈ, ਉਹਦੇ ਬਾਰੇ ਵੀ ਚਰਚਾ ਜਿਹੜੀ ਉਹ ਵੱਡੀ ਪੱਧਰ ਤੇ ਹੋਈ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਕਹਾਣੀ ਉਧਰਲੇ ਪਾਸੇ ਨੂੰ ਤੁਰ ਪਏ। ਪਰ ਸੰਧਾਲੀਆ ਸਾਹਿਬ ਫਿਰ ਮੈਂ ਉੱਥੇ ਆਉਣਾ, 4 ਕੇਂਦਰ ਸਰਕਾਰ ਦੇ ਮੰਤਰੀ ਪੰਜਾਬ 'ਚ ਸਰਗਰਮ ਨੇ। ਪ੍ਰਧਾਨ ਮੰਤਰੀ ਸਾਹਿਬ ਪਿਛਲੇ ਦਿਨੀ ਪੰਜਾਬ 'ਚ ਆਉਂਦੇ ਆ, ਅੱਧਾ ਘੰਟਾ ਬੀਜੇਪੀ ਦੀ ਪੰਜਾਬ ਇਕਾਈ ਦੀ ਲੀਡਰਸ਼ਿਪ ਨਾਲ ਗੱਲਬਾਤ ਕਰਦੇ ਵੱਖਰੀ। ਫਿਰ ਇਧਰਲੇ ਪਾਸਿਓਂ ਚਾਹੇ ਕੋਈ ਵੀ ਬੰਦਾ, ਅਰਵਿੰਦ ਖੰਨਾ ਹੋਰੀ ਦਿੱਲੀ ਜਾਣ, ਕਿਸੇ ਨਾ ਕਿਸੇ ਮੰਤਰੀ ਨੂੰ ਮਿਲਦੇ ਆ। ਇਧਰਲੇ ਪਾਸਿਓਂ ਜੇ ਆਪਾਂ ਦੇਖੀਏ ਅਸ਼ਵਨੀ ਸ਼ਰਮਾ ਸਾਹਿਬ ਦਿੱਲੀ ਜਾਣ, ਕਿਸੇ ਨਾ ਕਿਸੇ ਮੰਤਰੀ ਨੂੰ ਮਿਲਦੇ ਆ। ਹਰਜੀਤ ਸਿੰਘ ਗਰੇਵਾਲ ਜਾਣ, ਉਹ ਕਿਸੇ ਮੰਤਰੀ ਨੂੰ ਮਿਲਦੇ ਆ। ਮਨਜਿੰਦਰ ਸਿੰਘ ਸਿਰਸਾ ਸਾਹਿਬ ਕਿਸੇ ਨਾ ਕਿਸੇ ਮੰਤਰੀ ਨੂੰ ਮਿਲਦੇ ਆ। ਤੇ ਹੁਣ ਜੇ ਕੈਪਟਨ ਅਮਰਿੰਦਰ ਸਿੰਘ ਸਿੱਧੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ ਆ, ਇਹਦਾ ਮਤਲਬ ਹੈ ਕਿ ਅਗਲੇ ਭਾਈ ਗੰਭੀਰਤਾ ਹੈਗੇ ਆ ਕਿ ਭਾਈ ਆਪਾਂ ਪੰਜਾਬ ਵਾਲਾ ਰਣ ਕਿਸੇ ਨਾ ਕਿਸੇ ਤਰੀਕੇ ਜਿੱਤਣਾ ਹੈ। ਨਹੀਂ ਰਣ ਤੇ ਉਹਨਾਂ ਨੇ ਜਿੱਤ ਹੀ ਲੈਣਾ। ਚਰਚਾ ਤੇ ਵੀ ਹੈ ਕਿ ਵੀ ਜਦੀ ਤੁਸੀਂ ਕਹੀ ਗੱਲ ਵੀ ਪਾਰਟੀ ਦਾ ਮਰਜਰ ਹੋ ਸਕਦਾ ਕਿ ਵੀ ਉਹ ਕਹਿਣ ਵੀ ਛੱਡੋ ਮਹਾਰਾਜ ਕਦ ਲਈ ਐਵੇਂ ਪਾਸੇ ਇੱਕ ਠੱਪਾ ਜਿਹਾ ਲਾ ਕੇ ਰੱਖਣਾ, ਨਾਲ ਦੇ ਬੰਦੇ ਸਾਰੇ ਆ ਹੀ ਗਏ ਸਿੱਧੇ ਬੀਜੇਪੀ 'ਚ, ਤੁਸੀਂ ਵੀ ਆ ਜਾਓ। ਦੂਜੀ ਚਰਚਾ ਇਹ ਵੀ ਆ ਵੀ ਸ਼ਾਇਦ ਇਹਦੇ ਵਿੱਚ ਸ਼ਰਤਾਂ 'ਚ ਇਹ ਅਜੇ ਹਵਾਵਾਂ 'ਚ ਨੇ, ਫਜ਼ਾਵਾਂ 'ਚ ਨੇ, ਇਹਦੀ ਕੋਈ ਪੁਸ਼ਟੀ ਨਹੀਂ ਹੈਗੀ। ਹਵਾਵਾਂ ਫਜ਼ਾਵਾਂ ਦੀ ਗੱਲ ਇਹ ਕਹਿੰਦੀ ਹੈ ਕਿਉਂਕਿ ਕੈਪਟਨ ਸਾਹਿਬ ਵੀ ਪਿਛਲੇ ਦਿਨੀ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਜਦ ਤੱਕ ਪੰਜਾਬ ਦੀਆਂ ਸਮੱਸਿਆਵਾਂ ਨਹੀਂ ਸੈੱਟ ਹੁੰਦੀਆਂ ਮੈਂ ਸਿਆਸਤ ਨੂੰ ਨਹੀਂ ਛੱਡਣਾ, ਯਾਨੀ ਕਿ ਸੰਨਿਆਸ ਨਹੀਂ ਲੈਣਾ। ਹੁਣ ਸਮੱਸਿਆਵਾਂ ਤਾਂ ਐਜ਼ ਇਟ ਇਜ਼ ਹੈਗੀਆਂ। ਹੁਣ ਜੇ ਪ੍ਰਨੀਤ ਕੌਰ ਹੋਰਾਂ ਨੇ ਵੀ ਮੰਨ ਲਓ ਕਾਂਗਰਸ ਪਾਰਟੀ ਵੱਲੋਂ ਹੁਣ ਹੈਗੇ ਨੇ ਗਾਂਹ ਕਲੀਅਰ ਹੀ ਹੈ ਵੀ ਉਹਨਾਂ ਨੂੰ ਟਿਕਟ ਨਹੀਂ ਮਿਲਣੀ, ਹੁਣ ਉਹਨਾਂ ਨੇ ਵੀ ਸਿਆਸਤ 'ਚ ਰਹਿਣਾ। ਪਟਿਆਲਾ ਕਹਿੰਦੇ ਵੀ ਸ਼ਹਿਰ ਇੱਕ ਹੈ, ਟਿਕਟ ਉੱਥੋਂ ਇੱਕ ਮਿਲ ਸਕਦੀ ਹੈ, ਜੀ ਅਜੇ 2 ਨੇ, ਤੇ ਨਾਲ ਜਿਹੜਾ ਤੁਸੀਂ ਤੀਸਰੇ ਕਾਕਾ ਰਣਿੰਦਰ ਹੋਰਾਂ ਦੀ ਗੱਲ ਕੀਤੀ ਵੀ ਉਹ ਵੀ ਗਏ ਸੀਗੇ, ਹੋ ਸਕਦਾ ਵੀ ਉਹ ਵੀ ਕੋਈ ਨਾ ਕੋਈ ਡਿਮਾਂਡ ਉੱਥੇ ਰੱਖਣ। ਅੰਦਾਜ਼ੇ ਇਹ ਆ ਵੀ ਸ਼ਾਇਦ ਬੀਜੇਪੀ ਜਿਹੜੀ ਆ ਉਹ ਜਿਹੜਾ ਪਿਛਲੇ ਦਿਨ ਹੀ ਚਰਚਾ ਚੱਲੀ ਸੀ ਕਿ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਰਾਜਪਾਲ ਦੀ ਕੁਰਸੀ ਜਿਹੜੀ ਉਹ ਕੈਪਟਨ ਸਾਹਿਬ ਨੂੰ ਦੇ ਕੇ ਤੇ ਜਿਹੜੀ ਟਿਕਟ ਹੈ ਪਟਿਆਲੇ ਵਾਲੀ ਉਹ ਪ੍ਰਨੀਤ ਕੌਰ ਵੱਲੋਂ ਦੇ ਸਕਦੇ। ਇਹ ਚਰਚਾ ਬਾਕੀ ਜਦੋਂ ਹੋਊਗੀ ਗੱਲ ਉਦੋਂ ਆਪਾਂ ਤੁਹਾਡੇ ਨਾਲ ਫੇਰ ਕਰ ਲਵਾਂਗੇ। ਕਿਉਂ ਜੀ? ਨਹੀਂ ਜ਼ਰੂਰੀ ਹੈ ਜੀ, ਆਪਾਂ ਦੇਖਦੇ ਹਾਂ ਕਿਉਂਕਿ ਸਿਆਸਤ ਆ, ਸਿਆਸਤ ਦੇ ਵਿੱਚ ਕੁਝ ਵੀ ਹੋ ਜਾਂਦਾ। ਹੁਣ
ਸੁਖਬੀਰ ਸਿੰਘ ਬਾਦਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕੋਟਕਪੁਰਾ ਗੋਲੀकांड ਵਾਲੇ ਮਸਲੇ ਦੇ ਵਿੱਚ 8 ਦਿਨ ਹੋ ਗਿਆ ਸੀ ਚਰਚਾ ਚੱਲਦੀ ਆ ਕਿ ਸਮਨ SIT ਯਾਨੀ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਭੇਜ ਦਿੱਤੇ ਜੀ, ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪੇਸ਼ ਹੋਣਾ ਪਊਗਾ। ਇੱਕ ਮੰਤਰੀ ਸਾਹਿਬ ਨੇ ਕਹਿ ਦਿੱਤਾ ਸੀ ਕਿ ਭਾਈ ਇਕੱਲੇ ਸਮਨਾਂ ਤੱਕ ਨਹੀਂ ਜਾਵਾਂਗੇ, ਧੁਰ ਤੱਕ ਜਾਵਾਂਗੇ, ਇਨਸਾਫ ਮਿਲੂਗਾ। ਪਹਿਲਿਆਂ ਨੇ ਨਹੀਂ ਦਿੱਤਾ ਇਨਸਾਫ। ਉਡੀਕਿਆ ਜਾ ਰਿਹਾ ਸੀ ਕਿ ਸਵਾਲ ਕਿਹੜੇ ਹੋਣਗੇ, ਜਵਾਬ ਕਿੱਦਾਂ ਦੇ ਹੋਣਗੇ, ਅੱਗੋਂ ਕੀ ਹੋਏਗਾ। ਪਰ ਸੁਖਬੀਰ ਸਿੰਘ ਬਾਦਲ ਸਾਹਿਬ ਗਏ ਨਹੀਂ, SIT ਦੇ ਸਾਹਮਣੇ ਪੇਸ਼ ਨਹੀਂ ਹੋਏ। ਉਹਨਾਂ ਨੇ 10:30 ਵਜੇ ਦਾ ਸਮਾਂ ਮਿੱਥਿਆ ਸੀ ਸਵੇਰ ਦਾ ਕਿ ਭਾਈ ਸੁਖਬੀਰ ਸਿੰਘ ਬਾਦਲ ਸਾਹਿਬ ਆਉਣਗੇ, ਸਵਾਲ ਜਵਾਬ ਕਰਾਂਗੇ। ਪੁੱਛ ਲਿਆ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ, ਕਹਿੰਦੇ ਦੱਸੋ ਜੀ। ਪੱਤਰਕਾਰਾਂ ਪੁੱਛਿਆ ਗਏ ਨਹੀਂ ਤੁਸੀਂ, ਤੁਹਾਨੂੰ SIT ਨੇ ਸੱਦਿਆ ਸੀ ਕੋਟਕਪੁਰਾ ਗੋਲੀकांड ਵਾਲੇ ਮਸਲੇ 'ਚ। ਪਹਿਲੀ ਗੱਲ ਉਹ ਕਹਿੰਦੇ ਜੀ ਆ ਥੋੜ੍ਹੇ ਘੰਟੇ ਪਹਿਲਾਂ ਤੱਕ ਮੈਨੂੰ ਕੋਈ ਸੰਮਨ ਨਹੀਂ ਮਿਲਿਆ, ਮੈਨੂੰ ਕਾਨੂੰਨੀ ਤੌਰ 'ਤੇ ਇਤਲਾਹ ਹੀ ਕੋਈ ਨਹੀਂ ਸੀ। ਮੈਂ ਤਾਂ ਤੁਹਾਡੀਆਂ ਖਬਰਾਂ ਦੇ ਵਿੱਚੋਂ ਪਤਾ ਲੱਗਾ ਸੀ ਮੈਨੂੰ ਕਿ ਭਾਈ ਮੈਨੂੰ ਸੱਦਿਆ ਹੋਇਆ 10:30 ਵਜੇ। ਤੇ ਜਦੋਂ ਐਨ ਮੌਕੇ ਦੇ ਉੱਤੇ ਆ ਕੇ ਕਹਿੰਦੇ ਉਹ ਸੰਮਨ ਮਿਲੇ ਆ, ਮੈਨੂੰ ਜਾਣਕਾਰੀ ਮਿਲੀ ਆ ਅਫੀਸ਼ਲੀ, ਤੇ ਮੈਂ ਫਿਰ ਉਹਨਾਂ ਨੂੰ ਆਖਿਆ ਕਿ ਭਾਈ ਮੇਰੀ ਤਾਂ ਜੀਰੇ ਦੀ ਅਦਾਲਤ ਦੇ ਵਿੱਚ ਤਰੀਕ ਹੈ, ਮੈਂ ਉੱਥੇ ਜਾਣਾ ਹੈ, ਤੁਸੀਂ ਸਮਾਂ ਕੋਈ ਹੋਰ ਰੱਖ ਲਓ, ਹੋਰ ਕੋਈ ਤਰੀਕ ਦੇ ਦਿਓ, ਮੈਂ ਆ ਜਾਊਂ। ਸਵਾਲ ਆਪਣੇ ਤਿਆਰ ਰੱਖਿਓ, ਮੈਂ ਜਵਾਬ ਦਊਂ। ਮੈਂ ਤਾਂ ਤਿਆਰ ਬੈਠਾ ਜਵਾਬ ਦੇਣ ਨੂੰ, ਤੁਸੀਂ ਲੇਟ ਹੀ ਬਹੁਤ ਕਰ ਦਿੱਤਾ, ਮੈਂ ਹੁਣ ਜੀਰੇ ਵਾਲੀ ਅਦਾਲਤ ਦੇ ਵਿੱਚ ਜਾਣਾ ਪੈਣਾ। ਸੋ ਸੁਖਬੀਰ ਸਿੰਘ ਬਾਦਲ ਸਾਹਿਬ ਕੋ ਕੇਸ ਹੋਊਗਾ, ਜ਼ੀਰੇ ਵਾਲੀ ਅਦਾਲਤ 'ਚ ਗਏ, ਉੱਥੇ ਜਾ ਕੇ ਪੇਸ਼ ਹੋਏ, ਤੇ ਨਾਲ ਹੀ ਉਧਰ SIT ਨੇ 14 ਸਤੰਬਰ ਤਰੀਕ ਨਿਰਧਾਰਿਤ ਕਰਤੀ ਕਿ ਠੀਕ ਹੈ ਬਾਦਲ ਸਾਹਿਬ ਤੁਸੀਂ ਨਹੀਂ ਆਏ, ਆਪਾਂ 14 ਸਤੰਬਰ ਰੱਖ ਦਿੰਦੇ ਹਾਂ, ਉਦਣ ਦਾ ਟਾਈਮ ਰੱਖਿਓ। ਨਾਲ ਦੀ ਨਾਲ ਹੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਕਹਿ ਦਿੱਤਾ, ਉਹ ਕਹਿੰਦੇ ਦੇਖੋ ਮੇਰੇ ਖਿਲਾਫ ਕਾਰਵਾਈ ਕੀ ਕਰਨੀ ਹੈ, ਆ ਜਿਹੜੇ ਬੰਦੇ ਝੂਠੇ ਕੇਸ ਬਣਾਉਂਦੇ ਫਿਰਦੇ ਆ ਨਾ, ਇਹ ਬਚਣ। ਆਖਿਰਕਾਰ ਤਾਂ ਉਹ ਕਹਿੰਦੇ ਝੂਠੇ ਕੇਸਾਂ ਦੇ ਮਾਮਲੇ ਦੇ ਵਿੱਚ ਵੀ ਤਾਂ ਸਜ਼ਾਵਾਂ ਦਾ ਪ੍ਰਬੰਧ ਹੈਗਾ ਨਾ। ਦੂਸਰਾ ਉਹਨਾਂ ਨੇ ਇਹ ਵੀ ਕਹਿ ਦਿੱਤਾ, ਉਹ ਕਹਿੰਦੇ ਜੀ ਦੇਖੋ ਗੋਲੀ ਚਲਾਉਣ ਦਾ ਹੁਕਮ ਕਿਹਨੇ ਦਿੱਤਾ, ਬਾਰ-ਬਾਰ ਪੁੱਛਿਆ ਜਾ ਰਿਹਾ। ਉਹ ਕਹਿੰਦੇ ਮੈਂ ਪਹਿਲਾਂ ਵੀ ਦੱਸ ਚੁੱਕਿਆ, SDM ਸਾਹਿਬ ਆਪ ਕਹਿੰਦੇ ਜੀ ਮੈਂ ਹੁਕਮ ਦਿੱਤਾ। ਇਹਦੇ ਬਾਵਜੂਦ ਵੀ ਇਹਦੇ ਵਿੱਚੋਂ ਕੀ ਕੱਢਣਾ ਚਾਹੁੰਦੇ, ਉਹ ਕਹਿੰਦੇ ਜੀ ਇਹ ਤਾਂ ਸਰਕਾਰ ਜਾਣਦੀ ਹੈ। ਹਾਲਾਂਕਿ SIT ਵਾਲੇ ਸਾਹਮਣੇ ਆਏ ਸੀ, ਉਹ ਸੰਧਾਵਾਲੀਆ ਸਾਹਿਬ ਸਾਫ਼ ਕਹਿੰਦੇ, ਉਹ ਕਹਿੰਦੇ ਜੀ ਅਸੀਂ 2 ਵਾਰੀ ਕੋਰੀਅਰ ਲੈ ਕੇ ਅਫਸਰ ਭੇਜਿਆ, ਕਿਸੇ ਨੇ ਸੰਮਨ ਨਹੀਂ ਲਏ। ਇੱਕ ਵਾਰੀ ਕਹਿਤਾ ਜੀ ਸੁਖਬੀਰ ਸਿੰਘ ਬਾਦਲ ਸਾਹਿਬ ਵਿਦੇਸ਼ ਗਏ ਆ, ਫਿਰ ਅਸੀਂ ਇਹਨਾਂ ਦੇ ਨੇੜਲੇ ਬੰਦੇ ਨੂੰ WhatsApp ਦੇ ਉੱਤੇ ਸੰਮਨ ਭੇਜਿਆ, ਉਹਨੇ ਰਿਸੀਵ ਵੀ ਕੀਤੇ, ਪਰ ਚਲੋ ਇਹਦੇ ਬਾਵਜੂਦ ਵੀ ਨਹੀਂ ਆਏ। ਕਹਿੰਦੇ 14 ਤਰੀਕ ਨੂੰ ਸੱਦ ਲੈਂਦੇ ਆ, ਕੰਮ ਥੋੜਾ ਜਿਹਾ ਅਗਲੇ ਪਾਸੇ ਨੂੰ ਪੈ ਗਿਆ। ਤੁਸੀਂ ਕੀ ਆਨੇ ਹੋ? ਇਹ ਗੱਲ ਠੀਕ ਆ। ਦੇਖੋ ਕਾਰਨ ਇਹ ਆ ਵੀ ਜਦੋਂ ਸੰਮਣ ਹੀ ਨਹੀਂ ਤਮੀਲ ਹੋਏ, ਮਤਲਬ ਪਹੁੰਚੇ ਨਹੀਂ ਉਹਨਾਂ ਤੱਕ, ਤੇ ਫਿਰ ਤੇ ਐਕਸਕਿਊਜ਼ ਉਹਨਾਂ ਕੋਲੇ ਬਣਦਾ ਨਾ ਵੀ ਯਾਰ ਜਦ ਤੱਕ, ਕਿਉਂਕਿ ਉਹਨਾਂ ਦਾ ਅਕਾਲੀ ਦਲ ਦਾ ਜਾਂ ਅਕਾਲੀ ਦਲ ਦੀ ਹੋਰ ਜਿਹੜੀ ਲੀਡਰਸ਼ਿਪ ਹੈ ਉਹਨਾਂ ਦਾ ਕਹਿਣਾ ਇਹ ਸੀ ਵੀ ਇਹ ਹਵਾ 'ਚ ਗੱਲ ਚੱਲਦੀ ਆ, ਸੰਮਣ ਅਜੇ ਤੱਕ ਸਾਡੇ ਤੱਕ ਪਹੁੰਚੇ ਨਹੀਂ। ਜਦੋਂ ਸੰਮਣ ਨਹੀਂ ਪਹੁੰਚੇ ਤੇ ਫਿਰ ਜਾਣਾ ਬਣਦਾ ਨਹੀਂ ਸੀਗਾ। ਪਰ ਹਾਂ ਜਿਹੜੀ ਗੱਲ ਸੁਖਬੀਰ ਸਿੰਘ ਬਾਦਲ ਸਾਹਿਬ ਪਹਿਲਾਂ ਕਹਿੰਦੇ ਆਉਂਦੇ ਸੀ, ਉਹੀ ਉਹਨਾਂ ਨੇ ਹੁਣ ਕਹੀ ਆ ਵੀ ਮਹਾਰਾਜ ਉਹ ਸਾਰਾ ਕੁਝ ਉੱਥੇ ਜਿਹੜਾ ਮੌਕੇ ਦੇ SDM ਸਾਹਿਬ ਸੀਗੇ ਉਹਨਾਂ ਦੇ ਹੁਕਮਾਂ ਨਾਲ ਸਾਰਾ ਕੁਝ ਹੋਇਆ, ਉਹਦੇ 'ਚ ਮੇਰੇ ਕੋਲੋਂ ਤੇ ਕਾਹਦੀ ਪੁੱਛ ਗਿੱਛ ਹੋਣੀ ਆ। ਪਰ ਇੱਕ ਚੀਜ਼ ਤਾਂ ਹੈਗੀ ਆ ਵੀ ਇਹ ਜਿਹੜੀ ਚੀਜ਼ ਉਦੋਂ ਹੋਈ ਉਹਦੇ ਵਿੱਚ 1 2 3 4 5 ਬੰਦੇ ਹੋ ਸਕਦਾ ਵੀ ਕਿਸੇ ਦਾ ਵੱਧ ਕਿਸੇ ਦਾ ਘੱਟ, ਜਾਂ ਤੇ ਭੁਲੇਖਾ ਹੋਵੇ ਜਾਂ ਦੋਸ਼ ਹੋਵੇ ਜਾਂ ਜਾਣਬੁੱਝ ਕੇ ਹੋਵੇ ਜਾਂ ਕਿਤੇ ਵੈਸੇ ਹੀ ਗੱਲ ਹੋ ਗਈ ਹੋਵੇ, ਕੁਛ ਨਾ ਕੁਛ ਤੇ ਉੱਤੇ ਥੱਲੇ ਹੇਠਾਂ ਉੱਤਾ ਹੋਇਆ ਜਿਹਦਾ ਕਰਕੇ ਉੱਥੇ ਗੋਲੀ ਚੱਲੀ, ਐਂਡ ਗੋਲੀ ਵੀ ਸਿੱਧੀ ਚੱਲੀ, ਐਂਡ ਉਹਨਾਂ ਸਿੱਧੀਆਂ ਗੋਲੀਆਂ ਦੇ ਵਿੱਚ 2 ਲੋਕਾਂ ਦੀ ਮੌਤ ਹੁੰਦੀ ਆ। ਹੁਣ ਗੱਲ ਇਹ ਆ ਵੀ ਉਹਦੇ ਵਿੱਚੋਂ SIT ਨੇ, ਕਿਉਂਕਿ ਜਦੋਂ ਪਹਿਲਾਂ ਫਰੋਲਿਆ ਸੀ ਸਾਰਾ ਕੁਝ, ਉਦੋਂ ਕਹਿੰਦੇ ਸੀ ਵੀ ਕੁਛ ਜਾਂਚ ਪੜਤਾਲ ਨੇਪੜੇ ਲੱਗੀ ਆ, ਉਹਦੇ ਵਿੱਚੋਂ ਕੁਛ ਬੰਦਿਆਂ ਨੇ ਉਦੋਂ ਕਈ ਤਰ੍ਹਾਂ ਦੀ ਸਟੇ ਲੈ ਲਏ, ਕੁਛ ਨੇ ਜਾਂਚ ਨੂੰ ਰੋਕ ਲਿਆ ਸੀ। ਜਿਹੜੇ ਪਿਛਲੇ ਆਪਣੇ ਛੱਡ ਕੇ ਗਏ ਸੀ ਵਕੀਲ ਸਾਹਿਬ ਸਿੱਧੂ ਸਾਹਿਬ, ਅਨਮੋਲ ਰਤਨ ਹੋਰੀ, ਉਦੋਂ ਕਹਿੰਦੇ ਸੀ ਉਹਨਾਂ ਨੇ ਕਾਫੀ ਸਾਰੇ ਜਿਹੜੇ ਕੇਸ ਕੂਸ ਸੀਗੇ ਉਹ ਸਿੱਧੇ ਕਰਾ ਕੇ ਤੇ SIT ਦਾ ਰਾਹ ਪੱਧਰਾ ਕਰ ਦਿੱਤਾ ਸੀ ਵੀ ਹੁਣ ਉਹ ਸਵਾਲ ਪੁੱਛ ਸਕਦੀ ਹੈ। ਹੋ ਸਕਦਾ ਵੀ ਉਹ ਜਿਹੜਾ ਰਾਹ ਪੱਧਰਾ ਹੋਇਆ ਹੋਵੇ ਉਸ ਤੋਂ ਬਾਅਦ SIT ਨੂੰ ਲੱਗਾ ਹੋਵੇ ਵੀ ਹਾਂਜੀ ਇੱਕ ਤਰ੍ਹਾਂ ਨਵੇਂ ਸਿਰੇ ਤੋਂ ਅਸੀਂ ਆਹ ਸਵਾਲ ਆਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਕਲੀਅਰ ਕਰਨਾ, ਇਸ ਕਰਕੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਸਾਦੇ ਹੋਣ। ਪਰ ਹਾਂ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਜਿਹੜਾ ਪੱਖ ਆ ਉਹ ਵੀ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਠੀਕ ਹੈ ਵੀ ਜਦੋਂ ਇੰਨੀ ਵਾਰ ਪੁੱਛ-ਗਿੱਛ ਹੋ ਚੁੱਕੀ ਆ, ਜੇ ਮੰਨ ਲਓ ਆਪਾਂ ਇਹ ਕਹਿੰਦੇ ਵੀ ਫਲਾਨੀ ਥਾਂ ਦੇ ਉੱਪਰ ਉਦੋਂ ਗਲਾਸ ਟੁੱਟਾ ਜੀ, ਉਹ ਗਲਾਸ ਕਿੱਥੇ ਰੱਖਿਆ ਸੀ ਜੀ, ਕਿੰਨੇ ਸੁੱਟਿਆ ਜੀ, ਉਹ ਕੱਚ ਦਾ ਸੀ ਕਿ ਸਟੀਲ ਦਾ ਸੀ ਜੀ, ਕੀ ਸੀ ਜਾਂ ਕੀ ਨਹੀਂ ਸੀ, ਸਵਾਲ ਤਾਂ ਮੁੜ ਘੁੜ ਕੇ ਉਹੀ ਹੋ ਸਕਦੇ ਆ। ਹਾਂ ਜਦੋਂ ਤੱਕ ਉਹ ਉੱਥੇ ਪੇਸ਼ ਨਹੀਂ ਹੁੰਦੇ, ਸਵਾਲ ਪੁੱਛੇ ਕੀ ਜਾਂਦੇ ਨੇ, ਉਹਦੇ ਵਿੱਚੋਂ ਨਿਕਲਦਾ ਕੀ ਆ, ਉਨੀ ਦੇਰ ਤੱਕ ਮੇਰੇ ਖਿਆਲ ਨਾਲ ਇਹ ਗੱਲਾਂ ਦਾ ਕੜਾਹ ਹੀ ਆ, ਜਿੰਨੇ ਦਿਨ ਮਰਜ਼ੀ ਚੱਲਦਾ ਰਹੇ। ਅੱਗੇ ਆਸ ਸੀਗੀ ਵੀ 30 ਨੂੰ ਪੇਸ਼ੀ ਆ ਤੇ ਸ਼ਾਇਦ 31 ਨੂੰ 1 ਨੂੰ ਕੁਝ ਪਤਾ ਲੱਗ ਜੇ, ਹੁਣ 14 ਦਿਨ ਹੋਰ ਡੀਕਣਾ ਪਊ। ਦੇਖੋ ਜੇ ਮੇਰੇ ਕੋਲੋਂ ਤੁਸੀਂ ਮੰਗ ਕੇ ਸਾਈਕਲ ਲੈ ਕੇ ਜਾਓਗੇ ਨਾ ਸੰਧਾਵਾਲੀਆ ਸਾਹਿਬ, ਤਾਂ ਜਦੋਂ ਤੁਸੀਂ ਵਾਪਸ ਕਰਨਾ ਡਿਊਟੀ ਤੁਹਾਡੀ ਹੈ ਕਿ ਉਹਦੀਆਂ ਚੱਕੇ ਦੀਆਂ ਤਾਰਾਂ ਨਾ ਟੁੱਟੀਆਂ ਹੋਣ, ਡਿਊਟੀ ਤੁਹਾਡੀ ਹੈ ਕਿ ਉਹ ਲਿਬੜਿਆ ਨਾ ਹੋਵੇ, ਚੱਕੜ ਦੇ ਨਾਲ ਧੋ ਕੇ ਫੜਾ ਕੇ ਜਾਣਾ, ਉਹਦੇ ਟਾਇਰਾਂ 'ਚ ਹਵਾ ਹੋਣੀ ਚਾਹੀਦੀ ਹੈ, ਪੈਂਚਰ ਨਹੀਂ ਹੋਣੇ ਚਾਹੀਦੇ।
ਹੋਰ ਕੋਈ ਉਹਦਾ ਨੁਕਸਾਨ ਨਹੀਂ ਹੋਣਾ ਚਾਹੀਦਾ, ਝਰੀਟਾਂ ਨਹੀਂ ਵੱਜਣੀਆਂ ਚਾਹੀਦੀਆਂ। ਜਿੱਦਾਂ ਦੀ ਹਾਲਤ ਦੇ ਵਿੱਚ ਲੈ ਕੇ ਜਾਓ ਉੱਦਾਂ ਦੀ ਹਾਲਤ ਦੇ ਵਿੱਚ ਤੁਸੀਂ ਉਹਨੂੰ ਵਾਪਸ ਕਰਨਾ ਹੈ। ਉਹਦੀ ਸਾਂਭ ਦਾ ਜ਼ਿੰਮਾ ਤੁਹਾਡਾ ਹੈ, ਮੇਰਾ ਨਹੀਂ ਹੈ। ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਸੀ 2012 'ਚ ਵੀ, 17 'ਚ ਵੀ ਤੇ ਹੁਣ 22 'ਚ ਵੀ, 3 ਵਾਰੀ ਵੋਟਾਂ ਪਾਈਆਂ। ਉਹਦੇ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਘਟੀ ਹੈ, ਆਮ ਲੋਕ ਜ਼ਿੰਮੇਵਾਰ ਨਹੀਂ ਹੈ। ਆਮ ਲੋਕ ਗੁਰੂ ਘਰ ਜਾਂਦੇ ਆ, ਮੰਦਿਰ ਜਾਂਦੇ ਆ, ਮਸਜਿਦ ਜਾਂਦੇ ਆ, ਮੱਥਾ ਟੇਕਦੇ ਆ, ਆਪਣੇ ਰੱਬ ਨੂੰ ਯਾਦ ਕਰਦੇ ਆ। ਉਹਨਾਂ ਦੀ ਡਿਊਟੀ ਇੰਨੀ ਕਾ ਉਹ ਕਰਦੇ ਆ ਪੂਰੀ। ਹੁਣ ਜੇ ਕਿਸੇ ਨੇ ਗੈਰ ਕਾਨੂੰਨੀ ਕੰਮ ਕੀਤਾ, ਲੋਕਾਂ ਦੀ ਡਿਊਟੀ ਨਹੀਂ ਉਹਨੂੰ ਫੜਨਾ। ਜੇ ਕਿਸੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ, ਉਹਦੇ ਅੰਗ ਪਾੜੇ, ਬੇਅਦਬੀ ਕੀਤੀ, ਪੋਸਟਰ ਲਾਏ, ਚੁਣੌਤੀਆਂ ਦਿੱਤੀਆਂ, ਉਹ ਸਰਕਾਰ ਦੀ ਡਿਊਟੀ ਹੈ ਕਿ ਭਾਈ ਤੁਹਾਡੀ ਸਰਕਾਰ ਦੇ ਸਮੇਂ 'ਚ ਇਹ ਘਟਨਾ ਘਟੀ ਹੈ, ਇਨਸਾਫ ਦਿਓ ਕਿਸੇ ਵੀ, ਜਿਹੜਾ ਵੀ ਬੰਦਾ ਕੋਈ ਦੋਸ਼ੀ ਹੈ। ਚਲੋ ਉਹਦੇ ਤੋਂ ਬਾਅਦ ਜੇ ਲੋਕਾਂ ਨੂੰ ਲੱਗਦਾ ਸੀ ਕਿ ਇਨਸਾਫ ਨਹੀਂ ਮਿਲਿਆ ਜਾਂ ਕਾਰਵਾਈ ਪੂਰੀ ਨਹੀਂ ਹੋ ਰਹੀ, ਲੋਕ ਸੜਕ ਦੇ ਉੱਤੇ ਆ ਕੇ ਬਹਿ ਗਏ। ਗੋਲੀ ਚਲਾਉਣ ਦੀ ਤਾਂ ਕੋਈ ਤੁਕ ਨਹੀਂ ਬਣਦੀ। ਅਸੀਂ ਇਹ ਨਹੀਂ ਕਹਿੰਦੇ ਕਿ ਸਰਕਾਰ ਦਾ ਉਹਦੇ ਵਿੱਚ ਕੋਈ ਕਸੂਰ ਹੈ, ਪਰ ਘੱਟੋ ਘੱਟ ਜਿਹਦਾ ਕਸੂਰ ਹੈ ਉਹ ਲੱਭਣਾ ਕਿਹਨੇ ਹੈ। ਅਸੀਂ ਅੱਜ ਤੱਕ ਪਿੱਟਦੇ ਹਾਂ ਕਿ 1984 ਦੇ ਵਿੱਚ ਜੀ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਤੇ ਸਰਕਾਰਾਂ ਨੇ ਇਨਸਾਫ ਨਹੀਂ ਦਿੱਤਾ, ਕਮੇਟੀਆਂ ਬਣਾਈਆਂ ਜੀ, ਕਮਿਸ਼ਨ ਬਣਾਤੀਆਂ ਜੀ, ਸਾਨੂੰ ਨਹੀਂ ਜੀ ਯਕੀਨ ਕਮਿਸ਼ਨ ਤੇ, ਸਾਨੂੰ ਨਹੀਂ ਜੀ ਯਕੀਨ ਕਮੇਟੀ ਤੇ। ਅੱਜ ਤੱਕ ਇਹੀ ਕਹਿੰਦੇ ਨੇ ਕਿ ਦਿੱਲੀ ਨੇ ਇਨਸਾਫ ਨਹੀਂ ਦਿੱਤਾ। ਬਿਲਕੁਲ ਠੀਕ ਹੈ, ਨਹੀਂ ਦਿੱਤਾ, ਇਨਸਾਫ ਮਿਲਣਾ ਚਾਹੀਦਾ। ਉੱਥੇ ਵੀ ਸਰਕਾਰਾਂ ਦੀ ਡਿਊਟੀ ਹੈ, SIT ਬਣਾਉਣੀ, ਕਮਿਸ਼ਨ ਬਣਾਉਣੇ, ਜਾਂਚ ਏਜੰਸੀਆਂ ਨੂੰ ਜ਼ਿੰਮਾ ਦੇਣਾ ਸਰਕਾਰਾਂ ਨੇ ਦੇਣਾ ਨਾ। ਸਰਕਾਰਾਂ ਨੇ ਦੇ ਦਿੱਤਾ ਜ਼ਿੰਮਾ। ਜੇ ਨਹੀਂ ਲੱਭੇ ਬੰਦੇ ਬਰੀ ਹੋ ਗਏ ਬਹੁਤ ਸਾਰੇ, ਤਾਂ ਕਤਲ ਕੀਤੇ ਕਿਹਨੇ ਆ ਉਹ ਲੱਭਣੇ ਵੀ ਸਰਕਾਰਾਂ ਦੀ ਡਿਊਟੀ ਹੈ, ਦਿੱਲੀ ਦੇ ਲੋਕਾਂ ਦੀ ਡਿਊਟੀ ਨਹੀਂ। ਇਦਾਂ ਹੀ ਇੱਥੇ ਕਿਹੜੀ ਦਿੱਲੀ ਨੂੰ ਦੋਸ਼ ਦਈਏ ਬਈ? ਜੇ 2015 ਦੇ ਵਿੱਚ 7 ਸਾਲ ਤੋਂ ਵੀ ਉੱਪਰ ਅਰਸਾ ਹੋ ਗਿਆ, ਸਰੂਪ ਚੋਰੀ ਹੁੰਦੇ ਆ, ਅੰਗ ਪਾੜੇ ਜਾਂਦੇ ਆ, ਬੇਅਦਬੀ ਕੀਤੀ ਜਾਂਦੀ ਹੈ, ਪੋਸਟਰ ਲੱਗਦੇ ਆ, ਉਹਦੇ ਤੋਂ ਬਾਅਦ ਸੰਗਤ ਦੇ ਉੱਤੇ ਗੋਲੀ ਚੱਲਦੀ ਹੈ, 2 ਬੰਦਿਆਂ ਦੀ ਮੌਤ ਹੁੰਦੀ ਹੈ, ਕਿੰਨੇ ਜ਼ਖਮੀ ਹੁੰਦੇ ਆ, ਇਨਸਾਫ ਨਹੀਂ ਮਿਲਦਾ। ਆਮ ਬੰਦਿਆਂ ਦਾ ਕਸੂਰ ਹੈ। ਆਮ ਬੰਦਿਆਂ ਦਾ ਕਸੂਰ ਹੈਗਾ ਕਿ ਇਹਨਾਂ ਨੇ 12 'ਚ ਵੀ ਵੋਟਾਂ ਪਾਈਆਂ, 17 'ਚ ਵੀ ਵੋਟਾਂ ਪਾਈਆਂ ਤੇ 22 'ਚ ਵੀ ਵੋਟਾਂ ਪਾਈਆਂ। ਇੱਦਾਂ ਥੋੜ੍ਹੀ ਕਿਹਾ ਜਾ ਸਕਦਾ ਕਿ ਭਾਈ ਸਾਡਾ ਨਹੀਂ ਕਸੂਰ। ਨਾ ਹੋਣ ਵਾਲੀ ਸਰਕਾਰ, ਨਾ ਪਿਛਲੀ 2 ਮੁੱਖ ਮੰਤਰੀਆਂ ਵਾਲੀ ਸਰਕਾਰ ਤੇ ਨਾ ਉਹਦੇ ਤੋਂ ਪਿਛਲੀ ਜਿਹੜੀ ਹੈ 1 ਮੁੱਖ ਮੰਤਰੀ ਵਾਲੀ ਸਰਕਾਰ। ਰੌਲਾ ਤੇ ਹੈ ਨਾ ਕਿ ਆਮ ਲੋਕ ਤਾਂ ਇਨਸਾਫ ਭਾਲਦੇ ਆ, ਉਹਨਾਂ ਨੂੰ ਇਨਸਾਫ ਦਿਓ। ਜੇ ਨਹੀਂ ਦਿੰਦੇ ਤਾਂ ਮੰਨ ਲਓ ਕਿ ਸਰਕਾਰਾਂ ਫੇਲ ਰਹੀਆਂ। ਬਿਲਕੁਲ ਇਹੀ ਸਵਾਲ ਆ। ਐਂਡ ਮੇਰੇ ਖਿਆਲ ਨਾਲ ਜੇ ਆਪਾਂ ਗਲਤ ਨਹੀਂ ਤੇ 17 ਵਾਲੀ ਇਲੈਕਸ਼ਨ ਜਿਹੜੀ ਸੀ ਉਹ ਵੀ ਇਹਦੇ ਤੇ ਸੀਗੀ, ਤੇ ਜੇ ਹੁਣ 22 ਵਾਲੀ ਦੇਖੀਏ ਤੇ ਉਹ ਵੀ ਲਗਭਗ ਇਸੇ ਮੁੱਦੇ ਤੇ ਸੀਗੀ। ਹੁਣ ਇਸ ਮੁੱਦੇ ਨੂੰ ਇੱਥੇ ਨਜਿੱਠ ਕੇ 24 ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਸ ਮੁੱਦੇ ਦੇ ਉੱਪਰ ਕੋਈ ਦੁਬਾਰਾ ਲਾਹਾ ਖੱਟਣ ਦੀ ਗੱਲ ਕਰਦਾ ਕਿ ਅਸੀਂ ਇਹ ਮਸਲਾ ਹੱਲ ਕਰ ਲਿਆ, ਜਾਂ ਫਿਰ ਕੋਈ ਇਸ ਕਰਕੇ ਲਾਹਾ ਖੱਟਣ ਦੀ ਕੋਸ਼ਿਸ਼ ਕਰਦਾ ਵੀ ਆਹ ਦੇਖ ਲਓ ਜਿਹੜੇ ਕਹਿੰਦੇ ਸੀ ਸਾਨੂੰ ਵੋਟਾਂ ਪਾ ਦਿਓ ਅਸੀਂ ਇਹਦਾ ਮਸਲਾ ਹੱਲ ਕਰ ਦਾਂਗੇ, ਉਸ ਪਾਸੇ ਪ੍ਰਚਾਰ ਹੁੰਦਾ। ਇਹਦੇ 'ਚ ਵੀ ਚੰਦ ਮਹੀਨੇ ਰਹਿ ਗਏ ਆ। ਪਰ ਗੱਲ ਇਹ ਆ ਵਾਟ ਸਾਹਿਬ ਵੀ ਜਦੋਂ ਕੋਈ ਮਸਲਾ ਲਟਕਣਾ ਹੋਵੇ ਨਾ ਤੇ ਉਹ ਕਈਆਂ ਚੀਜ਼ਾਂ ਦਾ ਕਰਕੇ ਲਟਕ ਜਾਂਦਾ। ਕਿਉਂਕਿ ਆਪਾਂ ਪਹਿਲਾਂ ਵੀ ਸੁਣਦੇ ਵੇਂਦੇ ਆਏ ਆ ਵੀ ਜਦੋਂ ਕਿਤੇ ਕੋਈ ਵੱਡੇ ਬੰਦੇ ਦਾ ਕੋਈ ਮਸਲਾ ਹੋ ਜਾਵੇ ਨਾ, ਉਦੋਂ ਕਈ ਚੀਜ਼ਾਂ ਗਾਇਬ ਹੋ ਜਾਂਦੀਆਂ, ਉਹ ਕਹਿੰਦੇ ਨਾ ਲੱਭਦੀਆਂ ਹੀ ਨਹੀਂ। ਹੁਣ ਜਿੱਦਾਂ ਆਸ਼ੂ ਸਾਹਿਬ ਦਾ ਮਸਲਾ ਸੀਗਾ, ਉਹਨਾਂ ਦਾ ਰਿਮਾਂਡ ਤਾਂ ਚਲੋ ਵੱਧਦਾ ਜਾਂਦਾ, ਉਧਰ ਕਾਂਗਰਸ ਪਾਰਟੀ ਉਹਨਾਂ ਦੇ ਪਿੱਛੇ ਨਾਲ ਦੀ ਨਾਲ ਪ੍ਰੈਸ਼ਰ ਵੀ ਪਾ ਰਹੀ ਹੈ ਵੀ ਮਹਾਰਾਜ ਸਾਡੇ ਵਾਲਾ ਬੰਦਾ ਜਿਹੜਾ ਜੀ ਉਹਨੇ ਕੀਤਾ ਹੀ ਕੁਛ ਨਹੀਂ। ਪਰ ਹੁਣ ਕਹਿੰਦੇ ਵੀ ਟੈਂਡਰ ਘਟਾਲੇ ਦੇ ਨਾਲ ਜੁੜੀਆਂ ਕੋਈ 2 ਫਾਈਲਾਂ ਜਿਹੜੀਆਂ ਨੇ ਉਹੋ ਹੀ ਗਾਇਬ ਹੋ ਗਈਆਂ। ਮੈਂ ਤਾਂ ਐਂ ਸੋਚਦਾ ਵੀ ਸੀ ਕੋਈ ਹੋ ਸਕਦਾ ਕੋਈ ਰੋਬੋਟਿਕ ਫਾਈਲ ਆ ਗਈ ਹੋਵੇ ਵੀ ਓਕੇ ਜਦੋਂ ਉਧਰੋਂ ਜਾਂਚ ਹੋਵੇ ਤੇ ਤੁਰ ਕੇ ਬਾਰੀ ਚੋਂ ਨਿਕਲ ਜਾਣਾ ਬਾਹਰ, ਹੈ ਨਾ, ਕਿਹੜਾ ਕਿਸੇ ਬੰਦੇ ਨੇ ਚੋਕੇ ਪਾਸੇ ਐਸੇ ਕੀਤੀ ਹੋਣੀ ਹੈ। ਦੇਖੋ ਇਹ ਬੜੀ ਹੈਰਾਨੀਜਨਕ ਗੱਲ ਹੈ ਕਿ ਇੱਕ ਬੰਦਾ, ਇੱਕ ਠੇਕੇਦਾਰ ਸ਼ਿਕਾਇਤ ਦਿੰਦਾ, ਨਾ ਵੀ ਤੁਹਾਡੇ ਵਾਲਾ ਹੀ, ਉਹ ਸ਼ਿਕਾਇਤ ਦਿੰਦਾ ਜੀ 2000 ਕਰੋੜ ਦਾ ਘਪਲਾ ਹੋਇਆ। ਸ਼ਿਕਾਇਤ ਸੱਚੀ ਵੀ ਹੋ ਸਕਦੀ ਹੈ, ਝੂਠੀ ਵੀ। ਉਹਨੇ ਕਿਹਾ ਜੀ ਦੇਖੋ ਗੱਲ ਇੱਦਾਂ ਹੈ ਕਿ 20-25 ਬੰਦਿਆਂ ਨੂੰ ਸਾਰੇ ਟਰਾਂਸਪੋਰਟੇਸ਼ਨ ਦੇ ਲੇਬਰ ਦੇ ਟੈਂਡਰ ਦੇ ਦਿੱਤੇ, ਠੇਕੇ ਦੇ ਦਿੱਤੇ ਮੰਡੀਆਂ 'ਚ, ਆ ਬਾਕੀ 2000 ਜਿਹੜਾ ਸਾਡੇ ਵਰਗਾ ਛੋਟਾ ਮੋਟਾ ਕਹਿੰਦੇ ਵਪਾਰੀ ਹੈ, ਠੇਕੇਦਾਰ ਹੈ, ਉਹਨੂੰ ਕੋਈ ਠੇਕਾ ਨਹੀਂ ਦਿੱਤਾ। 2000 ਕਰੋੜ ਦਾ ਚੂਨਾ ਸਰਕਾਰ ਨੂੰ ਲਾਤਾ। ਠੀਕ ਹੈ, ਵਿਜੀਲੈਂਸ ਨੇ ਜਾਂਚ ਸ਼ੁਰੂ ਕਰਤੀ। ਜਾਂਚ ਸ਼ੁਰੂ ਕਰਤੀ ਤਾਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ, ਰਿਮਾਂਡ ਤੇ ਲੈ ਲਿਆ। ਰਿਮਾਂਡ ਵਧੀ ਜਾਂਦਾ, ਵਿੱਚੇ ਹੀ 1-2 ਠੇਕੇਦਾਰ ਤੇਲੂ ਰਾਮ ਵਰਗੇ ਚੱਕੇ, ਹੋਰ ਬੰਦੇ ਚੱਕੇ, ਉਹਨਾਂ ਤੋਂ ਵੀ ਗੱਲਾਂ ਨਿਕਲ ਕੇ ਕਈ ਤਰ੍ਹਾਂ ਦੀਆਂ ਸਾਹਮਣੇ ਆਈਆਂ। ਵਿੱਚੇ ਹੀ ਫਿਰ ਲਾਲਚੰਦ ਕਟਾਰੂ ਚੱਕ ਜਿਹੜੇ ਕਿ ਫੂਡ ਸਪਲਾਈ ਮਹਿਕਮੇ ਦੇ ਅੱਜ ਕੱਲ੍ਹ ਮਿਨਿਸਟਰ ਨੇ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ, ਸੰਧਾਵਾਲੀਆ ਸਾਹਿਬ, ਉਹਨਾਂ ਨੇ ਇੱਕ ਡਿਪਟੀ ਡਾਇਰੈਕਟਰ ਬਰਖਾਸਤ ਕੀਤਾ ਸੀ ਸਿੰਗਲਾ। ਉਹਦੇ ਬਾਰੇ ਚਰਚਾ ਇਹ ਵੀ ਸੀ ਕਿ ਉਹ ਇੱਥੇ ਡਿਊਟੀ ਕਰਦਾ ਸੀ, PR ਕੈਨੇਡਾ ਦੀ ਲਈ ਬੈਠਾ ਸੀ ਕਿ ਭਾਈ ਜਦੋਂ ਜੀ ਕੀਤਾ ਆਪਾਂ ਸੂਟਕੇਸ ਚੱਕ ਕੇ ਭੱਜ ਜਾਣਾ ਹੀ। ਇਹ ਚਰਚਾ ਜਦੋਂ ਡਿਪਟੀ ਡਾਇਰੈਕਟਰ ਬਰਖਾਸਤ ਕੀਤਾ ਸਿੰਗਲਾ,
ਉਹਦੇ ਤੋਂ ਬਾਅਦ ਬੜਾ ਰੌਲਾ ਪਿਆ ਜੀ। ਦੋਸ਼ ਕਈ ਕਹਿੰਦੇ ਜੀ ਪਹਿਲਾਂ ਵੀ ਲੱਗਦੇ ਸੀ, ਹੁਣ ਜਿਹੜੇ ਅਫਸਰ ਦੇ ਉੱਤੇ ਪਹਿਲਾਂ ਵੀ ਮਾੜੀ ਮੋਟੀ ਲਾਲ ਲਕੀਰ ਹੋਵੇ, ਉਂਗਲੀ ਹੋਵੇ ਉਧਰ ਨੂੰ, ਉਹਨੂੰ ਵੱਡੀ ਕਮੇਟੀ ਦਾ ਹੈੱਡ ਨਹੀਂ ਕਦੇ ਬਣਾਇਆ ਜਾਂਦਾ। ਵਿਜੀਲੈਂਸ ਤੇ ਈਡੀ ਨੇ ਰਿਕਾਰਡ ਮੰਗ ਲਿਆ ਕਿ ਕਹਾਣੀ ਕੀ ਹੈ। ਹੁਣ ਉਹ ਸਿੰਗਲੇ ਦੇ ਬਾਰੇ ਪਤਾ ਲੱਗਦਾ, ਸਿੰਗਲਾ ਸਾਹਿਬ ਕਹਿ ਦਿੰਦੇ ਆਪਾਂ, ਭਾਈ ਕਾਹਨੂੰ ਕਿਸੇ ਨੂੰ ਸਿੰਗਲਾ ਕਹਿਣਾ ਹੀ, ਸਿੰਗਲਾ ਸਾਹਿਬ ਦੇ ਬਾਰੇ ਪਤਾ ਲੱਗਦਾ ਉਹਨਾਂ ਨੂੰ ਚੀਫ ਵਿਜੀਲੈਂਸ ਕਮੇਟੀ ਦਾ ਵੀ ਹੈੱਡ ਬਣਾਇਆ ਸੀ। ਉਹ ਵੀ ਫਾਈਲ ਗਾਇਬ, ਕਿ ਕਿਹਨੇ ਰეკਮੈਂਡ ਕੀਤਾ, ਕਿਹਨੇ ਦਸਖਤ ਕੀਤੇ, ਫਾਈਲ ਹੀ ਗਾਇਬ ਹੋ ਗਈ। ਫਿਰ ਜਿਹੜੀ ਟੈਂਡਰ ਅਲਾਟਮੈਂਟ ਕਮੇਟੀ ਆ, ਕਿ ਇਸ ਕਮੇਟੀ ਨੇ ਫੈਸਲਾ ਕਰਨਾ ਕਿ ਟੈਂਡਰ ਕਿਹਨੂੰ ਦੇਣਾ ਹੈ, ਉਹਦਾ ਮੁਖੀ ਵੀ ਉਹੀ ਆਸ਼ੂ ਸਾਹਿਬ ਦੇ ਸਮੇਂ 'ਚ ਜੋ ਦੋਸ਼ ਲੱਗਦਾ ਹੈ, ਫਾਈਲ ਦੂਜੀ ਵੀ ਗਾਇਬ ਹੈ। ਉਹ ਪ੍ਰਬੰਧ ਐਸੇ ਕਰਕੇ ਰੱਖਦੇ ਆ ਕਿ ਪਹਿਲੀ ਗੱਲ, ਜੇ ਢਕੀ ਰਿੱਝ ਗਈ ਤਾਂ ਸ਼ੱਕ ਛਕਾ ਜਾਓ, ਜੇ ਨਹੀਂ ਫਾਈਲਾਂ ਗਾਇਬ ਕਰ ਦਿਓ, ਤੰਦ ਜੋੜੀ ਜਾਓ, ਤੁਹਾਡੇ ਤੋਂ ਤੰਦ ਹੀ ਨਹੀਂ ਜੁੜਨੇ। ਪਰ ਮੈਨੂੰ ਲੱਗਦਾ ਕਿ ਜਿਹੜੇ ਬੰਦੇ ਫਾਈਲਾਂ ਗਾਇਬ ਕਰਨ ਵਾਲੇ ਆ, ਇੱਦਾਂ ਉੱਦਾਂ ਕੁਛ ਕਰਨ ਵਾਲੇ ਆ, ਉਹ ਠੋਕ ਵਜਾ ਕੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ, ਭਲਕ ਨੂੰ ਕੋਈ ਸਰਕਾਰੀ ਰਿਕਾਰਡ ਨਾਲ ਛੇੜਛਾੜ ਨਾ ਕਰ ਸਕੇ। ਨਹੀਂ ਦੇਖੋ, ਗੱਲ ਤੁਹਾਡੀ ਠੀਕ ਹੈ ਬਾਟ ਸਾਹਿਬ। ਮੈਂ ਤਾਂ ਤੁਹਾਨੂੰ ਅੱਗੇ ਵੀ ਕਈ ਵਾਰ ਇਹ ਗੱਲ ਕਹੀ ਆ, ਇਹ ਫਾਰਮੂਲਾ ਬੜਾ ਵਧੀਆ। ਉਹ ਕਹਿੰਦੇ ਵੀ ਕਿੰਨੇ, ਕਹਿੰਦੇ 100 ਖਾਣਾ ਹੀ, ਕਹਿੰਦੇ ਯਾਰ 100 ਇਕੱਠਾ ਹੀ ਖਾ ਜਾਣਾ, ਕਹਿੰਦੇ ਹਾਂਜੀ ਖਾ ਜਾਣਾ। ਕਹਿੰਦੇ ਯਾਰ ਜੇ ਮਤਲਬ ਇੱਕ ਵੱਲ ਨੂੰ ਕੋਈ ਢਿੱਲ ਮੱਠ ਹੋ ਗਈ ਫੇਰ, ਕਹਿੰਦੇ ਕੋਈ ਗੱਲ ਨਹੀਂ 10 ਦੀ ਗੋਲੀ ਲੈ ਲਾਂਗੇ, ਫਿਰ ਵੀ 90 ਆਪਣੇ ਆ। ਕਹਿੰਦੇ ਵੀ ਜੇ ਥੋੜ੍ਹਾ ਜਿਹਾ ਵੱਡਾ ਚੱਕਰ ਪੈ ਗਿਆ ਕੋਈ ਗੱਲ ਨਹੀਂ, ਕਹਿੰਦੇ 10 ਹੋਰ ਖਰਚਦੇ, 2 ਗੋਲੀਆਂ ਖਾ ਲਾਂਗੇ। ਕਹਿੰਦੇ ਕਿਸੇ ਵੇਲੇ ਨਿੱਕਾ ਮੋਟਾ ਆਪਰੇਸ਼ਨ ਕਰਨਾ ਪੈਂਦਾ, ਕੋਈ ਗੱਲ ਨਹੀਂ, ਕਹਿੰਦੇ 40 ਖਰਚ ਦਾਂਗੇ, ਫਿਰ ਵੀ 60 ਬਚਦੇ ਆ, ਕਿਉਂਕਿ ਉਹ 60 ਆਪਣੇ ਨਹੀਂ ਗੇ, ਉਹ ਤਾਂ ਖਾਧੇ ਪੀਤੇ ਹੈ ਨਾ। ਹੁਣ ਜਦੋਂ ਆਪਾਂ ਇਹੋ ਜਿਹੇ ਕੇਸਾਂ ਦੀ ਗੱਲ ਕਰਦੇ, ਚਾਹੇ ਤੁਸੀਂ ਇਸ ਕੇਸ ਦੀ ਗੱਲ ਕਰ ਲਓ ਜਾਂ ਇਸ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਉਦਾਹਰਨਾਂ ਨੇ। ਪਿੱਛੇ ਜੇ ਬਿਹਾਰ 'ਚ ਚੂਹੇ ਸ਼ਰਾਬ ਵੀ ਪੀ ਗਏ, ਹੁਣ ਇਹ ਹੋ ਸਕਦਾ ਵੀ ਵਿਚਾਰੇ ਚੂਹੇ ਅਜੇ ਬੋਲ ਨਹੀਂ ਸਕਦੇ, ਨਹੀਂ ਤੇ ਉਹ ਵੀ ਕਿਤੇ ਨਾ ਕਿਤੇ ਇੱਧਰ ਉੱਧਰ ਮੀਡੀਆ ਸਾਹਮਣੇ ਆ ਕੇ ਬਾਈਟਾਂ ਦਿੰਦੇ ਫਿਰਨ, ਸਾਡੇ ਤਾਂ ਕਦੀ ਪਿਓ ਦਾਦੇ ਨੇ ਸ਼ਰਾਬ ਨਹੀਂ ਪੀਤੀ, ਮਰਾ ਅਸੀਂ ਕਿੱਥੋਂ ਪੀ ਲਈ ਹੈ। ਹੁਣ ਕਾਰਨ ਇਹ ਆ ਵੀ ਮਤਲਬ ਜਦੋਂ ਇਹੋ ਜਿਹੀ ਚੀਜ਼ ਨੂੰ ਉਲਝਾਉਣਾ ਹੁੰਦਾ, ਉਹ ਕਿਸੇ ਪਾਸੇ ਉਲਝਾ ਲਿਆ ਜਾਂਦਾ। ਤੇ ਗੱਲ ਉਹੀ ਹੈ ਵੀ ਜਦੋਂ 100 ਰੁਪਈਆ ਖਾਧਾ, ਉਹ ਆਪਾਂ ਨੂੰ ਪਤਾ ਵੀ ਯਾਰ ਖਾਧਾ ਹੀ ਆਪਣਾ ਹੈ ਤੇ ਹੈ ਨਹੀਂ ਸੀ, ਚਲੋ ਖਾਧਾ ਗਿਆ, ਉਹਦੇ ਵਿੱਚੋਂ ਜੇ ਬਚਣਾ ਤੇ ਜੇ 10 20 30 40 ਇੱਧਰ ਉੱਧਰ ਵੰਡ ਵੀ ਦਿੱਤੇ ਜਾਣ ਤੇ ਅਗਲਾ ਵੀ ਆਖੇ ਚੱਲ ਕੋਈ ਗੱਲ ਨਹੀਂ, 5 ਮੇਰੇ ਹਿੱਸੇ ਵੀ ਆ ਗਏ, 7 ਇਹਦੇ ਹਿੱਸੇ ਵੀ ਆ ਗਏ, ਤੇ ਰਲ ਮਿਲ ਕੇ ਆਪਾਂ ਹੁਣ ਇਹ ਕੋਸ਼ਿਸ਼ ਕਰੀਏ ਵੀ ਇਹ ਪਤਾ ਨਾ ਲੱਗੇ ਵੀ 100 ਕਿਤੇ ਇੱਧਰ ਉੱਧਰ ਹੋਇਆ। ਤੇ ਫਿਰ ਤੁਸੀਂ ਉਹੋ ਜਿਹੇ ਕਾਲੇ ਮਾਲੇ ਦੇ ਵਿੱਚੋਂ ਕਿੱਦਾਂ ਲੱਭ ਲਓਗੇ ਚੀਜ਼ਾਂ। ਜੀ ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਨਾਲ ਦੀ ਨਾਲ ਆਪਾਂ ਥੋੜ੍ਹਾ ਜਿਹਾ ਅਗਲੇ ਪਾਸੇ ਨੂੰ ਜਾਣਾ ਹੈ। ਖੇਤੀਬਾੜੀ ਵਿਭਾਗ ਦੇ ਕੁਝ ਅਫਸਰ ਸੀ ਖੇਤੀਬਾੜੀ ਦੇ ਨਾਲ ਸੰਬੰਧਿਤ, ਉਹਨਾਂ ਨੇ ਧਰਨਾ ਲਾਇਆ, ਕਰਮਚਾਰੀਆਂ ਨੇ ਕੁਝ ਮੰਗਾਂ ਹੋਣਗੀਆਂ। ਕਦੇ ਕਦੇ ਜੀ ਕਰਦਾ ਹੁੰਦਾ ਕਿ ਕੀ ਇੱਦਾਂ ਸੰਭਵ ਹੈ, ਸਾਡੇ ਅਧਿਆਪਕਾਂ ਦਾ, ਲੈਕਚਰਾਰਾਂ ਦਾ, ਅਸਿਸਟੈਂਟ ਪ੍ਰੋਫੈਸਰਾਂ ਦਾ, ਬਹੁਤ ਸਾਰੇ ਮੀਟਰ ਰੀਡਰਾਂ ਦਾ, ਬਹੁਤ ਸਾਰਿਆਂ ਦਾ ਮਸਲਾ ਹੈ, ਇੰਨੀ ਛੇਤੀ ਹੱਲ ਹੋ ਜਾਵੇ ਵਧੀਆ। ਨਹੀਂ ਤਾਂ ਖਬਰਾਂ ਹੁੰਦੀਆਂ 4 ਮਹੀਨੇ ਤੋਂ ਲਗਾਤਾਰ ਦਿਨ ਰਾਤ ਦਾ ਧਰਨਾ ਜਾਰੀ, 17 ਦਿਨਾਂ ਤੋਂ ਭੁੱਖ ਹੜਤਾਲ ਜਾਰੀ, 2.5 ਸਾਲ ਤੋਂ ਲਗਾਤਾਰ ਸੰਘਰਸ਼ ਕਰ ਰਿਹਾ ਕਾਮਿਆਂ, ਕਰਮਚਾਰੀਆਂ, ਅਫਸਰਾਂ ਦੀ ਕਿਸੇ ਬਾਤ ਨਹੀਂ ਪੁੱਛੀ, ਇਹ ਚਰਚਾ ਚੱਲਦੀ ਹੁੰਦੀ ਹੈ। ਹੁਣ ਸੰਧਾਲੀਆ ਸਾਹਿਬ ਦੇਖੋ, ਖੇਤੀਬਾੜੀ ਮਹਿਕਮੇ ਦੇ ਅਫਸਰ ਜਿਹੜੇ ਆ, ਉਹਨਾਂ ਨੇ ਧਰਨਾ ਲਾਤਾ, ਕੁਝ ਮੰਗਾਂ ਹੋਣਗੀਆਂ। ਕੁਲਦੀਪ ਸਿੰਘ ਧਾਲੀਵਾਲ ਸਾਹਿਬ ਉੱਥੇ ਚਲੇ ਗਏ। ਤੁਸੀਂ ਭਾਸ਼ਣ ਸੁਣਿਓ ਜੇ ਕਿਸੇ ਨੂੰ ਵੀਡੀਓ ਲੱਭੇ, ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ, ਮੀਟਿੰਗ ਮੇਰੀ ਹੋ ਗਈ ਹੈ, ਮੰਗਾਂ ਤੁਹਾਡੀਆਂ ਪ੍ਰਵਾਨ ਨੇ, ਤੁਸੀਂ ਧਰਨੇ ਨਾ ਲਾਇਆ ਕਰੋ, ਜਦ ਅਸੀਂ ਤੁਹਾਨੂੰ ਕਹਿੰਦੇ ਆ ਸਾਡੇ ਨਾਲ ਆ ਗੱਲ ਕਰੋ ਤਾਂ ਫਿਰ ਗੱਲ ਕਰਿਆ ਕਰੋ। ਬਾਕੀ ਉਹ ਕਹਿੰਦੇ ਜੀ ਦੇਖੋ ਮੈਂ ਮੰਤਰੀ ਹਾਂ ਮਹਿਕਮੇ ਦਾ, ਸਵੇਰੇ ਤੁਹਾਡੇ ਆਰਡਰ ਹੋ ਜਾਣਗੇ, ਮੰਗਾਂ ਤੁਹਾਡੀਆਂ ਜਾਇਜ਼ ਆ ਤਾਂ ਪ੍ਰਵਾਨ ਆ, ਆਰਡਰ ਸਵੇਰੇ ਹੋ ਜਾਣਗੇ, ਜੇ ਤਾਂ ਮੇਰੇ ਤੇ ਯਕੀਨ ਆ ਤਾਂ ਚੱਕੋ ਦਰੀ ਇਕੱਠੀ ਕਰੋ, ਚਲੋ ਆਪੋ ਆਪਣੇ ਘਰਾਂ ਨੂੰ ਜਾ ਕੇ ਨਿੱਕੇ ਨਿਆਣਿਆਂ 'ਚ ਸੌਵੋ। ਤਾਂ ਜੇ ਨਹੀਂ ਯਕੀਨ, ਜੇ ਰਾਤ ਦਾ ਫੁਲਕਾ ਅੱਜ ਰਾਤ ਵੀ ਇੱਥੇ ਛਕਣਾ ਛਕ ਲਓ, ਸਵੇਰੇ ਆਰਡਰ ਆ ਜਾਣਗੇ ਫੇਰ ਚੱਲ ਜਿਓ। ਜਾਣੀ ਪਤਾ ਨਹੀਂ ਆਰਡਰ ਹੋਣੇ ਕਦੋਂ ਹੋਣੇ, ਕਿੱਦਾਂ ਹੋਣੇ, ਪਰ ਜਿੱਦਾਂ ਦਾ ਉੱਥੇ ਮਾਹੌਲ ਬਣ ਗਿਆ ਸੀ, ਹੁਣ ਦੀ ਸਰਕਾਰ ਕੀ ਕਰਦੀ ਕਿ ਨਹੀਂ ਕਰਦੀ, ਪਰ ਜਿੱਥੇ ਧਰਨਾ ਲੱਗਾ ਉਹਦਾ ਮੰਤਰੀ ਨਾਲ ਜਾ ਕੇ ਬਹਿ ਜਾਂਦੇ। ਬਹੁਤੀਆਂ ਥਾਵਾਂ ਤੇ, ਕੁਝ ਥਾਵਾਂ ਤੇ ਹੋ ਸਕਦਾ ਕਿ ਲਗਾਤਾਰ ਕੰਮ ਚੱਲਦਾ ਹੋਵੇ, ਪਰ ਜੇ ਧਾਲੀਵਾਲ ਸਾਹਿਬ ਉਹਨਾਂ ਦੀਆਂ ਮੰਗਾਂ ਜਾਇਜ਼ ਨੇ, ਹਾਂ ਉਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਦੇਖੋ ਮੰਗਾਂ ਤੁਹਾਡੀਆਂ ਪ੍ਰਵਾਨ ਨੇ, ਮੈਂ ਤੁਹਾਡੇ ਨਾਲ ਹਾਂ, ਪਰ ਕੱਲ੍ਹ ਨੂੰ ਮੈਂ ਕੰਮ 'ਚ ਨਹੀਂ ਕੋਈ ਘਾਟ ਦੇਖਣੀ ਕਿ ਕੋਈ ਬੰਦਾ ਲੇਟ ਆਇਆ, ਕਿਸੇ ਨੇ ਕੰਮ ਨਹੀਂ ਕੀਤੇ, ਕਿਸੇ ਨੇ ਫਾਈਲਾਂ ਰੋਕੀਆਂ, ਆਪਾਂ ਖੇਤੀ ਬਚਾਉਣੀ ਹੈ। ਜੇ ਤਾਂ ਭਾਈ ਗੱਲਾਂ ਦੇ ਉੱਤੇ ਅਮਲ ਕਰ ਲਿਆ ਸੰਧਾਲੀਆ ਸਾਹਿਬ, ਫਿਰ ਤਾਂ ਵਾਰੇ ਨਿਆਰੇ ਨੇ ਭਾਈ, ਇਹ ਤਾਂ ਮਾਹੌਲ ਪਹਿਲੇ ਦੇਖਣ ਨੂੰ ਮਿਲਿਆ। ਨਹੀਂ ਉਹ ਤਾਂ ਗੱਲ ਠੀਕ ਹੈ, ਚੰਗੀ ਗੱਲ ਆ, ਪਰ ਕਾਰਨ ਇਹ ਆ ਵੀ ਇਹ ਸਾਰੀਆਂ ਗੱਲਾਂ ਬਾਤਾਂ ਦੇ ਵਿੱਚ ਇੱਕ ਜਿਹੜੀ ਚੀਜ਼ ਜਾਪਦੀ ਹੈ ਨਾ, ਉਹ ਇਹ ਆ ਕਿ ਵੀ ਧਰਨੇ ਪ੍ਰਦਰਸ਼ਨ ਵਾਲਾ ਕੰਮ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ ਦਿਨੀ CM ਸਾਹਿਬ ਦੇ ਦਫ਼ਤਰ ਘਰ ਦੇ ਅੱਗੇ ਜਿਹੜਾ ਧਰਨਾ ਸੀਗਾ, ਉੱਥੋਂ ਵੀ ਚੁੱਕਿਆ ਗਿਆ ਸੀਗਾ। ਹੁਣ ਬਹੁਤ ਸਾਰੀਆਂ ਜਿਹੜੀਆਂ ਦੂਸਰੀਆਂ ਭਰਾਤਰੀ ਜਥੇਬੰਦੀਆਂ ਨੇ, ਜਿਹੜੀਆਂ ਸੰਘਰਸ਼ ਕਰਦੀਆਂ ਜਥੇਬੰਦੀਆਂ ਨੇ, ਉਹਦੇ 'ਚ ਕੁਝ ਕਿਸਾਨਾਂ ਦੀਆਂ ਜਥੇਬੰਦੀਆਂ ਵੀ ਨੇ, ਉਹਨਾਂ ਨੇ ਕਹਿ ਤਾ ਵੀ ਇੱਦਾਂ ਕਿੱਦਾਂ ਹੋ ਸਕਦਾ ਮਹਾਰਾਜ, ਅਸੀਂ ਤੁਹਾਡੇ ਨਾਲ, ਅਸੀਂ ਹੁਣ ਦੁਬਾਰਾ ਉੱਥੇ ਧਰਨਾ ਲਾਵਾਂਗੇ। ਦੇਖੋ ਪ੍ਰੈਸ਼ਰ ਗਰੁੱਪ ਤੁਸੀਂ ਸ਼ਬਦ ਵਰਤਦੇ ਹੁੰਦੇ ਆ, ਪ੍ਰੈਸ਼ਰ ਗਰੁੱਪ ਹੈਗੇ ਨੇ, ਉਹਨਾਂ ਦਾ ਹੋਣਾ ਵੀ ਜ਼ਰੂਰੀ ਆ, ਪਰ ਮੈਨੂੰ ਕਈ ਵਾਰ ਲੱਗਦਾ ਹੁੰਦਾ ਵੀ
ਜਦੋਂ ਕਿਤੇ 1 2 3 4 ਵਾਰ ਜੈਨੂਨ ਕੋਸ਼ਿਸ਼ ਵੀ ਕੀਤੀ ਜਾਵੇ, ਚਾਹੇ ਉਹ ਸਰਕਾਰ ਵੱਲੋਂ ਚਾਹੇ ਕਿਸੇ ਮੰਤਰੀ ਸਾਹਿਬ ਵੱਲੋਂ, ਜਦੋਂ ਉਹਨਾਂ ਨੂੰ ਲੱਗਦਾ ਨਾ ਵੀ ਯਾਰ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਉਹਦੇ ਵਿੱਚ ਕੋਈ ਨਾ ਕੋਈ ਮੈਂ ਇੱਧਰ ਮਨਾ, ਇਹ ਆਪਾਂ ਉਹਦੇ ਘਰ ਦੀ ਉਦਾਹਰਨ ਲੈ ਲਈ ਵੀ 4 ਨਿਆਣੇ ਆ, 3 ਨੂੰ ਮਨਾ ਲਿਆ, ਚੌਥਾ ਹੁਣੇ ਮੰਨ ਗਿਆ ਸੀ, ਉੱਥੇ ਜਾ ਕੇ ਫਿਰ ਚਲਾ ਕੇ ਕੌਲੀ ਮਾਰੀ, ਚਮਚਾ ਕਿਤੇ ਦਾਲ ਕਿਤੇ, ਤੇ ਫਿਰ ਉਹ ਲਿਟਣ ਲੱਗ ਪਏ। ਉਹ ਕਿਸੇ ਵੇਲੇ ਮਾਂ ਪਿਓ ਵੀ ਖਿੱਚ ਜਾਂਦਾ ਵੀ ਕਹਿੰਦਾ ਯਾਰ 2 ਮੈਨੂੰ ਪਹਿਲਾਂ ਇਹਦੇ ਛੱਡ ਲੈਣ ਦੇ, ਬਾਕੀ ਗੱਲਾਂ ਆਪਾਂ ਬਾਅਦ 'ਚ ਕਰਦੇ ਹਾਂ। ਮੈਂ ਤਾਂ ਗੱਲ ਕਰਦਾ ਸੀ ਵੀ ਅਜੇ ਸਰਕਾਰ ਬਣੀ ਆ, ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਕਰ ਰਹੇ ਹਾਂ, ਉਹਦੇ ਬਾਵਜੂਦ ਜਿੱਦਾਂ ਅਚਾਨਕ ਤੁਸੀਂ ਨੋਟ ਕਰਿਓ ਵੀ ਵੱਖ-ਵੱਖ ਤਰ੍ਹਾਂ ਦੇ ਧਰਨਿਆਂ ਦੀਆਂ ਖਬਰਾਂ ਆਉਂਦੀਆਂ ਨੇ ਨਾ, ਉਹਦੇ 'ਚੋਂ ਕਈ ਵਾਰ ਇਹ ਵੀ ਚੀਜ਼ਾਂ ਜਾਪਣ ਲੱਗ ਪੈਂਦੀਆਂ ਵੀ ਯਾਰ ਇਹ ਸਾਰਾ ਕੁਝ ਜੈਨੂਨ ਪ੍ਰੈਸ਼ਰ ਆ, ਜਾਂ ਫਿਰ ਕਿਸੇ ਵੇਲੇ ਹੁੰਦਾ ਵੀ ਨਹੀਂ ਬਣਾ ਕੇ ਰੱਖੋ ਯਾਰ ਪ੍ਰੈਸ਼ਰ, ਹੋਰ ਕੋਈ ਗੱਲ ਹੋਵੇ ਨਾ ਹੋਵੇ, ਤੁਸੀਂ ਦਰੀ ਨਹੀਂ ਇਹ ਚੁੱਕਣੀ। ਸੰਧਾ ਬੜੀਆ ਸਾਹਿਬ, ਤੁਹਾਡਾ ਤੌਖਲਾ ਵਾਜਬ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਪਰ ਜਿਹੜੇ ਨਾ ਨੌਜਵਾਨ 25 26 28 ਸਾਲਾਂ ਦੇ ਪੜ੍ਹਾਈ ਪੂਰੀ ਕਰਕੇ 38 ਸਾਲ ਹੋ ਗਏ, ਜਾਨੀ ਟੋਟਲ 10 ਸਾਲ ਬੇਰੁਜ਼ਗਾਰਾਂ ਨੂੰ ਹੋ ਗਏ, ਕਿਸੇ ਨੂੰ 15 ਸਾਲ ਕੱਚੇ ਨੂੰ 5000 ਤੇ ਕੰਮ ਕਰਦਿਆਂ ਨੂੰ ਹੋ ਗਏ, ਅਸਾਮੀਆਂ ਖਾਲੀ ਪਈਆਂ ਹੋਣ, ਲਾਰੇ ਬਹੁਤ ਲੱਗੇ ਨਾ ਲੋਕਾਂ ਨੂੰ ਯਕੀਨ ਨਹੀਂ ਹੁੰਦਾ। ਹੁਣ ਜਦੋਂ ਤੁਹਾਨੂੰ ਮੰਨ ਲਓ ਘਰ ਦੇ ਰੋਜ਼ ਲੈ ਜਾਣ, ਆ ਜਾ ਮੈਂ ਮੇਲੇ ਤੋਂ ਅੱਜ ਜਲੇਬੀਆਂ ਖਵਾਊਂ, ਆ ਜਾ ਮੈਂ ਅੱਜ ਰਬੜ ਦੇ ਨਾਲੇ ਵਾਲਾ ਕੱਛਾ ਲੈ ਕੇ ਦਊਂ, ਆ ਜਾ ਮੈਂ ਅੱਜ ਚਾਬੀ ਨਾਲ ਚੱਲਣ ਵਾਲੀ ਕਾਰ ਲੈ ਕੇ ਦਊਂ, ਤੇ ਸ਼ਾਮ ਨੂੰ ਖਾਲੀ ਮੋੜ ਲਿਆਉਣ। ਇਹ ਕੰਮ ਪੰਜਾਬ ਦੇ ਵਿੱਚ ਨੌਜਵਾਨਾਂ ਨਾਲ, ਬੇਰੁਜ਼ਗਾਰਾਂ ਨਾਲ, ਕੱਚੇ ਮੁਲਾਜ਼ਮਾਂ ਨਾਲ ਹੁੰਦਾ ਰਿਹਾ। ਮੈਂ ਦੂਰ ਨਹੀਂ ਜਾਂਦਾ, ਜਨਵਰੀ ਮਹੀਨਾ ਚੇਤੇ ਕਰੋ ਐਸੇ ਸਾਲ ਦਾ, ਵੱਡੇ ਬੋਰਡ ਲੱਗੇ ਸੀ, ਇੰਨੇ ਹਜ਼ਾਰ ਭਰਤੀਆਂ ਕਰਤੀਆਂ, ਇੰਨੇ ਹਜ਼ਾਰ ਕੱਚੇ ਬੰਦੇ ਪੱਕੇ ਕਰ ਦਿੱਤੇ, ਆ ਵੀ ਕਰ ਦਿੱਤਾ ਤੇ ਉਹ ਵੀ ਕਰ ਦਿੱਤਾ। ਅਖਬਾਰ 'ਚ ਪੂਰੇ ਸਫ਼ੇ ਦਾ ਇਸ਼ਤਿਹਾਰ ਆਉਂਦਾ ਸੀ, ਮੈਂ ਨਹੀਂ ਦੱਸਣਾ ਸਭ ਤੋਂ ਉੱਪਰ ਫੋਟੋ ਕਿਹਦੀ ਲੱਗੀ ਹੁੰਦੀ ਸੀ, ਪਰ ਥੱਲੇ ਛੋਟੀਆਂ ਡੱਬੀਆਂ ਬਣਾ ਕੇ ਲਿਖਿਆ ਹੁੰਦਾ ਸੀ ਆ 52 ਕੰਮ ਕਰ ਦਿੱਤੇ। ਤੇ ਮੁੜ ਕੇ ਉਹਨਾਂ ਕੰਮਾਂ ਦੇ ਬਾਬਤ ਉਹੀ ਬੰਦੇ ਅੱਜ ਕਹਿੰਦੇ ਜੀ ਮੁੜ ਕੇ ਫਿਰ ਕੋਡ ਆਫ ਕੰਡਕਟ ਲੱਗ ਗਿਆ ਸੀ। ਤੁਸੀਂ ਇਹ ਦੇਖੋ 2012 ਦੀਆਂ ਵੀ ਕਈ ਭਰਤੀਆਂ ਪੈਂਡਿੰਗ ਨੇ, 2011 ਦੀਆਂ ਵੀ ਪੈਂਡਿੰਗ ਨੇ, 4-4 5-5 ਸਾਲ ਹੋ ਗਏ। ਮੁੰਡੇ ਕੁੜੀਆਂ ਨੇ ਟਰਾਇਲ ਦਿੱਤੇ, ਮੁੰਡੇ ਕੁੜੀਆਂ ਨੇ ਪੇਪਰ ਦਿੱਤੇ, ਕਿਸੇ ਦੀ ਲਿਸਟ ਜਾਰੀ ਨਹੀਂ ਹੋਈ, ਕਿਸੇ ਨੂੰ ਅਪਾਇੰਟਮੈਂਟ ਲੈਟਰ ਨਹੀਂ ਮਿਲੇ। ਕੱਚੇ ਬੰਦੇ ਕੰਮ ਕਰੀ ਜਾਂਦੇ 18-18 ਸਾਲਾਂ ਤੋਂ, ਧਰਨੇ ਲਾ ਕੇ ਲੱਕ ਦੇ ਉੱਤੇ ਡੰਡੇ ਖਾ ਕੇ ਵਿਚਾਰੇ ਹੋਰ ਤਰ੍ਹਾਂ ਹੋ ਗਏ। ਉਹਨਾਂ ਦੇ ਲਈ ਨਾ ਕਦੇ ਔਖਾ ਵੀ ਹੋ ਜਾਂਦਾ, ਯਾਰ ਉਹ ਪੱਕੇ ਕਰ ਦਿੱਤੇ, ਆਪਾਂ ਵੀ ਦਰੀ ਜਾ ਕੇ ਬੈਠੀਏ, ਸਾਡੀ ਸ਼ਾਇਦ ਹੋਣੀ ਸੁਣ ਲੈਣ, ਆਪਾਂ ਓਵਰੇਜ ਹੋ ਜਾਣਾ। ਗੱਲ ਤੁਹਾਡੀ ਠੀਕ ਹੈ ਕਿ ਕੱਲਾ ਪ੍ਰੈਸ਼ਰ ਬਣਾਉਣ ਨੂੰ ਨਾ ਬਣਾਇਆ ਜਾਵੇ, ਪਰ ਜਦੋਂ ਦੂਜੇ ਪਾਸੇ ਉਹਨਾਂ ਦੀ ਅੱਖ ਦੇ ਨਾਲ ਅੱਖ ਮਿਲਾ ਕੇ ਦੇਖਦੇ ਆ ਨਾ ਸੰਧਾਲੀਆ ਸਾਹਿਬ, ਮਜਬੂਰ ਉਹ ਵੀ ਬਥੇਰੇ ਨੇ। ਨਹੀਂ ਦੇਖੋ 99.99% ਮੈਂ ਤੁਹਾਨੂੰ ਕਹਿ ਰਿਹਾ ਵੀ ਉਹ ਜੈਨੂਨ ਨੇ ਲੋਕ, ਉਹਨਾਂ ਜੈਨੂਨ ਲੋਕਾਂ ਦਾ ਧਰਨਾ ਵੀ ਹੈਗਾ, ਪਰ ਵਿੱਚ ਮੈਂ ਤਾਂ ਅੱਗੇ ਕਿਹਾ ਵੀ ਨਿਆਣੇ 3 ਸੀ, 3 ਮੰਨ ਗਏ, 1 ਵੀ ਮੰਨ ਗਿਆ ਸੀ, ਬਾਅਦ 'ਚ ਉਹਨੇ ਕੌਲੀ ਮਾਰੀ ਚਲਾ ਕੇ ਵੀ ਜਾ। ਮੈਂ ਤਾਂ ਕਿਹਾ ਵੀ ਸਰਕਾਰ ਜਿਹੜੀ ਹੈ ਉਹ ਜ਼ਰੂਰ ਇਹ ਗੱਲ ਦਾ ਖਿਆਲ ਰੱਖੇ ਵੀ ਭਾਈ ਸਾਹਿਬ ਜੇ ਤੁਸੀਂ ਹਰੇਕ ਥਾਂ ਤੇ ਹਰੇਕ ਦੀ ਗੱਲ ਸੁਣਨੀ ਹੈ, ਉਹਦੇ ਵਿੱਚ ਬੰਦੇ ਕਈ ਦੂਜੀ ਤਰ੍ਹਾਂ ਦੇ ਵੀ ਹੁੰਦੇ ਆ। ਬਾਕੀ ਚਲੋ ਗੱਲ ਇਹ ਆ ਵੀ ਸੂਬਾ ਇੱਕ ਹੈ, ਉਸ ਸੂਬੇ ਦੇ ਵਿੱਚ ਸਾਰੇ ਇਕੱਠੇ ਰਹਿਣ, ਰਲ ਮਿਲ ਕੇ ਰਹਿਣ, ਹਰੇਕ ਨੂੰ ਇਨਸਾਫ ਮਿਲੇ, ਹਰੇਕ ਨੂੰ ਉਹਦੇ ਜਿਹੜੇ ਬਣਦੇ ਹੱਕ ਨੇ ਉਹ ਮਿਲਣ, ਸਾਰੇ ਇਹੋ ਕੁਝ ਚਾਹੁੰਦੇ ਆ। ਤੇ ਜੇ ਇਸੇ ਤਰ੍ਹਾਂ ਚੱਲਦਾ ਰਹੂਗਾ ਤੇ ਉਹਦੇ ਨਾਲ ਨਾ ਤਾਂ ਧਰਨੇ ਪ੍ਰਦਰਸ਼ਨ ਹੋਣਗੇ, ਨਾ ਕਿਸੇ ਨੂੰ ਕੋਈ ਮੁਸ਼ਕਲ ਆਊਗੀ, ਸਗੋਂ ਜਿਹੜਾ ਸੂਬਾ ਉਹ ਤਰੱਕੀ ਵਾਲੇ ਪਾਸੇ ਜਾਊਗਾ। ਤੇ ਇਹੀ ਚੀਜ਼ ਤੇ ਚਾਹੁੰਦੇ ਨੇ ਸਾਰੇ ਵੀ ਜਿਹੜਾ ਸੂਬਾ ਜੀ ਉਹ ਤਰੱਕੀ ਕਰੇ। ਹੁਣ ਗੱਲ ਇਹ ਆ ਵੀ ਤਰੱਕੀ ਦੇ ਚੱਕਰ ਦੇ ਵਿੱਚ ਹੀ ਮੁੱਖ ਮੰਤਰੀ ਸਾਹਿਬ ਨੇ ਕੱਲ੍ਹ ਪਹਿਲਾਂ ਜਦੋਂ ਖੇਡਾਂ ਦਾ ਉਦਘਾਟਨ ਕੀਤਾ ਉੱਥੇ ਵਾਲੀਬਾਲ ਖੇਡਿਆ, ਹੁਣ ਕਹਿੰਦੇ ਵੀ ਇੱਕ ਸਕੂਲ 'ਚ ਚੱਲ ਗਏ ਮੁੱਖ ਮੰਤਰੀ ਸਾਹਿਬ, ਉੱਥੇ ਫਿਰ ਕੱਲੀ ਕਲਾਸ 'ਚ ਜਾ ਕੇ ਨਾਲੇ ਤੇ ਜਵਾਕਾਂ ਨਾਲ ਗੱਲਾਂ ਕੀਤੀਆਂ, ਨਾਲੇ ਉਹਨਾਂ ਨਾਲ ਪੁੱਛਿਆ, ਸਵਾਲ ਜਵਾਬ ਵੀ ਕੀਤੇ, ਨਾਲੇ ਇਹ ਵੀ ਪੁੱਛਿਆ ਵੀ ਪੁੱਤ ਵੱਡੇ ਹੋ ਕੇ ਕੀ ਬਣਨਾ, ਨਾਲੇ ਹੌਸਲਾ ਅਫਜ਼ਾਈ ਵੀ ਕੀਤੀ ਅਧਿਆਪਕਾਂ ਦੀ। ਮੈਂ ਕਿਹਾ ਵੀ ਚੰਗੀ ਗੱਲ ਹੈ, ਕਿਉਂਕਿ ਜਵਾਕਾਂ ਨੂੰ ਵੀ ਲੱਗਾ ਹੋਊਗਾ ਵੀ ਯਾਰ ਕੁਛ ਪਤਾ ਨਹੀਂ ਲੰਘਦਾ ਵੜਦਾ, ਕਿਤੇ ਮੁੱਖ ਮੰਤਰੀ ਵੀ ਆਣ ਕੇ ਸਾਨੂੰ ਪੁੱਛ ਲੈਂਦਾ ਵੀ ਹਾਂ ਪੁੱਤ ਠੀਕ ਹੋ। ਜ਼ਰੂਰੀ ਹੈ ਸੰਧਾਲੀਆ ਸਾਹਿਬ, ਦੱਸ ਕੇ, ਚੂਨਾ ਪਵਾ ਕੇ, ਕਲੀਆਂ ਕਰਾ ਕੇ, ਪਾਣੀ ਛਿੜਕਵਾ ਕੇ, ਹਾਰਾਂ ਦਾ ਪ੍ਰਬੰਧ ਕਰਵਾ ਕੇ ਨਹੀਂ ਜਾਣਾ ਚਾਹੀਦਾ ਮਿਨਿਸਟਰਾਂ ਨੂੰ, ਮੈਨੂੰ ਐਂ ਲੱਗਦਾ, ਰੱਖ ਕੇ ਸਮਾਗਮ। ਪਿਛਲੇ ਦਿਨੀ ਹਰਜੋਤ ਸਿੰਘ ਬੈਂਸ ਹੋਰੀ ਵੀ ਇੱਕ ਸਕੂਲ ਦੇ ਬਾਹਰ ਖੜੇ ਸੀ ਛੁੱਟੀ ਵੇਲੇ, ਉਹ ਵੀ ਵਿਦਿਆਰਥੀ ਤੇ ਵਿਦਿਆਰਥਣਾਂ ਨਾਲ ਹੱਥ ਮਿਲਾ ਰਿਹਾ ਸੀ, ਉਹਨਾਂ ਨੂੰ ਪੁੱਛ ਰਿਹਾ ਸੀ ਪੁੱਤ ਧੀਏ ਠੀਕ ਹੈ, ਸਾਰੇ ਪ੍ਰਬੰਧ ਠੀਕ ਨੇ, ਕੋਈ ਘਾਟ ਆ ਦੱਸੋ ਆਪਾਂ ਪੂਰੀ ਕਰਾਂਗੇ। ਮੁੱਖ ਮੰਤਰੀ ਸਾਹਿਬ ਵੀ ਜੇ ਚੁੰਨੀ ਕਲਾਂ ਸਕੂਲ ਦੇ ਵਿੱਚ ਗਏ ਆ ਤੇ ਬਹੁਤ ਵਧੀਆ, ਆਮ ਤਰੀਕੇ ਨਾਲ ਜਾਣਾ ਚਾਹੀਦਾ, ਲੰਘਦੇ ਵੜਦੇ ਅੰਦਰ ਵੜ ਜਾਣਾ ਚਾਹੀਦਾ ਕਿ ਭਾਈ ਉਦੋਂ ਪਤਾ ਲੱਗੇ ਕਿ ਨਲਕਾ ਪਾਣੀ ਦਿੰਦਾ ਹੈ, ਇੱਥੇ ਪਤਾ ਲੱਗੇ ਜੇ ਖਲਾਰਾ ਪਿਆ। ਇਹ ਨਹੀਂ ਕਿ ਜਾ ਕੇ ਹੈੱਡ ਨੂੰ ਕਹਿ ਦਿਓ ਕਿ ਭਾਈ ਤੁਸੀਂ ਖਲਾਰਾ ਕਿਉਂ ਪਾਇਆ, ਇਹ ਦੇਖੋ ਕਿ ਉੱਥੇ ਸਵੀਪਰ ਦੀ ਪੋਸਟ ਖਾਲੀ ਤਾਂ ਨਹੀਂ ਪਈ, ਫਿਰ ਪਤਾ ਲੱਗਦਾ ਪੱਖੇ ਚੱਲਦੇ ਆ, ਪੱਖੇ ਥੋੜ੍ਹੇ ਤਾਂ ਨਹੀਂ, ਜੇ 60 ਵਿਦਿਆਰਥੀਆਂ ਦੀ ਜਮਾਤ ਹੈ ਪੱਖੇ 3 ਤਾਂ ਨਹੀਂ, ਬੜੀ ਚੰਗੀ ਗੱਲ ਹੈ। ਬਾਕੀ ਵੀ ਮਾਰਦੇ ਹੁੰਦੇ ਸੀ ਛਾਪੇ, ਬਾਕੀ ਵੀ ਜਾਂਦੇ ਹੁੰਦੇ ਸੀ ਅਚਾਨਕ ਨਿਰੀਖਣ ਕਰਨ ਦੇ ਲਈ, ਆਪਾਂ ਨਹੀਂ ਕਹਿੰਦੇ ਇਕੱਲੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਾਂਦੇ ਆ, ਪਰ ਜੇ ਉਹ ਜਾ ਰਹੇ ਨੇ, ਪੁੱਛ ਰਹੇ ਨੇ ਤਾਂ ਬਹੁਤ ਵਧੀਆ ਗੱਲ ਹੈ, ਇਹ ਗੱਲ ਅੱਗੇ ਵਧਣੀ ਚਾਹੀਦੀ ਹੈ।
ਹੁਣ ਸੰਧੇਵਾਲੀਆ ਸਾਹਿਬ ਇੱਕ ਸਚਿਨ ਥਾਪਨ ਨਾਂ ਦਾ ਬੰਦਾ ਹੈ, ਸਿੱਧੂ ਮੂਸੇਵਾਲੇ ਦੇ ਕਾਂਡ ਦੇ ਨਾਲ ਸੰਬੰਧਿਤ ਹੈ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਇੱਕ ਵੀਡੀਓ ਆਡੀਓ ਜੀ ਆਈ ਸੀ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ, ਤੇ ਉਹ ਵੀਡੀਓ ਆਡੀਓ ਜੀ ਦੇ ਵਿੱਚ ਉਹਨੇ ਕਿਹਾ ਸੀ ਬੰਦੇ ਨੇ, ਮੈਂ ਆਪ ਗੋਲੀਆਂ ਮਾਰੀਆਂ, ਮੈਂ ਇੱਦਾਂ ਮੈਂ ਉੱਦਾਂ। ਉਹ ਲੱਗਦਾ ਸੀ ਕਿ ਜਾਂਚ ਨੂੰ ਹੋਰ ਪਾਸੇ ਪਾਉਣ ਦੇ ਲਈ ਸੀ। ਫਿਰ ਪਤਾ ਲੱਗਾ ਕਿ ਲਾਰੈਂਸ ਬਿਸ਼ਨੋਈ ਨੇ ਆਪਣਾ ਭਰਾ ਤੇ ਆਪਣਾ ਇੱਕ ਭਾਣਜਾ ਆਹੀ ਸਚਿਨ ਥਾਪਨ, ਇਹਨਾਂ ਨੂੰ ਪਹਿਲੇ ਵਿਦੇਸ਼ ਕੱਢ ਦਿੱਤਾ ਸੀ। ਸਾਜ਼ਿਸ਼ ਘੜ ਲਈ ਗਈ ਸੀ ਕਤਲ ਤੋਂ ਪਹਿਲਾਂ। ਹੁਣ ਚਰਚਾ ਕੀ ਚੱਲਦੀ ਸੀ, ਕਿਉਂਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਪਿਛਲੇ ਦਿਨੀ ਕਿਹਾ ਸੀ ਨਾ ਕਿ ਜਿਹੜੇ ਬਾਹਰ ਨੇ ਬੰਦੇ ਜਿਨ੍ਹਾਂ ਨੂੰ ਫੜਨਾ ਹੈ ਉਹਨਾਂ ਨੂੰ ਮੰਗਾਓ ਭਾਈ, ਮੇਰੀ ਮੰਗ ਹੈ। ਹੁਣ ਹੋਇਆ ਕੀ, ਚਰਚਾ ਇਹ ਚੱਲਦੀ ਸੀ ਕਿ ਇਹਨਾਂ ਦੇ ਪਹਿਲਾਂ ਜਾਲੀ ਪਾਸਪੋਰਟ ਬਣੇ ਬਿਸ਼ਨੋਈ ਦੇ ਭਰਾ ਦੇ ਤੇ ਭਾਣਜੇ ਸਚਿਨ ਥਾਪਨ ਦੇ, ਨੇਪਾਲ ਗਏ, ਨੇਪਾਲੋਂ ਦੁਬਈ ਗਏ, ਉੱਥੋਂ ਇੱਕ ਤਾਂ ਕੈਨੇਡਾ ਚਲੇ ਗਿਆ ਉਹਦਾ ਭਰਾ, ਇਹ ਚਰਚਾ ਹੈ। ਦੂਸਰਾ ਜਿਹੜਾ ਇਹ ਸਚਿਨ ਥਾਪਨ ਹੈ ਅਜ਼ਰਬਾਈਜਾਨ ਨਾਂ ਦਾ ਦੇਸ਼ ਹੈ, ਬੇਜਾਨ ਵੀ ਕਹਿ ਦਿੰਦੇ ਅਜ਼ਰਬੇਜਾਨ ਵੀ, ਉਧਰਲੇ ਪਾਸੇ ਚਲੇ ਗਿਆ। ਹੁਣ ਥੋੜੇ ਘੰਟੇ ਪਹਿਲਾਂ ਦੀਆਂ ਖਬਰਾਂ ਨੇ ਕਿ ਭਾਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਕਹਿਣ ਤੇ ਭਾਰਤ ਦੀਆਂ ਕੇਂਦਰੀ ਏਜੰਸੀਆਂ ਨੇ ਅਜ਼ਰਬਾਈਜਾਨ ਦੇਸ਼ ਦੇ ਜਿਹੜੇ ਕਰਤਾ ਧਰਤਾ ਨੇ, ਜਿਹੜੀਆਂ ਏਜੰਸੀਆਂ ਨੇ, ਉਹਨਾਂ ਦੇ ਨਾਲ ਸੰਪਰਕ ਕੀਤਾ ਤੇ ਹੁਣ ਲਾਰੈਂਸ ਬਿਸ਼ਨੋਈ ਦਾ ਭਾਣਜਾ ਕਾਬੂ ਕਰ ਲਿਆ ਗਿਆ। ਭਾਰਤ ਸਰਕਾਰ ਨੇ ਯਤਨ ਸ਼ੁਰੂ ਕਰ ਦਿੱਤੇ ਕਿ ਭਾਈ ਛੇਤੀ ਉਹਨੂੰ ਭਾਰਤ ਲਿਆਂਦਾ ਜਾਵੇ। ਅਜੇ ਕੇਸ ਫੇਕ ਪਾਸਪੋਰਟ ਦਾ ਹੀ ਹੈ, ਪਰ ਬਾਅਦ ਵਿੱਚ ਜਾਂਚ ਪੜਤਾਲ ਦੇ ਵਿੱਚ ਤਾਂ ਸਾਰਾ ਕੁਝ ਹੀ ਪਤਾ ਲੱਗਣਾ ਨਾ। ਇਹ ਮੈਨੂੰ ਹੁਣ ਦੇਖੋ ਡੀਜੀਪੀ ਗੌਰਵ ਯਾਦਵ ਸਾਹਿਬ ਨੇ ਪੰਜਾਬ ਦੇ, ਉਹ ਕਹਿੰਦੇ ਜੀ ਭਾਰਤ ਸਰਕਾਰ ਨੇ ਪੂਰਾ ਕੋਆਪਰੇਟ ਕੀਤਾ ਇਸ ਮਸਲੇ ਦੇ ਵਿੱਚ, ਅਸੀਂ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ। ਚੰਗੀ ਗੱਲ ਹੈ, ਇੱਕ ਘਟਨਾ ਘਟੀ ਹੈ, ਕਿਉਂਕਿ ਜਿਹੜੇ ਗੁੰਡੇ ਨੇ, ਗੈਂਗਸਟਰ ਨੇ ਸੰਧਾਲੀਆ ਸਾਹਿਬ, ਉਹ ਇਕੱਲੇ ਪੰਜਾਬ ਲਈ ਖਤਰਾ ਨਹੀਂ, ਉਹ ਸਾਰੇ ਦੇਸ਼ ਲਈ ਖਤਰਾ ਨੇ, ਮਨੁੱਖਤਾ ਲਈ ਖਤਰਾ ਨੇ। ਇੱਥੇ ਸੂਬਾ ਤੇ ਕੇਂਦਰ ਦੀਆਂ ਸਰਕਾਰਾਂ ਇੱਕ ਰਾਹ ਦੇ ਉੱਤੇ ਹੋ ਕੇ ਚੱਲਣਗੀਆਂ ਤਾਂ ਬਹੁਤ ਵਧੀਆ। ਨਹੀਂ ਬਿਲਕੁਲ ਠੀਕ ਆ। ਇੱਥੇ ਹੋ ਸਕਦਾ ਵੀ ਇਸ ਖਬਰ ਨੂੰ ਜਦੋਂ ਆਪਾਂ ਸਾਂਝਾ ਕਰ ਰਹੇ ਹਾਂ ਤੇ ਆਮ ਬੰਦਾ ਕਵੇ ਵੀ ਯਾਰ ਇਹਦੇ ਨਾਲ ਸਾਡਾ ਕੀ ਲੈਣਾ ਦੇਣਾ। ਦੇਖੋ ਆਮ ਬੰਦੇ ਦਾ ਲੈਣਾ ਦੇਣਾ ਦੋ ਤਿੰਨ ਤਰੀਕਿਆਂ ਨਾਲ ਆ। ਪਹਿਲਾ ਤਰੀਕਾ ਤੇ ਇਹ ਹੈ ਕਿ ਵੀ ਪਾਸਪੋਰਟ ਤੇ ਅੱਜ ਦੀ ਡੇਟ ਦੇ ਵਿੱਚ ਹਰੇਕ ਬੰਦਾ ਚਾਹੁੰਦਾ ਵੀ ਮੈਂ ਆਪਣੇ ਧੀ ਪੁੱਤ ਦਾ ਬਣਾ ਲਵਾਂ ਜੀ। ਹੁਣ ਗੱਲ ਇਹ ਵੀ ਜੇ ਜਾਲੀ ਬਣ ਜਾਂਦਾ, ਇਹਦਾ ਮਤਲਬ ਉਹੋ ਜਿਹੇ ਬੰਦੇ ਵੀ ਹੈਗੇ ਵੀ ਜਿਹੜੇ ਆ 2-3 2.5 ਨੰਬਰ ਦਾ ਕੰਮ ਕਰ ਲੈਂਦੇ ਆ। ਉਹ ਜਿਹੜੇ ਬੰਦੇ ਆ ਜਿਹੜੇ ਇਹ ਕੰਮ ਕਰਦੇ ਨੇ ਉਹ ਕਿੰਨੇ ਕੁ ਸਹੀ ਨੇ, ਜਾਂ ਦੇਸ਼ ਦੇ ਲਈ ਜਾਂ ਰਾਜ ਦੇ ਲਈ ਜਾਂ ਈਵਨ ਨਾਗਰਿਕਾਂ ਦੇ ਲਈ, ਇਹ ਇੱਕ ਵੱਡਾ ਸਵਾਲ ਆ। ਦੂਸਰੀ ਗੱਲ ਇਹ ਵੀ ਜਦੋਂ ਇਹੋ ਜਿਹਾ ਕੰਮ ਕਰਕੇ ਵੱਖ-ਵੱਖ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਬੰਦੇ ਭੇਜਣਗੇ, ਹੁਣ ਰਿਪੋਰਟ ਉੱਥੋਂ ਤੱਕ ਚੱਲ ਗਈ, ਸਰਕਾਰ ਨੇ ਪਹੁੰਚ ਕੀਤੀ, ਅਗਲਿਆਂ ਨੇ ਬੰਦਾ ਫੜ ਲਿਆ। ਹੁਣ ਇਹ ਤਾਂ ਨਹੀਂ ਨਾ ਵੀ ਇੱਥੋਂ ਕੱਲਾ ਇੱਕ SHO ਨੇ ਫੋਨ ਅਜ਼ਰਬਾਈਜਾਨ ਦੇ ਇੱਕ ਲੋਕਲ ਚੌਂਕੀ ਇੰਚਾਰਜ ਨੂੰ ਫੋਨ ਕੀਤਾ ਹੋਊਗਾ ਤੇ ਉਹਨਾਂ ਨੇ ਬੰਦਾ ਚੱਕ ਲਿਆ ਹੋਊਗਾ। ਦੋ ਸਰਕਾਰਾਂ ਦੀ ਗੱਲ ਚੱਲੀ ਨਾ, ਤੇ ਜੇ ਸਰਕਾਰ ਲੈਵਲ ਦੇ ਉੱਪਰ ਇੱਥੋਂ ਤੱਕ ਦੀ ਗੱਲ ਚੱਲੀ ਤੇ ਉਹ ਉੱਥੋਂ ਦੇ ਸਾਰੇ ਸਿਸਟਮ 'ਚ ਗਈ, ਤੇ ਜਦੋਂ ਸਿਸਟਮ 'ਚ ਗੱਲ ਜਾਂਦੀ ਤੇ ਫਿਰ ਸਵਾਲ ਉੱਥੇ ਵੀ ਉਹ ਆਉਂਦਾ, ਲਾਲ ਲਕੀਰ ਨਾਲ ਉਹ ਲਿਖਦੇ ਆ ਕਿ ਅੱਛਾ ਜੀ ਆਹ ਜਿਹੜਾ ਡਾਕੂਮੈਂਟ ਸੀ ਨਕਲੀ ਸੀ, ਕਿੱਥੋਂ ਬਣਿਆ ਜੀ, ਫਲਾਣੇ ਦੇਸ਼ ਤੋਂ ਬਣਿਆ। ਹੁਣ ਫਲਾਣੇ ਦੇਸ਼ ਤੋਂ ਜੇ ਡਾਕੂਮੈਂਟ ਇੱਕ ਬੰਦੇ ਦਾ ਨਕਲੀ ਬਣ ਸਕਦਾ ਤੇ ਇਹਦਾ ਮਤਲਬ ਬਾਕੀਆਂ ਦਾ ਵੀ ਨਕਲੀ ਬਣ ਸਕਦਾ। ਕੱਲ੍ਹ ਨੂੰ ਜਦੋਂ ਇਹੋ ਜਿਹੇ ਕੇਸਾਂ ਦਾ ਕਰਕੇ ਵਿਦੇਸ਼ਾਂ ਦੇ ਵਿੱਚ ਆਮ ਲੋਕ ਜਾਂਦੇ ਨੇ, ਜਦੋਂ ਉਹਨਾਂ ਨੂੰ ਇੱਕ ਤੋਂ ਬਾਅਦ ਦੂਸਰਾ, ਦੂਸਰੇ ਤੋਂ ਬਾਅਦ ਤੀਸਰਾ, ਤੀਸਰੇ ਤੋਂ ਬਾਅਦ ਚੌਥਾ ਸਵਾਲ ਪੁੱਛਿਆ ਜਾਂਦਾ, ਫਿਰ ਉਹਨਾਂ ਨੂੰ ਲੱਗਦਾ ਵੀ ਯਾਰ ਮੈਂ ਪਤਾ ਨਹੀਂ ਕੀ ਚੋਰੀ ਕੀਤੀ, ਹਾਲਾਂਕਿ ਉਹਦਾ ਕੋਈ ਕਸੂਰ ਨਹੀਂ ਹੁੰਦਾ। ਆਹ ਜਿਹੜੇ ਤੰਤਰ ਪਾਸੇ ਤੇ ਇਹੋ ਜਿਹੇ ਚੱਲਦੇ ਹੁੰਦੇ, ਉਹਨਾਂ ਦਾ ਕਰਕੇ ਅਗਲਿਆਂ ਨੇ ਸਖਤੀਆਂ ਕੀਤੀਆਂ ਹੁੰਦੀਆਂ ਤੇ ਭੁਗਤਣਾ ਆਮ ਬੰਦੇ ਨੂੰ ਪੈਂਦਾ। ਹਾਂ ਨਹੀਂ, ਇਹ ਗੱਲ ਤੁਹਾਡੀ ਠੀਕ ਹੈ, ਸਾਰੇ ਪਾਸਿਓਂ ਫਿਰ ਸੇਕਾ ਵੱਜਦਾ ਤੇ ਉਹ ਸੇਕੇ ਤੋਂ ਬਚਣਾ ਸਮੇਂ ਦੀ ਲੋੜ ਹੈ। ਸੰਧਾਵਾਲੀਆ ਭਾਜੀ, ਦੋ ਚੀਜ਼ਾਂ ਆਪਾਂ ਜ਼ਰੂਰ ਅੱਜ ਜਿਹੜੀਆਂ ਉਹ ਕਲੀਅਰ ਕਰਨੀਆਂ। ਇੱਕ ਤਾਂ ਨਿਊਜ਼ੀਲੈਂਡ ਵਾਲੇ ਪਾਸੇ ਇੱਕ ਸੁਨੇਹਾ ਆ ਭਾਂਤ ਤੇ ਸਾਂਝਾ ਕਰਨਾ ਹੈ। ਉਹਦੇ ਤੋਂ ਪਹਿਲਾਂ ਕਈ ਵਾਰੀ ਹੁੰਦਾ ਨਾ ਕਿ ਬਰਬਾਦੀ ਦੇ ਵਿੱਚੋਂ ਵੀ ਆਬਾਦੀ ਦੀ ਖੁਸ਼ਬੂ ਸਾਨੂੰ ਲੈਣੀ ਚਾਹੀਦੀ ਹੈ। ਬਹੁਤ ਨੁਕਸਾਨ ਵੀ ਹੋ ਜਾਏ ਤਾਂ ਸਾਨੂੰ ਉਹਦੇ ਵਿੱਚੋਂ ਵੀ ਕੋਈ ਨਾ ਕੋਈ ਆਸ ਦਾ ਪੁੰਗਾਰਾ ਜਿਹੜਾ ਫੁੱਟਦਾ ਵੇਖਣਾ ਚਾਹੀਦਾ। ਬੰਦਾ ਪੈਰਾਂ ਤੇ ਖਲੋਂਦਾ ਹੀ ਫਿਰ ਹੈ। ਪਾਕਿਸਤਾਨ ਕਦੇ ਭਾਰਤ ਦਾ ਹੀ ਅੰਗ ਹੁੰਦਾ ਸੀ। ਅੱਜ ਵੀ 1947 ਦੀ ਵੰਡ ਤੋਂ ਬਾਅਦ ਚੀਸਾਂ ਦੋਨੇ ਪਾਸੇ ਪੈਂਦੀਆਂ। ਪਾਕਿਸਤਾਨ 'ਚ ਹੜ੍ਹ ਆ ਗਏ, 1200 ਦੇ ਕਰੀਬ ਲੋਕਾਂ ਦੀ ਹੜ੍ਹਾਂ 'ਚ ਮੌਤ ਹੋ ਗਈ। ਇਹਦੇ ਤੋਂ ਇਲਾਵਾ ਤਕਰੀਬਨ 3.5 ਕਰੋੜ ਲੋਕ ਬੇਘਰ ਹੋ ਗਿਆ। 3.5 ਕਰੋੜ ਲੋਕ ਘਰ ਪਾਣੀ 'ਚ ਨੇ। 40% ਜਿਹੜਾ ਮੁੱਢਲਾ ਢਾਂਚਾ, ਸੜਕਾਂ, ਪੁਲ ਬਰਬਾਦ ਹੋ ਗਏ। ਫਸਲਾਂ ਬਰਬਾਦ ਹੋ ਗਈਆਂ, ਨਾ ਖਾਣ ਨੂੰ ਸਬਜ਼ੀ ਹੈ। ਅਗਲੀ ਫਸਲ ਜਦੋਂ ਸਾਰੀ ਬਰਬਾਦ ਹੋ ਗਈ ਤਾਂ ਇਹਦਾ ਮਤਲਬ ਅਨਾਜ ਵਿਦੇਸ਼ਾਂ ਤੋਂ ਮੰਗਵਾਉਣਾ ਪਊਗਾ। ਹੁਣ ਇੱਕ ਤਾਂ ਵਿਦੇਸ਼ਾਂ ਨੂੰ ਮਦਦ ਕੀਤੀ ਹੈ ਪਾਕਿਸਤਾਨ ਦੀ ਸਰਕਾਰ ਨੇ ਐਮਰਜੈਂਸੀ ਲਾ ਕੇ ਕਿ ਭਾਈ ਮਾੜੀ ਮੋਟੀ ਬਾਂਹ ਫੜੋ, ਟੈਂਟ ਵੀ ਚਾਹੀਦੇ ਆ, ਖਾਣਾ ਦਾਣਾ ਚਾਹੀਦਾ, ਪਾਣੀ ਚਾਹੀਦਾ, ਦੁੱਧ ਚਾਹੀਦਾ, ਸਬਜ਼ੀਆਂ ਚਾਹੀਦੀਆਂ, ਸਾਰਾ ਕੁਝ ਚਾਹੀਦਾ। ਪਹਿਲੀ ਗੱਲ ਕਿ ਸਾਡੀ ਹਮਦਰਦੀ, ਅਸੀਂ ਆਸ ਅਰਦਾਸ ਕਰਦੇ ਹਾਂ ਕਿ ਭਾਈ ਛੇਤੀ ਸਾਰਾ ਕੁਝ ਬੰਦ ਹੋਵੇ, ਹੜ੍ਹਾਂ ਵਾਲਾ ਕੰਮ ਤੇ ਪੈਰਾਂ ਸਿਰ ਆਉਣ ਲੋਕ। ਦੂਸਰਾ, ਪਾਕਿਸਤਾਨ ਦੇ ਜਿਹੜੇ ਵਿੱਤ ਮੰਤਰੀ ਆ ਨਾ, ਉਹਨਾਂ ਨੇ ਕਿਹਾ ਕਿ ਅਸੀਂ ਵਿਚਾਰ ਕਰ ਰਹੇ ਪਾਕਿਸਤਾਨ ਦੀ ਸਰਕਾਰ ਵਾਲੇ
ਕਿ ਅਸੀਂ ਸਬਜ਼ੀਆਂ ਤੇ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਭਾਰਤ ਤੋਂ ਮੰਗਵਾ ਲਈਏ। 2005 ਦੇ ਵਿੱਚ ਪਾਕਿਸਤਾਨ 'ਚ ਭੁਚਾਲ ਆਇਆ ਸੀ, ਭਾਰਤ ਨੇ ਮਦਦ ਕੀਤੀ ਸੀ ਮਾਨਵੀ ਆਧਾਰ ਤੇ, ਮਨੁੱਖੀ ਅਧਿਕਾਰਾਂ ਦੇ ਆਧਾਰ ਤੇ। 2010 ਦੇ ਵਿੱਚ ਹੜ੍ਹ ਆਏ ਸੀ ਪਾਕਿਸਤਾਨ ਦੇ ਵਿੱਚ, ਭਾਰਤ ਨੇ ਉਦੋਂ ਵੀ ਮਦਦ ਕੀਤੀ ਸੀ। ਬੜੀਆ ਗੱਲ ਹੈ, ਬਹੁਤ ਚੰਗੀ ਗੱਲ ਹੈ। ਹੁਣ ਭਾਰਤ ਸਰਕਾਰ ਵੀ ਵਿਚਾਰ ਕਰ ਰਹੀ ਹੈ ਕਿ ਭਾਈ ਕੁਛ ਨਾ ਕੁਛ ਭੇਜੀਏ, ਨੁਕਸਾਨ ਹੋ ਗਿਆ। ਪਾਕਿਸਤਾਨ ਵਾਲੇ ਕਹਿੰਦੇ ਜੀ ਅਸੀਂ ਖਰੀਦ ਲਈਏ ਕੁਛ ਨਾ ਕੁਛ, ਭਾਰਤ ਵਾਲੇ ਮੁਫਤ ਵੀ ਭੇਜਣ। ਪਰ ਬਹੁਤ ਚੰਗਾ ਹੋਵੇ ਸੰਧਾਵਾਲੀਆ ਸਾਹਿਬ ਜੇ ਹੁਣ ਸਮਝ ਲੈਣ ਪਾਕਿਸਤਾਨ ਤੇ ਭਾਰਤ ਵਾਲੇ ਕਿ ਭਾਈ ਸਾਰੇ ਪੈਸੇ ਤਾਂ ਆਪਾਂ ਹਥਿਆਰ ਖਰੀਦਣ ਤੇ ਲਾਈ ਜਾਣੇ, ਇੱਕ ਦੂਜੇ ਤੋਂ ਡਰਦੇ। ਤੇ ਸਾਡੇ ਕੋਲ ਮੁੱਢਲੇ ਢਾਂਚੇ ਦੇ ਰੂਪ ਦੇ ਵਿੱਚ ਬਹੁਤਾ ਕੁਛ ਹੈ ਨਹੀਂ। ਅਸੀਂ ਵੱਡੀਆਂ ਵੱਡੀਆਂ ਚੀਜ਼ਾਂ ਕ੍ਰੀਏਟ ਕਰ ਸਕਦੇ, ਹੜ੍ਹਾਂ ਤੋਂ ਬਚਾ ਕਿੱਦਾਂ ਕਰਨਾ, ਪੈਸੇ ਚਾਰੋਂ ਉਧਰ ਖਰਚੇ ਜਾ ਸਕਦੇ ਆ। ਪਾਕਿਸਤਾਨ ਵਾਲਿਓ ਖੁੱਲਾ ਦਿਲ ਰੱਖੋ, ਇੱਕ ਵਾਰੀ ਮੰਗਾਓ ਭਾਰਤ ਤੋਂ ਚੀਜ਼ਾਂ, ਤੁਹਾਨੂੰ ਭਾਰਤ ਤੋਂ ਸੌਖੀਆਂ ਤੇ ਸਸਤੀਆਂ ਕਿਤੋਂ ਨਹੀਂ ਮਿਲਣੀਆਂ। ਇੱਕ ਤਾਂ ਮੁਫਤ ਵੀ ਦੇਣਗੇ ਇਹ, ਲੋਕਾਂ ਦੇ ਢਿੱਡ ਦੇ ਵਿੱਚ 4 ਦਾਣੇ ਜਾਣੇ ਚਾਹੀਦੇ ਆ। ਦੂਜਾ, ਨੇੜੇ 15 ਮਿੰਟਾਂ ਦੇ ਵਿੱਚ ਅੰਮ੍ਰਿਤਸਰ ਨੂੰ ਜਾਈਏ ਤਾਂ ਬਾਘਾ ਬਾਰਡਰ ਆ ਜਾਂਦਾ ਹੀ। ਇੱਥੋਂ ਸਬਜ਼ੀਆਂ ਮੰਗਾਓ, ਇੱਥੋਂ ਅਨਾਜ ਮੰਗਵਾਓ, ਸਾਡੇ ਕੋਲੇ ਬਥੇਰਾ, ਸਸਤੇ ਭਾਅ ਜਾਊਗਾ। ਮੁੜ ਕੇ ਅਸੀਂ ਤੁਹਾਡੇ ਤੋਂ ਮੰਗਵਾਵਾਂਗੇ, ਸਾਨੂੰ ਕੱਲ੍ਹ ਨੂੰ ਲੋੜ ਹੋਊਗੀ ਸਧਾਰਨ ਹਾਲਾਤਾਂ ਦੇ ਵਿੱਚ। ਘੱਟੋ ਘੱਟ ਸੰਧਾਲੀਆ ਸਾਹਿਬ ਹੋਣੀ ਆ ਕੁਦਰਤ ਨੇ ਤਬਾਹੀ ਕੀਤੀ ਹੈ, ਕੁਦਰਤ ਨੇ ਮੌਕਾ ਦਿੱਤਾ ਕਿ ਦੋਏ ਭਰਾ ਇਕੱਠੇ ਬੈਠੋ, ਹਥਿਆਰਾਂ ਨੂੰ ਛੱਡ ਦਿਓ, ਪੈਸੇ ਵਿਕਾਸ ਵਾਲੇ ਪਾਸੇ ਦੇ ਉੱਤੇ ਲਾਈਏ। ਪਾਕਿਸਤਾਨ ਵਾਲਿਆਂ ਨੂੰ 4 ਛਿੱਲੜ ਬਚਣਗੇ ਜਦੋਂ ਭਾਰਤ ਵਾਲਿਆਂ ਨੇ ਆਪਣਾ ਸਮਾਨ ਪੰਜਾਬ ਦੇ ਰਾਹੀਂ ਪਾਕਿਸਤਾਨ ਤੋਂ ਹੋ ਕੇ ਉਹ ਮਿਡਲ ਈਸਟ ਤੱਕ ਪਹੁੰਚਦਾ ਕੀਤਾ। ਤੁਸੀਂ ਤਾਂ ਘਰੇ ਬੈਠੇ ਕਮਾਈ ਕਰੋ। ਸੋ ਦੋਨਾਂ ਦੇਸ਼ਾਂ ਦੇ ਸਿਆਸਤਦਾਨ ਇਸ ਮੌਕੇ ਤੇ ਸੋਚਣ ਵਿਚਾਰਨ ਮਾੜਾ ਜਿਹਾ। ਨਹੀਂ ਦੇਖੋ, ਇਹ ਤੇ ਨਾ ਜਿੱਦਾਂ ਕਹਿੰਦੇ ਨਾ ਵੀ ਰੱਬ ਨੇ ਆਪ ਅਕਲ ਦਿੱਤੀ ਹਿਲਾ ਕੇ। ਹਾਲਾਂਕਿ ਜੋ ਕੁਝ ਹੋਇਆ ਹੁਣ, ਜੋ ਮੋਟੀਆਂ ਖਬਰਾਂ ਨੇ ਉਹ ਕਹਿੰਦੇ ਵੀ ਅੱਧ ਤੋਂ ਵੱਧ ਪਾਕਿਸਤਾਨ ਜਿਹੜਾ ਉਹਦੇ ਵਿੱਚ ਹੜ੍ਹ ਦੀ ਬਰਬਾਦੀ ਹੈ। ਤੁਸੀਂ ਆਮ ਦੇਖੋਗੇ, ਆਮ ਤੌਰ ਤੇ ਦੇਸ਼ਾਂ ਦੇ ਵਿੱਚ ਹੁੰਦਾ ਵੀ ਕਿਸੇ ਦੇ 5% ਹਿੱਸਾ, ਕਿਸੇ ਦੇ 2 ਸੂਬੇ, ਕਿਸੇ ਦੇ 4 ਸੂਬੇ, ਕਿਸੇ ਦਾ 25% ਖੇਤਰ ਜਿਹੜਾ ਜੀ ਉਹਦੇ ਵਿੱਚ ਹੜ੍ਹ ਦੀ ਬਰਬਾਦੀ। ਪਰ ਇੱਥੇ ਤੁਸੀਂ ਇਹ ਦੇਖੋ ਵੀ ਅੱਧ ਤੋਂ ਵੱਧ ਪੌਣੇ ਪਾਕਿਸਤਾਨ ਦੇ ਵਿੱਚ ਜੇ ਹੜ੍ਹ ਪ੍ਰਭਾਵਿਤ ਲੋਕ ਨੇ, ਤਾਂ ਹੋ ਸਕਦਾ ਵੀ ਇਸ ਵਕਤ 1100-1200 ਤਾਂ ਦੱਸਦੇ ਹੀ ਨੇ, ਪਰ ਇਹ ਸਾਰੀਆਂ ਲਾਸ਼ਾਂ ਜਾਂ ਸਾਰੀਆਂ ਮੌਤਾਂ ਰਿਪੋਰਟ ਨਹੀਂ ਹੁੰਦੀਆਂ। ਹੌਲੀ ਹੌਲੀ ਉਹ ਜਿਹੜਾ ਅੰਕੜਾ ਉਹ ਵਧਣਾ ਵੀ ਆ, ਕਿਉਂਕਿ ਮਰੇ ਹੋਏ ਪਸ਼ੂ ਉੱਥੇ ਆਸੇ-ਪਾਸੇ ਪਏ ਨੇ, ਉਹਨਾਂ ਨਾਲ ਬਿਮਾਰੀਆਂ ਫੈਲਣੀਆਂ ਨੇ। ਜੇ ਪਾਣੀ ਕੰਟੈਮੀਨੇਟਡ ਆ ਤੇ ਉਹਦੇ ਨਾਲ ਤੁਸੀਂ ਦੇਖੋ ਵੀ ਡਾਇਰੀਆ ਜਾਂ ਹੋਰ ਮੁਸ਼ਕਲਾਂ ਆਉਣੀਆਂ ਨੇ। ਅਜੇ ਬਹੁਤ ਕੁਛ ਹੈ ਕਰਨ ਵਾਲਾ। ਗੱਲ ਇਹ ਆ ਕਿ ਵੀ ਇਹ ਸੋਚਣ ਵਾਲੀ ਗੱਲ ਉਹਨਾਂ ਲੀਡਰਾਂ ਦੇ ਲਈ ਆ ਵੀ ਜਿਹੜੇ ਕਹਿੰਦੇ ਵੀ ਅਸੀਂ ਕਦੀ ਫਲਾਣੇ ਦੇਸ਼ ਨੂੰ ਜੱਫੀ ਪਾਉਣੀ, ਕਦੀ ਅਸੀਂ ਫਲਾਣੇ ਨੂੰ ਜੱਫੀ ਪਾਉਣੀ, ਉਹਨੇ ਸਾਨੂੰ ਮਜਾਇਲ ਦੇ ਦੇਣੀ, ਉਹਨੇ ਸਾਨੂੰ ਨਿਊਕਲੀਅਰ ਬੰਬ ਦੇ ਦੇਣਾ। ਕੋਈ ਮਜਾਇਲ ਚਲਾ ਲਓ, ਕੋਈ ਨਿਊਕਲੀਅਰ ਬੰਬ ਚਲਾ ਲਓ ਵੀ ਹੱਡ ਰੁਕ ਜੇ। ਹੁਣ ਕੋਈ ਤੇ ਹਥਿਆਰ ਹੋਊਗਾ ਕਿ ਨਹੀਂ ਇਸ ਵੇਲੇ ਵੀ ਜੇ ਦੁਨੀਆ ਦੇ ਵਿੱਚ ਇੱਕ ਤੇ ਅਮਰੀਕਾ ਵਾਲੇ ਆਪਣੇ ਭਾਈ ਸਾਹਿਬ ਆ ਨਾ, ਉਹਨਾਂ ਨੇ ਪੱਕੀ ਫੈਕਟਰੀ ਲਾਈ ਵੀ ਵੀਰ ਮੇਰੇ ਕੋਈ ਨਵੀਂ ਤੋਂ ਨਵੀਂ ਹਥਿਆਰ ਕੱਢ ਦਿਓ ਤੁਸੀਂ ਵੀ ਇਹ ਬੰਦੇ ਮਾਰਨ ਵਾਲਾ ਕਿਹੜਾ। ਯਾਰ ਜੇ ਆਪਾਂ ਕੰਮ ਕਰਨਾ ਤਾਂ ਕੁਛ ਇਹੋ ਜਿਹਾ ਕਰ ਲਈਏ ਵੀ ਜਦੋਂ ਕੋਈ ਕੁਦਰਤੀ ਕਰੋਪੀ ਆਉਂਦੀ ਆ ਉਹਦੇ ਨਾਲ ਕਿਵੇਂ ਨਜਿੱਠਣਾ। ਹੁਣ ਤੁਸੀਂ ਇਹ ਦੇਖੋ ਵੀ ਜਿਸ ਹਿਸਾਬ ਨਾਲ ਉੱਥੇ ਬਰਬਾਦੀ ਆ, ਇੱਕ ਮੈਂ ਉਦਾਹਰਨ ਦੇ ਦਿਆਂ, ਟਮਾਟਰ ਕੀ ਹੁੰਦਾ 500 ਰੁਪਏ ਕਿਲੋ ਆ ਵੀ ਉੱਥੇ ਇਸ ਵਕਤ ਪਾਕਿਸਤਾਨ ਦੇ ਵਿੱਚ। ਹੁਣ ਤੁਸੀਂ ਇਹ ਅੰਦਾਜ਼ਾ ਲਾਓ ਵੀ ਜਿਹੜੇ ਲੋਕ ਬਚ ਗਏ ਨੇ ਉਹਨਾਂ ਦੇ ਉੱਪਰ ਇਸ ਵਕਤ ਮਹਿੰਗਾਈ ਦੀ ਮਾਰ ਕਿਸ ਲੈਵਲ ਤੱਕ ਪਹੁੰਚ ਗਈ। ਜਿਹਦਾ ਘਰ-ਬਾਰ ਨਿਕਲ ਗਿਆ ਜਾਂ ਬਰਬਾਦ ਹੋ ਗਿਆ, ਉਹਦੀ ਕਹਾਣੀ ਤਾਂ ਹੋਰ ਹੋ ਗਈ। ਇਸ ਵਕਤ ਵਾਕਿਆ ਬੜੀ ਸੋਚਣ ਦੀ ਲੋੜ ਆ ਵੀ ਜੇ ਕੁਦਰਤ ਜਿਹੜੀ ਆ ਉਹ ਇਸ ਤਰ੍ਹਾਂ ਦਾ ਵਿਕਰਾਲ ਰੂਪ ਦਿਖਾ ਸਕਦੀ ਹੈ ਤੇ ਸਾਡੇ ਕੋਲੇ ਲੜਨ ਦੇ ਲਈ ਕੋਈ ਹਥਿਆਰ ਨਹੀਂ ਹੈਗਾ, ਤੇ ਫਿਰ ਇੱਕੋ ਇੱਕ ਹਥਿਆਰ ਉਹ ਆ ਪਿਆਰ ਦਾ। ਜੇ ਆਂਢੀ ਗੁਆਂਢੀ ਨਾਲ ਬਣਾ ਕੇ ਰੱਖੀ ਹੋਵੇ ਤੇ ਅੱਜ ਨਾ ਤੇ ਉਧਰ ਮੀਟਿੰਗਾਂ ਕਰਨ ਦੀ ਲੋੜ ਪਵੇ ਵੀ ਯਾਰ ਲੈ ਨਾ ਲਈਏ ਆਪਾਂ ਉਹਨਾਂ ਕੋਲੋਂ ਸਮਾਨ। ਉਲਟਾ ਸਗੋਂ ਇਹ ਹੋਣਾ ਸੀ ਵੀ ਜੇ ਬਣੀ ਹੁੰਦੀ ਤਾਂ ਜਿੱਦਣ ਕਿਤੇ ਇਹੋ ਜਿਹੀ ਕੋਈ ਨੌਬਤ ਆਈ ਸੀ ਉਦਣ ਹੀ ਅਗਲਾ ਨੇ ਪਹੁੰਚ ਜਾਣਾ ਸੀ, ਆਓ ਯਾਰ ਮਦਦ ਕਰੀਏ, ਸ਼ਾਇਦ ਕੋਈ 4 ਸਰੀਰ ਬਚ ਜਾਂਦੇ। ਦੇਖੋ ਇੱਕ ਗੱਲ ਬੜੀ ਕਲੀਅਰ ਹੈ, ਅੱਖਾਂ ਨਹੀਂ ਮੀਟਣੀਆਂ ਚਾਹੀਦੀਆਂ। ਬਿੱਲੀ ਮੂਹਰੇ ਆ ਜਾਵੇ ਕਬੂਤਰ ਅੱਖਾਂ ਮੀਟ ਲਵੇ, ਬਚਦਾ ਨਹੀਂ। ਪਾਕਿਸਤਾਨ ਵਾਲੇ ਵੀ ਤੇ ਭਾਰਤ ਵਾਲੇ ਵੀ, ਖਾਸ ਤੌਰ ਤੇ ਪਾਕਿਸਤਾਨ ਵਾਲੇ ਸੋਚਣ। ਦੱਸਣ ਅੱਜ ਤੱਕ ਚੀਨ ਨੇ ਜਦੋਂ ਦੇ ਹੜ੍ਹ ਆਏ ਆ ਕਿੰਨੇ ਰੁਪਈਏ ਦਿੱਤੇ ਆ, ਕਿਹੜੀ ਚੀਜ਼ ਦੀ ਮਦਦ ਭੇਜੀ, ਇੱਕ ਦੁੱਕੀ ਦੀ ਮਦਦ ਨਹੀਂ ਕੀਤੀ। ਐਲਾਨ ਕੀਤਾ ਗਰਾਊਂਡ ਤੇ ਨਹੀਂ ਕੁਛ ਅਪੜਿਆ। ਤੇ ਸਭ ਤੋਂ ਵੱਧ ਕਨੈਕਸ਼ਨ ਕਿਹਨਾਂ ਦੇ ਨਾਲ ਨੇ, ਰੇਲ ਜੋੜ ਲਈ ਜੀ, ਸੜਕ ਜੋੜ ਲਈ ਜੀ, ਬੰਦਰਗਾਹ ਤੱਕ। ਤੁਹਾਡੇ ਲਈ ਨਹੀਂ ਬਣਾਈ ਉਹਨਾਂ ਨੇ ਸੜਕ, ਤੁਹਾਡੇ ਲਈ ਨਹੀਂ ਬਣਾਏ ਉਹਨਾਂ ਨੇ ਪੁਲ, ਉਹਨਾਂ ਨੇ ਆਪਣੇ ਲਈ ਬਣਾਏ ਆ। ਤੇ ਹੁਣ ਅਜੇ ਤੱਕ ਮਦਦ ਆਈ ਕਿਉਂ ਨਹੀਂ? ਜੇ ਭੁਲੇਖਾ ਸ਼੍ਰੀਲੰਕਾ ਵਾਲਿਆਂ ਨੂੰ ਪੁੱਛ ਲਓ। ਅਸੀਂ ਨਹੀਂ ਕਹਿੰਦੇ ਕਿ ਜਿਹੜੇ ਚੀਨ ਦੇ ਵਿਰੋਧ ਦੇ ਵਿੱਚ ਅਮਰੀਕਾ ਵਾਲੇ ਬੈਠੇ ਜਾਂ ਹੋਰ ਪੱਛਮੀ ਦੇਸ਼ ਨੇ ਉਹ ਬਹੁਤ ਵਧੀਆ ਨੇ ਜਾਂ ਚੰਗੇ ਨੇ ਨਾ। ਰੌਲਾ ਸਿਰਫ ਇਹ ਹੈ ਕਿ ਵਰਤੇ ਨਾ ਜਾਈਏ ਭਾਈ, ਕਿਸੇ ਦੂਸਰੇ ਦੇ ਉਦੇਸ਼ਾਂ ਦੇ ਲਈ ਵਰਤੇ ਨਾ ਜਾਈਏ, ਸੌਖੇ ਨਾ ਚੱਲੋ, ਆਪਸ ਦੇ ਵਿੱਚ ਰਲ ਕੇ ਰਹੋ। ਤੁਹਾਨੂੰ ਕੌਣ ਕੁਛ ਕਹਿ ਜੂਗਾ ਬਈ? ਕੋਈ ਨਹੀਂ ਕੁਛ ਕਹਿ ਸਕਦਾ। ਤੁਹਾਡੇ ਕੋਲੇ ਘਾਟ ਕਾਹਦੀ ਹੈ? ਹਰ ਤਰ੍ਹਾਂ ਦਾ ਮੌਸਮ ਤੁਹਾਡੇ ਕੋਲੇ, ਭਾਰਤ ਕੋ ਵੀ ਜ਼ਮੀਨ, ਪਾਕਿਸਤਾਨ ਕੋ ਵੀ ਜ਼ਮੀਨ, ਸੁੱਖ ਨਾ ਵਾਹਵਾ ਉਪਜਾਊ। ਤੇ ਆਮ ਲੋਕ ਕਦੇ ਵੀ ਲੜਨਾ ਨਹੀਂ ਚਾਹੁੰਦੇ। ਜੇ ਆਮ ਲੋਕ ਲੜਨਾ ਚਾਹੁੰਦੇ ਹੁੰਦੇ ਤਾਂ ਭੁੱਬਾ ਮਾਰ ਕਾਹਤੋਂ ਰੋਂਦੇ ਜਦੋਂ ਆਪਸ ਦੇ ਵਿੱਚ ਬਾਰਡਰ ਪਾਰ ਕਰਕੇ ਕਿਤੇ ਵੀਜ਼ਾ ਮਿਲਦਾ ਤਾਂ ਮਿਲਣ ਜਾਂਦੇ ਆ। ਸੰਧਾਲੀਆ ਸਾਹਿਬ ਅਜੇ ਵੀ ਮੌਕਾ ਹੈ, ਅਸੀਂ ਉਮੀਦ ਕਰਦੇ ਹਾਂ। ਕੱਲ ਪਰਸੋਂ ਇਹ ਜੇ ਭਾਰਤ ਪਾਕਿਸਤਾਨ ਦਾ ਕ੍ਰਿਕਟ ਦਾ ਮੈਚ ਹੋ ਕੇ ਹਟਿਆ, ਸੰਧਾਲੀਆ ਸਾਹਿਬ ਮੈਂ ਹੈਰਾਨ ਹੁੰਨਾ
ਜੇ ਭਾਰਤ ਵਾਲੇ ਛੱਕਾ ਮਾਰਦੇ ਸੀ, ਚੌਕਾ ਮਾਰਦੇ ਸੀ, ਜਿਹੜੇ ਬੰਦੇ ਭਾਰਤ ਵਾਲੇ ਸੀ ਉਹ ਚੀਕਾਂ ਮਾਰਦੇ ਸੀ, ਜਦੋਂ ਪਾਕਿਸਤਾਨ ਵਾਲੇ ਮਾਰਦੇ ਸੀ ਛੱਕਾ ਚੌਕਾ ਉਧਰਲੇ ਪਾਸੇ ਉਹ ਚੀਕਾਂ। ਮੈਂ ਬਥੇਰਾ ਕਿਹਾ ਵੀ ਮੇਰੀ ਬੇਨਤੀ ਸੁਣਿਓ, ਬੇਨਤੀ ਸੁਣਿਓ ਸੰਧਾਲੀਆ ਸਾਹਿਬ, ਮੈਂ ਕਹਿਣ ਲੱਗਾ ਸੀ ਕਿ ਯਾਰ ਜਿਹੜਾ ਖਿਡਾਰੀ ਵਧੀਆ ਖੇਡਦਾ ਉਹਦੇ ਲਈ ਤਾੜੀਆਂ ਮਾਰੋ। ਉਹ ਭਾਰਤ ਦਾ, ਪਾਕਿਸਤਾਨ ਦਾ, ਆਸਟ੍ਰੇਲੀਆ ਦਾ, ਨਿਊਜ਼ੀਲੈਂਡ ਦਾ, ਇੰਗਲੈਂਡ ਦਾ ਫਰਕ ਕੀ ਪੈਂਦਾ ਹੈ? ਇਹ ਸਾਡੇ ਦਿਮਾਗ 'ਚ ਵਾੜ ਕਿਹਨੇ ਦਿੱਤਾ? ਇਹ ਸਮਝਦਾ ਹੀ ਨਹੀਂ ਕੋਈ। ਦੇਖੋ ਗੱਲ ਇਹ ਆ ਬਾਠ ਸਾਹਿਬ ਕਿ ਵੀ ਜੇ ਸਾਰਾ ਕੁਝ ਇੰਨਾ ਸੌਖਾ ਹੀ ਹੋ ਗਿਆ, ਇੰਨਾ ਵਧੀਆ ਹੀ ਕਰ ਲਿਆ, ਤੇ ਫਿਰ ਭਾਈ ਸਾਹਿਬ ਜਿਨ੍ਹਾਂ ਦਾ ਕਾਰੋਬਾਰ ਚੱਲਦਾ ਕ੍ਰਿਕਟ ਤੋਂ ਉਹਨਾਂ ਨੇ ਇਹ ਸਾਰਾ ਕੁਝ ਕਿੱਦਾਂ ਚਲਾਉਣਾ? ਉਹਦੇ ਕਹਿੰਦੇ ਵੀ ਸਗੋਂ ਮਾਰੋ ਚੀਕਾਂ ਇੱਦਾਂ ਦੀਆਂ ਦੇ ਹੋਰ ਟਿਕਟਾਂ ਟੁਕਟਾਂ ਸਾਡੀਆਂ ਵਿਕਣ। ਆਖਰੀ ਆਪਣੇ ਕੋਲੇ ਬਾਠ ਸਾਹਿਬ ਮਿੰਟ 2.5-3 ਬਚੇ ਆ ਇਹਦੇ ਵਿੱਚ ਜਿਹੜੀ ਕੋਈ ਗੱਲ ਆਂਦੇ ਨਿਊਜ਼ੀਲੈਂਡ ਦੀ ਕਰਨੀ। ਰੌਣਕ ਸ਼ਰਮਾ ਹੋਰਾਂ ਨੇ ਸੁਨੇਹਾ ਭੇਜਿਆ। ਦੇਖੋ ਕਈ ਚੀਜ਼ਾਂ ਦਾ ਆਪਾਂ ਨੂੰ ਬਹੁਤਾ ਜ਼ਿਆਦਾ ਡੂੰਘਾਈ ਤੱਕ ਨਹੀਂ ਪਤਾ ਹੁੰਦਾ। ਹੁਣ ਨਿਊਜ਼ੀਲੈਂਡ ਰਹਿੰਦੇ ਨੇ, ਆਪਣੇ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰ ਨੇ, ਉਹ ਕਹਿੰਦੇ ਜੀ ਕਿ ਅਸੀਂ ਲਗਾਤਾਰ ਤੁਹਾਡੇ ਟੀਵੀ ਦੇ ਨਾਲ ਜੁੜੇ ਹੋਏ ਹਾਂ ਤੇ ਇੱਕ ਸੁਨੇਹਾ ਸਾਂਝਾ ਕਰਨਾ। ਸੁਨੇਹਾ ਸਾਡੇ ਸਾਰਿਆਂ ਵੱਲੋਂ ਆ। ਮੈਂ ਇਸ ਕਰਕੇ ਉਹਨਾਂ ਦਾ ਜ਼ਿਕਰ ਕੀਤਾ ਕਿ ਭਾਈ ਕੋਈ ਗੱਲ ਇੱਧਰ ਉੱਧਰ ਨਾ ਹੋਵੇ। ਗਣਪਤੀ ਵਿਸਰਜਨ ਦੇ ਸਮਾਗਮ ਚੱਲ ਰਹੇ ਨੇ, ਹਿੰਦੂ ਭਾਈਚਾਰੇ ਦੇ ਵਿੱਚ ਬਹੁਤ ਸ਼ਰਧਾ ਦੇ ਨਾਲ, ਬੜੇ ਜਾਣੀ ਪੂਰਨ ਸ਼ਰਧਾ ਦੇ ਨਾਲ ਮਨਾਇਆ ਜਾਂਦਾ। ਆਪਾਂ ਸਾਰੇ ਦੇਖਦੇ ਹਾਂ ਟੀਵੀ ਤੇ ਪ੍ਰੋਗਰਾਮ ਚੱਲਣੇ, ਸਾਰੇ ਪਾਸੇ ਚੱਲਣੇ, ਜਾਣੀ ਕਿਆ ਹੀ ਬਾਤਾਂ ਹੁੰਦੀਆਂ ਜੋਸ਼ ਤੇ ਉਤਸ਼ਾਹ ਦੀਆਂ। ਹੁਣ ਉਹ ਕਹਿੰਦੇ ਜੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾਇਆ ਜਾਂਦਾ। ਉਹ ਕਹਿੰਦੇ ਜੀ ਬੇਨਤੀ ਇਹ ਕਰਨੀ ਆ ਕਿ ਕੱਚੀ ਮਿੱਟੀ ਦਾ, ਕਿਉਂਕਿ ਵਿਸਰਜਨ ਵੀ ਕਰਨਾ ਹੁੰਦਾ, ਮੁੜ ਕੇ ਪਹਿਲਾਂ ਗਣਪਤੀ ਬਾਬਾ ਨੂੰ ਘਰ ਲੈ ਕੇ ਆਉਣਾ, ਫਿਰ ਵਿਸਰਜਨ ਕਰਨਾ ਪਾਣੀ 'ਚ। ਉਹ ਕਹਿੰਦੇ ਜੀ ਜੇ ਕੱਚੀ ਮਿੱਟੀ ਦੇ ਹੋਣ ਤਾਂ ਫਿਰ ਵਾਤਾਵਰਣ ਨੂੰ ਨੁਕਸਾਨ ਘੱਟ ਹੁੰਦਾ ਹੈ। ਮੈਂ ਜ਼ਿਕਰ ਇਸ ਕਰਕੇ ਕਰ ਰਿਹਾ ਕਿ ਭਾਈ ਬਹੁਤਾ ਡੂੰਘਾਈ ਦੇ ਵਿੱਚ ਨਹੀਂ ਪਤਾ। ਉਹਨਾਂ ਨੇ ਕਈ ਕੁਛ ਕਿਹਾ ਕਿ POP ਦਾ ਜਾਂ ਪਲਾਸਟਿਕ ਦਾ ਜਿਹੜੀ ਉਹ ਵਰਤੋਂ ਕੀਤੀ ਜਾਂਦੀ ਉਹਦੇ ਨਾਲ ਮੁੜ ਕੇ ਨੁਕਸਾਨ। ਵੈਸੇ ਭਾਈਚਾਰੇ ਦੇ ਲੋਕ ਬੜੇ ਸਿਆਣੇ ਨੇ, ਸੂਝਵਾਨ ਨੇ, ਪਰ ਹੋ ਸਕਦਾ ਕਿ ਕਈ ਮੁਲਕਾਂ ਦੇ ਵਿੱਚ ਉਹ ਕੱਚੀ ਮਿੱਟੀ ਦਾ ਪ੍ਰਬੰਧ ਹੀ ਨਾ ਹੋਵੇ। ਪਰ ਜਿੱਥੇ ਜਿੱਥੇ ਸੰਭਵ ਹੋ ਸਕਦਾ, ਕਿਉਂਕਿ ਧਰਮ ਤਾਂ ਫਿਰ ਉੱਪਰਲੇ ਪਾਸੇ ਨੂੰ ਜਾਣਾ ਸਿਖਾਉਂਦਾ ਹੈ, ਮਨੁੱਖਤਾ ਦੀ ਗੱਲ ਸਿਖਾਉਂਦਾ ਹੈ। ਸੋ ਅਸੀਂ ਉਮੀਦ ਕਰਦੇ ਹਾਂ ਕਿ ਭਾਈ ਸ਼ਰਮਾ ਸਾਹਿਬ ਨੇ ਜਿਹੜਾ ਸਾਡੇ ਨਾਲ ਹੀ ਸੁਨੇਹਾ ਭੇਜਿਆ, ਤੁਸੀਂ ਉੱਧਰਲੇ ਪਾਸੇ ਥੋੜ੍ਹਾ ਜਿਹਾ ਧਿਆਨ ਜ਼ਰੂਰ ਦਿਓਗੇ। ਨਹੀਂ ਬਿਲਕੁਲ। ਇਹ ਦੇਖੋ ਗੱਲ ਇਹ ਆ ਵੀ ਹੈ ਤੇ ਇਹਦੇ ਵਿੱਚ ਵੀ ਬਚਾਉਣ ਦੀ ਗੱਲ ਹੀ ਨਾ। ਚਾਹੇ ਆਪਾਂ ਕੁਦਰਤ ਨੂੰ ਬਚਾਉਣਾ, ਜੇ ਕੁਦਰਤ ਨੂੰ ਬਚਾਵਾਂਗੇ ਤੇ ਕੁਦਰਤ ਆਪਾਂ ਨੂੰ ਬਚਾਊਗੀ, ਨਹੀਂ ਤਾਂ ਫਿਰ ਜਦੋਂ ਕੁਦਰਤ ਕਰੋਧਵਾਨ ਹੋ ਜਾਂਦੀ ਹੈ ਉਦੋਂ ਫਿਰ ਆਪਣੀ ਸਮਝੋਂ ਬਾਹਰ ਹੋ ਜਾਂਦੀ ਕਹਾਣੀ। ਹੁਣ ਅਮਰੀਕਾ ਕਿੱਡਾ ਵੱਡਾ ਦੇਸ਼ ਹੈ। ਮੈਂ ਜੇ ਪੜ੍ਹ ਰਿਹਾ ਸੀ ਜੈਕਸਨ, ਸ਼ਾਇਦ ਉਹਦਾ ਸ਼ਹਿਰ ਹੈ, ਮਿਸੀਸਿਪੀ ਦੀ ਸ਼ਾਇਦ ਰਾਜਧਾਨੀ ਹੈ। ਉੱਥੋਂ ਵਾਲਿਆਂ ਨੇ ਕਹਿ ਦਿੱਤਾ ਵੀ ਭਾਈ ਪਾਣੀ ਪੀਣ ਵਾਲਾ ਹੈ ਨਹੀਂ, ਜੇ ਪਾਣੀ ਪੀਣਾ ਬੰਦ ਕਰ ਦਿਓ। ਪਾਣੀ ਦੀ ਤਕਲੀਫ ਉੱਥੇ ਜੁਲਾਈ ਮਹੀਨੇ ਦੀ ਤੁਰੀ ਆਉਂਦੀ। ਹੁਣ ਤੁਸੀਂ ਦੇਖੋ ਵੀ ਅਮਰੀਕਾ ਵਰਗੇ ਦੇਸ਼ ਨੂੰ ਵੀ ਜੇ ਕਹਿਣਾ ਪੈਂਦਾ ਆਪਣੇ ਇੱਕ ਸ਼ਹਿਰ ਦੇ ਵਾਸੀਆਂ ਨੂੰ ਵੀ ਤੁਸੀਂ ਭਾਈ ਸਾਹਿਬ ਪਾਣੀ ਨਾ ਪੀਓ, ਵੇਖਿਓ ਕਿਤੇ ਨੁਕਸ ਹੈ ਇਹਦੇ ਵਿੱਚ, ਤੇ ਇੱਥੋਂ ਆਪਾਂ ਆਪ ਅੰਦਾਜ਼ਾ ਲਾਈਏ ਵੀ ਜਿਹੜੀ ਚੀਜ਼ ਕੁਦਰਤੀ ਤੌਰ ਦੇ ਉੱਪਰ ਆਪਾਂ ਨੂੰ ਮਿਲੀ ਹੈ ਉਹਨੂੰ ਜੇ ਆਪਾਂ ਬਚਾ ਲਵਾਂਗੇ ਤਾਂ ਉਹ ਆਪਣੇ ਕੰਮ ਆਉਣੀ ਆ, ਹੋਰ ਉਹਦਾ ਲਾਭ ਕਿਸੇ ਨੂੰ ਹੋਣਾ ਨਹੀਂ। ਬਾਠ ਸਾਹਿਬ ਸਮਾਂ ਹੋ ਗਿਆ ਜੀ। ਬਸ ਮੈਂ ਇਹੀ ਕਹਿਣਾ ਸੀ ਕਿ ਇਕੱਲੇ ਇਸੇ ਭਾਈਚਾਰੇ ਦੀ ਗੱਲ ਨਹੀਂ, ਸਾਰੇ ਧਰਮ ਵਾਲੇ ਜਦੋਂ ਆਪਾਂ ਧਾਰਮਿਕ ਸਮਾਗਮ ਕਰਦੇ ਹਾਂ ਤੇ ਖਾਸ ਤੌਰ ਦੇ ਉੱਤੇ ਵਾਤਾਵਰਣ ਦਾ ਖਿਆਲ ਹੀ ਰੱਖੀਏ ਤਾਂ ਗੱਲ ਬਣਦੀ ਹੈ। ਬਾਕੀ ਸੰਧਾਲੀਆ ਸਾਹਿਬ ਵਿਨੀਪੈਗ 'ਚ ਮਿਲ ਰਹੇ ਨੇ ਸਾਰੇ ਸੱਜਣ, ਜਿੱਦਾਂ ਜਿੱਦਾਂ ਕਿਸੇ ਦਾ ਸਮਾਂ ਲੱਗਦਾ ਤੇ ਤੁਹਾਨੂੰ ਚੇਤੇ ਵੀ ਕਰਦੇ ਆ ਤੇ ਨਗਰ ਕੀਰਤਨ ਦੇ ਉੱਤੇ ਜੀ 2 ਵਾਰ ਸਤਿ ਸ੍ਰੀ ਅਕਾਲ ਬੁਲਾਉਣੀ, ਇੱਕ ਆਪਣੇ ਵੱਲੋਂ, ਇੱਕ ਮੇਰੇ ਵੱਲੋਂ। ਮੈਂ ਹੋਰ ਕਹਿੰਦਾ ਮੈਂ ਇੱਕ ਵਾਰੀ ਦੋਨਾਂ ਵੱਲੋਂ ਬੁਲਾਉਣੀ ਆ, ਬੁਲਾਉਣੀ ਇੰਨੀ ਗੱਲ ਕੀ ਆ। ਠੀਕ ਹੈ ਜੀ, ਸ਼ੁਕਰੀਆ। ਠੀਕ ਹੈ ਜੀ, ਓਕੇ ਜੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਇਹ ਪ੍ਰੋਗਰਾਮ ਨੂੰ ਲਾਈਕ ਕਰ ਦਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।